ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਚਿਤੇ ਦਿਸਹਿ ਧੌਲ ਹਰ ਬੱਗੇ ਬੰਕ ਦੁਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਾਂ ਸਾਰਿਆਂ ਨੂੰ ਆਪਣੀ ਅੰਮ੍ਰਿਤਮਈ ਬਾਣੀ ਦਾ ਲਾਹਾ ਬਖਸ਼ਿਸ਼ ਕੀਤਾ ਹੋਇਆ ਹੈ, ਜਿਹਦੇ ਨਾਲ ਸਾਡੇ ਸਵਾਸ ਸਫਲੇ ਹੋ ਰਹੇ ਹਨ। ਲੜੀਵਾਰ ਕਥਾ ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਹੋ ਰਹੀ ਹੈ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹਨ ਲਾਹਾ ਪ੍ਰਾਪਤ ਕਰੀਏ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਵਿੱਚ ਬੈਰਾਗ ਵੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹਨਾਂ ਸ਼ਬਦਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ, ਕਿਉਂਕਿ ਬਿਨ ਬੈਰਾਗ ਨਾ ਛੂਟ ਸਮਾਇਆ, ਮਾਇਆ ਦੀ ਜਿਹੜੀ ਪਕੜ ਹੈ ਸਾਡੇ ਮਨ ਨੂੰ, ਮਨ ਨੇ ਮਾਇਆ ਦੇ ਵਿੱਚ ਖੱਚਤ ਹੋਣਾ ਕੀਤਾ ਹੈ। ਇਹ ਤੋਂ ਮਾਇਆ ਦਾ ਮੋਹ ਛਡਾਉਣ ਵਾਸਤੇ ਇੱਕ ਬੈਰਾਗ ਹੀ ਹੈ ਜਿਹੜਾ ਛਡਾ ਸਕਦਾ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਚੋ ਉਪਦੇਸ਼ ਦਿੰਦੇ ਹਨ ਜੀ। ਚਿਤੇ ਦਿਸਹਿ ਧੌਲ ਹਰ, ਕਹਿੰਦੇ ਹੈ ਭਾਈ ਜਿਹੜੇ ਚਿਤੇ ਦਾ ਮਤਲਬ ਹੈ ਚਿੱਤਰਕਾਰੀ ਕੀਤੀ ਹੋਈ। ਧੌਲ ਹਰ ਜਿਹੜੇ ਮਕਾਨ, ਰਾਜ ਮੰਦਰ, ਚੂਨੇ ਗੱਚ ਮਕਾਨ ਬਣੇ ਹੋਏ ਦਿਸ ਰਹੇ ਹਨ। ਤੇ ਐਸੇ ਜਿਹੜੇ ਮਕਾਨ ਬਣੇ ਹੋਏ ਨੇ, ਬੱਗੇ ਬੰਕ ਦੁਆਰ। ਬੱਗੇ ਸਫੈਦ ਦਾ ਨਾਮ ਹੈ, ਚਿੱਟੇ ਜਿਹੜੇ ਨੇ ਬੰਕ ਸੁੰਦਰ ਦਾ ਨਾਮ ਹੁੰਦਾ ਹੈ। ਸੁੰਦਰ ਜਿਹੜੇ ਦਰਵਾਜ਼ੇ, ਕਲਬੂਤੀ ਦੁਆਰ ਦਰਵਾਜ਼ੇ ਬਣੇ ਹੋਏ ਆ, ਜਿਨ੍ਹਾਂ ਦਰਵਾਜ਼ਿਆਂ ਦੇ ਉੱਤੇ ਚੂਨੇ ਦੀ ਥਾਂ ਤੇ ਸੰਖਮਰਮਰ ਚਿੱਟਾ ਚੂਨਾ ਹੀ ਲਾਇਆ ਹੋਵੇ। ਆਪਣੇ ਰਹਿਣ ਵਾਸਤੇ ਸੁੰਦਰ ਮਕਾਨ ਜਿਹੜੇ ਬਣਾਏ ਨੇ ਬਹੁਤ ਸਾਰੇ ਅਮੀਰ ਲੋਕਾਂ ਨੇ, ਉਹਨਾਂ ਦਾ ਪ੍ਰਮਾਣ ਦੇ ਕੇ ਸਮਝਾਉਂਦੇ ਹਨ। ਕਰਮਨ ਖੁਸ਼ੀ ਉਸਾਰਿਆ, ਜਿਨ੍ਹਾਂ ਨੇ ਮਨ ਦੀਆਂ ਖੁਸ਼ੀਆਂ ਉਤਸ਼ਾਹ ਦੇ ਨਾਲ ਆਪਣੇ ਮਕਾਨਾਂ ਦੀ ਉਸਾਰੀ ਕੀਤੀ ਹੈ, ਉਸਾਰਨਾ ਬਣਾਉਣਾ ਕੀਤਾ ਹੈ ਬੜੀ ਖੁਸ਼ੀ ਦੇ ਨਾਲ। ਦੂਜਾ ਹਿਤ ਪਿਆਰ, ਤੇ ਦੂਜਾ ਦਵੈਤ ਭਾਵ ਵਿੱਚ ਹੇਤ ਪ੍ਰੇਮ ਤੇ ਪਦਾਰਥਾਂ ਨਾਲ ਪਿਆਰ ਹੈ ਨਾ। ਇਸ ਕਰਕੇ ਇਹ ਪੱਥਰ ਦੇ ਮਕਾਨਾਂ ਦੇ ਨਾਲ ਹੀ ਖੱਚਤ ਹੋਇਆ ਤੂੰ, ਇਹ ਸਾਰੇ ਦਵੈਤ ਨਾਲ ਪਿਆਰ ਪਾਉਣ ਦੀ ਹੇਤ ਕਾਰਨ ਹੈ। ਜੜ ਵਸਤੂਆਂ ਦੇ ਨਾਲ ਜੁੜ ਰਿਹਾ ਹੈ, ਭਾਵੇਂ ਜ਼ਮੀਨ ਹੈ, ਮਕਾਨ ਹੈ। ਜੜ ਮਾਇਆ, ਚੇਤਨ ਮਾਇਆ, ਅਗਿਆਨ ਮਾਇਆ, ਤਿੰਨ ਪ੍ਰਕਾਰ ਦੀ ਮਾਇਆ ਹੈ। ਇਹ ਤੂੰ ਮਾਇਆ ਦੇ ਨਾਲ ਹੀ ਖੱਚਤ ਹੋ ਰਿਹਾ ਨਾ, ਇਹਦੇ ਨਾਲ ਬੜਾ ਹਿੱਤ ਪਿਆਰ ਕਰਦਾ ਹੈ। ਕਦੇ ਇਹ ਨਹੀਂ ਦੇਖਿਆ ਵੀ ਇਹ ਮਕਾਨ ਸਦਾ ਨਹੀਂ ਰਹਿਣੇ। ਪੰਛੀ ਨੇ ਆਪਣੇ ਆਲਣਿਆਂ ਦੇ ਵਿੱਚ ਉਹ ਵੀ ਗੁਜ਼ਾਰਾ ਕਰ ਲੈਂਦੇ ਆ। ਕੱਖਾਂ ਕਾਨਿਆਂ ਦੀ ਕੁਲੀਆਂ ਦੇ ਅੰਦਰ ਕਈ ਸਦੀਆਂ ਤੱਕ, ਯੁੱਗਾਂ ਤੱਕ ਰਿਸ਼ੀ ਮੁਨੀ ਮਾਰ ਕੰਡੇ ਤੇ ਕੋਦ ਘਾਇ ਜਿਨ ਤਰਨ ਤਰ ਮੂੰਡ ਬੁਲਾਏ। ਤੂੰ ਕਿਸ ਵਾਸਤੇ ਐਡਾ ਮਨ ਦੇ ਵੀ ਖੱਚਤ ਹੋਇਆ ਹੈ? ਇਹ ਦਵੈਤ ਦੇ ਨਾਲ ਪਿਆਰ ਪਾਉਣ ਦਾ ਕਾਰਨ ਹੀ ਬਣੇ ਹੋਏ ਹਨ ਤੇਰੇ ਮਕਾਨ। ਉਹਦੇ ਵਿੱਚ ਤੂੰ ਇਸ ਤਰ੍ਹਾਂ ਦਾ ਮਕਾਨਾਂ ਨੂੰ ਐਸੇ ਹਿੱਤ ਨਾਲ ਬਣਾਇਆ ਵੀ ਮੈਂ ਸਦਾ ਹੀ ਰਹੂੰਗਾ ਇਹਦੇ ਵਿੱਚ। ਇਹ ਨਹੀਂ ਪਤਾ ਵੀ ਇਹਨਾਂ ਮਕਾਨਾਂ ਚੋਂ ਹੀ ਤੇਰੀ ਅਰਥੀ ਨਿਕਲਣੀ ਹੈ ਇੱਕ ਦਿਨ। ਤੇਰੇ ਮਨ ਦੇ ਵਿੱਚ ਇਹ ਖਿਆਲ ਹੈ, ਪਰ ਤੈਨੂੰ ਇਹ ਚੇਤਾ ਨਹੀਂ ਹੈ। ਅੰਦਰ ਖਾਲੀ ਪ੍ਰੇਮ ਬਿਨ, ਉਹ ਮਕਾਨ ਜਿਹੜੇ ਐ ਭਾਵੇਂ ਬਾਹਰੋਂ ਤਾਂ ਸੁੰਦਰ ਲੱਗਦੇ ਐ, ਉਹਨਾਂ ਮਕਾਨਾਂ ਦੇ ਅੰਦਰ ਕਦੇ ਰੱਬ ਦਾ ਨਾਂ ਨਹੀਂ ਹੁੰਦਾ। ਸੁੰਦਰ ਮੰਦਰ ਕਿਹੜੇ ਨੇ? ਸੁੰਦਰ ਮੰਦਰ ਸੈਣੇ ਜੈਣ ਮੱਦੇ ਹਰ ਕੀਰਤਨ ਹੈ। ਉਹ ਭਾਵੇਂ ਵਸਤੂਆਂ ਸੰਸਾਰ ਦੀਆਂ ਭਰਿਆ ਪਿਆ ਹੋਵੇ ਮਕਾਨ, ਪਰ ਮਹਾਰਾਜ ਕਹਿੰਦੇ ਖਾਲੀ ਹੈ ਨਾਮ ਤੋਂ ਬਿਨਾਂ। ਰੱਬ ਦਾ ਪ੍ਰੇਮ ਹੈ ਉਹ ਤੋਂ ਬਿਨਾਂ ਖਾਲੀ ਹੈ। ਪ੍ਰੇਮਾ ਭਗਤੀ ਕਰਨ ਵਾਲੇ ਗੁਰਮੁਖਾਂ ਦੇ ਰਹਿਣ ਤੋਂ ਬਿਨਾਂ ਉਹ ਖਾਲੀ ਹੈ, ਰੱਬ ਦਾ ਨਾਂ ਲੈਣ ਵਾਲਾ ਨਹੀਂ ਹੈ ਉੱਥੇ। ਇਸ ਕਰਕੇ ਉਹਨਾਂ ਦਾ ਨਿਵਾਸ ਨਹੀਂ ਹੈ। ਇਸ ਕਰਕੇ ਉਹ ਮਕਾਨ ਜਿਹੜੇ ਨੇ ਐਸੇ ਹਨ। ਤਹ ਢੀਰੀ ਤਨਸਾਰ, ਇਸ ਕਰਕੇ ਫਿਰ ਉਹ ਮਕਾਨ ਜਿਹੜੇ ਹੈ ਇੱਕ ਦਿਨ ਢਹਿ ਕੇ ਢੇਰੀ ਹੋ ਜਾਣੀ ਹੈ।
ਨਾਨਕ ਢੇਰੀ ਢਾਏ ਪਈ ਇੱਕ ਦਿਨ ਮਕਾਨ ਜਿਹੜੇ ਕਿ ਉਹ ਮਿੱਟੀ ਆ, ਮਿੱਟੀ ਨੇ ਇੱਕ ਦਿਨ ਢਹਿਣਾ ਹੀ ਹੈ। ਫਰੀਦਾ ਮਹਿਲ ਨਸਖਣ ਰਹਿ ਗਏ, ਬਾਸਾ ਆਇਆ ਤਲ, ਗੋਰਾਂ ਸੇ ਨਿਵਾਣੀਆਂ ਬੈਸਣ ਰੂਹਾਂ ਮਲ। ਇਹ ਤਾਂ ਖਾਲੀ ਮਕਾਨ ਬਥੇਰੇ ਰਾਜਿਆਂ ਮਹਾਰਾਜਾਂ ਦੇ ਐਡੇ ਐਡੇ 14 ਕੁਲਾਂ ਜਿਨ੍ਹਾਂ ਦੀਆਂ ਲੱਗੀਆਂ ਉਸਾਰਦਿਆਂ ਹੋਇਆਂ, ਤੇ ਅੱਜ ਜਾ ਕੇ ਦੇਖੋ ਤੇ ਕਬੂਤਰ ਬੋਲਦੇ ਆ, ਖਾਲੀ ਪਏ ਨੇ। ਇਸ ਕਰਕੇ ਸਵਾਹ ਢੇਰੀ ਹੋ ਜਾਣੀ ਹੈ ਇਹਨਾਂ ਦੀ। ਇਹਨਾਂ ਨਾਲ ਬਹੁਤਾ ਤੂੰ ਹਿਤ ਨਾ ਕਰ। ਚਿੱਤੇ ਦਿਸੈ, ਫਿਰ ਬੋਲੋ ਜੀ। ਚਿੱਤੇ ਦਿਸੈ ਧੌਲ ਹਰ। ਤੇ ਜਿਹੜਾ ਦੂਸਰੇ ਅਰਦੇ ਚ ਫਿਰ ਇਹ ਦਿਸਿਆ ਵੀ ਜਿਨ੍ਹਾਂ ਦੇ ਸਰੀਰ, ਇਹ ਵੀ ਇੱਕ ਮੰਦਰ ਦੀ ਨਿਆਈ ਹੈ। ਭੇਖਾਂ ਰੂਪੀ ਚਿੱਤਰਕਾਰੀ ਕੀਤੀ ਹੈ, ਬੜੇ ਸੋਹਣੇ ਚਿੱਟੇ ਵਸਤਰ ਪਾਏ ਹੋਏ ਹੈ, ਚਿੱਟੇ ਜਿਨ ਕੇ ਕੱਪੜੇ ਮਹਿਲੇ ਚਿਤ ਕਠੋਰ ਜੀ, ਉਹਨਾਂ ਦੀ ਬਾਬਤ ਕਹਿ ਰਹੇ ਨੇ। ਚਿਤਰੇ ਹੋਏ ਦਿਸਿਆ ਦਿਸ ਰਹੇ ਹਨ। ਭਾਰ ਬਾਹਰ ਤੋਂ ਬਹੁਰ ਪਖੰਡ ਦਾ ਦਿਖਾਵਾ ਕੀਤਾ ਹੋਇਆ ਹੈ। ਬੱਗੇ ਬੰਕ ਦੁਆਰ। ਬੰਕ ਸੁੰਦਰ ਬੱਗੇ ਚਿੱਟੇ ਪੋਸ਼ਾਕੇ ਪਾਏ ਨੇ, ਸਰੀਰ ਤੇ ਪਹਿਨੇ ਹੋਏ ਨੇ। ਕਰਮਨ ਖੁਸ਼ੀ ਉਸਾਰਿਆ। ਇਹ ਬੜੀ ਖੁਸ਼ੀ ਦੇ ਨਾਲ ਬਨਾਵਟ ਕੀਤੀ ਆ ਸਰੀਰ ਦੇ ਉੱਤੇ, ਉਸਾਰਿਆ, ਖੁਰਾਕਾਂ ਦੇ ਦੇ ਕੇ ਸਰੀਰ ਨੂੰ ਪਾਲਿਆ। ਦੂਜੇ ਹਿਤ ਪਿਆਰ। ਦੂਜੇ ਦਵੈਤ ਭਾਵ ਦੇ ਪਿਆਰ ਕਰਕੇ ਮਨ ਦੀਆਂ ਖੁਸ਼ੀਆਂ ਨਾਲ ਸਰੀਰ ਰੂਪੀ ਮੰਦਰ ਨੂੰ ਇਹੀ ਉਸਾਰਨਾ ਕੀਤਾ ਹੈ ਜਿਹੜਾ ਦੁੱਧ ਮਲਾਈਆਂ ਚੰਗੀਆਂ ਖੁਰਾਕਾਂ ਦੇ ਦੇ ਕੇ ਪਾਲ ਰਿਹਾ ਹੈ। ਅਨਕ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਇਹ ਕਿੰਨਾ ਕੁ ਫਰਕ ਪੈ ਗਿਆ ਹੈ। ਅੰਦਰ ਖਾਲੀ ਪ੍ਰੇਮ ਬਿਨ। ਹਿਰਦਾ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾ ਖਾਲੀ ਹੋਈ ਪਿਆ, ਖੋਖਲਾ ਹੀ ਹੋਇਆ ਪਿਆ, ਅੰਦਰ ਨਾਮ ਨਹੀਂ ਹੈ। ਤਹ ਢੀਰੀ ਤਨ ਸਾਰ। ਫਿਰ ਵੀ ਇਹ ਜਿਹੜੀ ਸਰੀਰ ਹੈ ਤੇਰਾ ਜਿਹੜਾ, ਇਹ ਤਾਂ ਢਹਿ ਕੇ ਢੇਰੀ ਹੋ ਜਾਣਾ, ਇਹਨੇ ਰਹਿਣਾ ਨਹੀਂ ਹੈ। ਇੱਕ ਦਿਨ ਸੰਸਾਰ ਦੇ ਵਿੱਚ ਚਲਾ ਜਾਏਗਾ ਤੇ ਸਵਾਦ ਹੀ ਢੇਰੀ ਹੋ ਜਾਣੀ ਹੈ ਮਿੱਟੀ ਦੇ। ਭਾਈ ਰੇ ਤਨ ਧਨ ਸਾਥ ਨਾ ਹੋਏ। ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਸਮਝਾਉਂਦੇ ਆ ਗੁਰਸਿੱਖਾਂ ਨੂੰ ਕਿ ਜੇ ਹੇ ਭਾਈ, ਤਨ ਨਾਮ ਹੈ ਅਸਥੂਲ ਸਰੀਰ ਜਿਹੜਾ ਹੈ, ਇਹ ਤਾਂ ਤਨ ਹੋ ਗਿਆ। ਧਨ ਜਿਹੜਾ ਮਾਇਆ ਹੈ, ਰੋਕੜੀ ਹੈ, ਤੇ ਇਸ ਤੋਂ ਬਾਅਦ ਤਨ ਪੁੱਤਰ ਤੇ ਮਾਇਆ ਅੰਤ ਨੂੰ ਸਾਥ ਨਾ ਹੋਏ, ਤੇਰਾ ਸਾਥੀ ਨਹੀਂ ਹੋਣਗੇ। ਜਿਨ੍ਹਾਂ ਵਾਸਤੇ ਪਾਪ ਕਰ ਕਰਕੇ ਕਮਾਈ ਕਰਕੇ ਲਿਆਉਣਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤਦਾਰ ਹੈ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਲੇਖਾ ਤੂੰ ਦੇਂਗਾ, ਤੇਰੇ ਸਾਥ ਨਹੀਂ ਹੋਣਗੇ। ਰਾਮ ਨਾਮ ਤਨ ਨਿਰਮਲੋ। ਮਾਰੇ ਕਹਿੰਦੇ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ, ਇਹ ਹੈ ਨਿਰਮਲ ਧਨ। ਰਾਮ ਨਾਮ ਧਨ ਨਿਰਮਲੋ, ਤੈਨੂੰ ਮੈਲ ਤੋਂ ਰਹਿਤ ਕਰਨ ਵਾਲਾ। ਤੇ ਜਾਂ ਫਿਰ ਐਸਾ ਪਰਮੇਸ਼ਰ ਦਾ ਨਾਮ ਰੂਪੀ ਧਨ ਤੇਰੇ ਹਿਰਦੇ ਵਿੱਚ, ਤੇ ਅਸਤ ਜੜ ਦੁਖ ਰੂਪ ਮਾਇਆ ਦੀ ਮੈਲ ਨੂੰ ਧੋ ਕੇ ਨਿਰਮਲੋ ਸੁਧ ਕਰਨ ਵਾਲਾ ਹੈ। ਗੁਰਦਾਤ ਕਰੇ ਪ੍ਰਭ ਸੋਏ। ਪਰ ਮਿਲੇਗਾ ਨਾਮ ਕਿਵੇਂ, ਪ੍ਰਾਪਤ ਕਿਵੇਂ ਹੁੰਦਾ ਹੈ? ਜੇ ਕਰ ਸੋਏ ਉਹ ਪ੍ਰਭੂ ਪਰਮੇਸ਼ਰ ਆਪ ਗੁਰੂ ਰੂਪ ਹੋ ਕਰਕੇ ਨਾਮ ਦੀ ਦਾਤ ਦੇਣਾ ਕਰੇ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋ ਗਈ ਹੈ, ਨਾਮ ਦੀ ਦਾਤ ਸਤਿਗੁਰੂ ਪ੍ਰਸੰਨ ਹੋ ਕੇ ਦੇ ਦਿੰਦੇ ਹੈ, ਉਹਨਾਂ ਨੂੰ ਪਰਮੇਸ਼ਰ ਦੀ ਸੋਏ ਸੋਭਾ ਕਰਨੀ ਪ੍ਰਾਪਤ ਹੋ ਜਾਂਦੀ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਜੀ, ਰਾਮ ਨਾਮ ਤਨ ਨਿਰਮਲੋ। ਫਿਰ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਹੀ ਅਸਲੀ ਧਨ ਹੈ। ਪਰਮੇਸ਼ਰ ਦੇ ਨਾਮ ਤੋਂ ਵੱਡਾ ਹੋਰ ਕੋਈ ਧਨ ਨਹੀਂ ਹੈ। ਅਰ ਇਹਦੇ ਵਿੱਚ ਇਹ ਜਿਹੜਾ ਸੰਸਾਰ ਦਾ ਧਨ ਹੈ, ਇਹ ਤਾਂ ਮਨ ਨੂੰ ਮੈਲਾ ਕਰਦਾ ਹੈ। ਕਹਿੰਦੇ ਨੇ ਬਾਬਾ ਮੋਹਰੀ ਜੀ ਦੇ ਮਨ ਦੇ ਅੰਦਰ ਇੱਕ ਵਾਰੀ ਖਿਆਲ ਆਇਆ ਵੀ ਪਿਤਾ ਜੀ ਸਾਨੂੰ ਮਾਇਆ ਦੇ ਢੇਰ ਲੱਗ ਜਾਂਦੇ ਹੈ ਤੇ ਸਾਨੂੰ ਕਦੇ ਹੱਥ ਵੀ ਨਹੀਂ ਲਾਉਣ ਦਿੰਦੇ। ਤੇ ਮਹਾਰਾਜ ਸਾਹਿਬ ਦੇ ਅੰਤਰਜਾਮੀ ਜਾਣ ਕੇ ਕਹਿਣ ਲੱਗੇ, ਪੁੱਤਰ ਇਹ ਮਾਇਆ ਚੰਗੀ ਤਰ੍ਹਾਂ ਇਕੱਠੀ ਕਰ ਕਰੰਸੀ ਦੂਸਰੀ ਹੁੰਦੀ ਸੀ। ਚਾਂਦੀ ਦੇ ਵਿੱਚ ਇੱਕ ਬੜਾ ਨੁਕਸ ਹੈ ਵੀ ਉਹ ਹੱਥ ਘਸ ਕੇ ਹੱਥ ਕਾਲਾ ਹੋ ਜਾਂਦਾ ਹੈ। ਉਹ ਚਾਂਦੀ ਦੇ ਰੁਪਏ ਇਕੱਠੇ ਕਰਦੇ ਰਹੇ ਤੇ ਮਹਾਰਾਜ ਸਾਹਿਬ ਕਹਿੰਦੇ ਹੋ ਗਏ ਇਕੱਠੇ? ਕਹਿੰਦੇ ਜੀ ਹੋ ਗਏ। ਕਹਿੰਦੇ ਹੱਥ ਦਿਖਾਈ ਤਾਂ ਮਾੜਾ ਜਾ। ਕਹਿੰਦੇ ਤੇਰੇ ਹੱਥ ਕਾਲੇ ਕਿਉਂ ਹੋ ਗਏ? ਕਹਿੰਦੇ ਮਹਾਰਾਜ ਜੀ ਇਹਨੂੰ ਮਾਇਆ ਨੂੰ ਸਪਰਸ਼ ਕਰਕੇ। ਕਹਿੰਦੇ ਬਸ ਇੰਨੀ ਕੁ ਗੱਲ ਹੀ ਹੈ, ਜਿਹੜਾ ਮਨ ਇਹਨੂੰ ਸਪਰਸ਼ ਕਰੂਗਾ ਉਹ ਨਹੀਂ ਕਾਲਾ ਹੋਊਗਾ। ਇਹ ਧਨ ਹੈ ਜਿਹੜਾ, ਇਹ ਮਨ ਨੂੰ ਮੈਲਾ ਕਰਨ ਵਾਲਾ ਹੈ। ਜਿਹੜਾ ਰਾਮ ਨਾਮ ਦਾ ਧਨ ਹੈ ਇਹ ਨਿਰਮਲੋ, ਇਹ ਉਜਲ ਕਰਨ ਵਾਲਾ ਹੈ।
ਜਿਵੇਂ ਅਸਮਾਨ ਦਾ ਫਰਕ ਹੈ ਇਹਨਾਂ ਦੋਨਾਂ ਧਨਾਂ ਵਿੱਚ। ਪਰ ਜੇ ਵਾਹਿਗੁਰੂ ਕਿਰਪਾ ਕਰੇ, ਜੇ ਦੇਵੈ ਦੇਵਨਹਾਰ, ਜੇ ਦੇਵਨਹਾਰ ਪ੍ਰਭੂ ਵਾਹਿਗੁਰੂ ਗੁਰੂ ਸਰੂਪ ਹੋ ਕੇ ਨਾਮ ਦੀ ਦਾਤ ਦੇ ਦੇਵੇ, ਅੱਗੇ ਪੁੱਛ ਨਾ ਹੋਵੇ। ਤੇ ਅੱਗੇ ਪ੍ਰਲੋਕ ਵਿੱਚ ਜਦੋਂ ਲੇਖਾ ਹੋਣਾ, ਪੁੱਛਗਿੱਛ ਹੋਣੀ ਆ ਨਾ ਸਾਰਿਆਂ ਦੀ, ਕਹਿੰਦੇ ਉਹਨਾਂ ਦੀ ਪੁੱਛਗਿੱਛ ਨਹੀਂ ਹੋਵੇਗੀ। ਕਿਹਨਾਂ ਦੀ ਦੱਸ ਦੇਣ? ਜਿਸ ਬੇਲੀ ਗੁਰ ਕਰਤਾਰ, ਬੇਲੀ ਨਾਮ ਮਿੱਤਰ ਦਾ ਹੈ। ਜਿਨ੍ਹਾਂ ਦਾ ਮਿੱਤਰ ਸਹਾਇਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ, ਉਹ ਫਿਰ ਹੋਏਗਾ ਬੇਲੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉਹ ਸਹਾਇਤਾ ਕਰੇਗਾ ਤੇਰਾ ਬੇਲੀ, ਫਿਰ ਉਹ ਹੋਏਗਾ ਗੁਰੂ ਸਰੂਪ ਗੁਰ ਚੇਤਨ ਕਰਤਾਰ, ਜਿਹੜਾ ਸੰਸਾਰ ਨੂੰ ਕਰ ਨਾਮ ਹੱਥਾਂ ਦਾ ਤਾਰ, ਪ੍ਰਾਣਾਂ ਦੀ ਡੋਰ ਜਿਨ੍ਹਾਂ ਦੇ ਹੱਥਾਂ ਵਿੱਚ ਹੈ। ਜਾਂ ਫਿਰ ਕਰਤਾਰ ਦਾ ਸਰੂਪ ਗੁਰੂ, ਜਿਨ੍ਹਾਂ ਦਾ ਬੇਲੀ ਹੋਏਗਾ ਗੁਰੂ ਨਾਨਕ। ਆਪ ਛੁਟਾਏ ਛੁੱਟੀਐ, ਆਪ ਛੁਟਾਏ ਛੁੱਟੀ ਹੈ। ਕਹਿੰਦੇ ਜੇਕਰ ਪਰਮੇਸ਼ਰ ਆਪ ਹੀ ਬੰਧਨਾਂ ਤੋਂ ਛਡਾਉਣਾ ਚਾਹੇ ਤਾਂ ਛੁੱਟੀ ਹੈ। ਜੇ ਆਪ ਹੀ ਵਾਹਿਗੁਰੂ ਜੰਮਣ ਮਰਨ ਦੇ ਦੁੱਖਾਂ ਤੋਂ ਛਡਾਉਣਾ ਚਾਹੇ ਤਾਂ ਛੁੱਟੀ ਹੈ, ਤਾਂ ਛੁਟਕਾਰਾ ਹੁੰਦਾ ਹੈ। ਨਹੀਂ ਤਾਂ ਬੰਧਨ ਪਏ ਰਹਿੰਦੇ ਹਨ। ਆਪੇ ਬਖਸ਼ਣਹਾਰ, ਪਰਮੇਸ਼ਰ ਆਪ ਹੀ ਗੁਰੂ ਦੀ ਸ਼ਰਨ ਵਿੱਚ ਪਾ ਕੇ ਜੀਵ ਨੂੰ ਗੁਨਾਹਾਂ ਤੋਂ ਬਖਸ਼ਣ ਵਾਲਾ ਹੈ। ਉਹ ਬਖਸ਼ਣ ਵਾਲਾ ਹੈ, ਗੁਨਾਹ ਬਖਸ਼ ਦਿੰਦਾ ਹੈ। ਆਪ ਹੀ ਗੁਰਾਂ ਦੁਆਰਾ ਨਾਮ ਦੀ ਦਾਤ ਬਖਸ਼ਣ ਵਾਲਾ ਹੈ ਜੀ। ਮਨੁੱਖ ਜਾਣੈ ਆਪਣੇ, ਇਹ ਸਾਰੀ ਪੜ੍ਹਦੇ ਜੀ। ਧੀਆ ਪੁੱਤ ਸੰਜੋਗ, ਕਹਿੰਦੇ ਕਰਮਾਂ ਦੇ ਅਨੁਸਾਰ ਧੀਆਂ ਨਾਮ ਹੈ ਬੇਟੀਆਂ ਦਾ। ਜੇ ਬੇਟੀ ਮਿਲੀ ਹੈ ਕਰਮਾਂ ਅਨੁਸਾਰ ਮਿਲੀ ਹੈ। ਪੂਤ ਪੁੱਤਰ ਜੇ ਬੇਟਾ ਮਿਲਿਆ ਉਹ ਵੀ ਕਰਮਾਂ ਅਨੁਸਾਰ ਮਿਲਿਆ। ਸੰਜੋਗ ਹੈ, ਸੰਜੋਗੀ ਕਰਮ ਹੈ। ਇਹ ਦੋ ਤਰ੍ਹਾਂ ਦਾ ਕਰਮ ਹੈ। ਸੰਜੋਗੀ ਕਰਮ ਆ ਜਾਵੇ ਤਾਂ ਮਿਲਾਪ ਹੁੰਦਾ ਹੈ, ਵਿਜੋਗੀ ਕਰਮ ਮੂਹਰੇ ਆ ਜਾਵੇ ਵਿਛੋੜਾ ਹੋ ਜਾਂਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਸੰਸਾਰ ਦਾ ਕੰਮ ਚਲਾਉਣ ਵਾਸਤੇ ਉਹਦੇ ਨੌਕਰ ਨੇ ਰੱਬ ਦੇ ਚਲਾ ਰਹੇ ਨੇ। ਤੇ ਇਸ ਕਰਕੇ ਇਹ ਜਿਹੜਾ ਸੰਜੋਗ ਮਿਲਾਪ ਹੋਇਆ ਹੈ ਧੀਆਂ ਪੁੱਤਰਾਂ ਦੇ ਨਾਲ, ਇਹਨਾਂ ਨੂੰ ਜਿਹੜਾ ਮਨਮੁਖ ਹੈ ਇੰਨਾ ਹੀ ਫਰਕ ਹੈ। ਮਨਮੁਖ ਜਾਣੈ ਆਪਣੇ, ਉਹ ਜਾਣ ਬੈਠਾ ਕਿ ਇਹ ਮੇਰੇ ਨੇ। ਤੇ ਇਹ ਜਿਹੜਾ ਗੁਰਮੁਖ ਹੈ ਉਹ ਜਾਣਦਾ ਵੀ ਇਹ ਕਰਮ ਹੈ ਮੇਰਾ। ਮਨਮੁਖਾਂ ਦੇ ਘਰ ਪੁੱਤਰ ਪੈਦਾ ਹੁੰਦਾ, ਕਹਿੰਦਾ ਉਹ ਪੁੱਤਰ ਜੰਮਿਆ ਵਧਾਈਆਂ ਵੰਡਦਾ ਹੈ। ਜੇ ਬ੍ਰਹਮ ਗਿਆਨੀਆਂ ਦੇ ਘਰ ਔਲਾਦ ਪੈਦਾ ਹੋਏ, ਕਹਿੰਦਾ ਵੀ ਕਰਮ ਪੈਦਾ ਹੋਇਆ। ਜੇ ਮਾੜਾ ਕਰਮ ਹੋਊਗਾ ਦੁੱਖ ਦੇਊਗਾ ਵੱਡਾ ਹੋ ਕੇ, ਜੇ ਚੰਗਾ ਕਰਮ ਹੋਊਗਾ ਮੇਰੀ ਸੇਵਾ ਕਰੂਗਾ, ਪਰ ਮੇਰਾ ਕਰਮ ਹੈ ਕਿਸੇ ਦਾ ਨਹੀਂ। ਇਸ ਕਰਕੇ ਇਹ ਮਨਮੁਖ ਜਾਣੈ ਆਪਣੇ, ਮਨਮੁਖ ਆਪਣੇ ਜਾਣੈ। ਦੂਸਰਾ ਅਰਥ ਇਹਦਾ ਹੈ ਮਨਮੁਖ ਜਾਣੈ ਆਪਣੇ। ਮਨਮੁਖ ਆਪਣੇ ਮੰਨੀ ਬੈਠਾ। ਕੀ ਮੰਨੀ ਬੈਠਾ? ਤ੍ਰਿਸ਼ਨਾ ਰੂਪੀ ਦਾ ਧੀ ਹੈ, ਕਹਿੰਦਾ ਮੇਰੀ ਹੈ ਇਹ, ਛੱਡਦਾ ਨਹੀਂ ਤ੍ਰਿਸ਼ਨਾ ਨੂੰ। ਮਮਤਾ ਕਰਦਾ ਜਿਵੇਂ ਧੀ ਦੀ ਮਮਤਾ ਬਾਪ ਕਰਦਾ ਹੈ। ਤੇ ਪੂਤ ਪੁੱਤਰ ਕੌਣ ਹੈ? ਲੋਭ ਰੂਪੀ ਪੁੱਤਰ ਹੈ, ਕਹਿੰਦਾ ਇਹ ਵੀ ਮੇਰਾ, ਛੱਡਦਾ ਨਹੀਂ ਲੋਭ ਨੂੰ। ਧੀਆਂ ਪੁੱਤਰਾਂ ਦੀ ਤਰ੍ਹਾਂ ਤ੍ਰਿਸ਼ਨਾ ਰੂਪੀ ਧੀ ਬਣਾਈ ਬੈਠਾ ਹੈ ਤੇ ਲੋਭ ਰੂਪੀ ਪੁੱਤਰ ਨੂੰ ਕਹਿੰਦਾ ਮੇਰੇ ਨੇ, ਵੀ ਮੈਂ ਛੱਡਦਾ ਨਹੀਂ। ਇੱਕ ਸਾਧ ਸੰਜੀਵ ਪੁੱਤਰ ਨੇ, ਸਮਾਜ ਦੇ ਵਿੱਚ ਹੈ ਇਹ ਜਿਹੇ ਨਲਾਇਕ ਪੁੱਤਰ, ਉਹਨੇ ਬਾਪ ਨੂੰ ਕੁੱਟਿਆ। ਕਾਫੀ ਦੇਰ ਦੀ ਗੱਲ ਹੈ। ਉਹ ਕੁੱਟਣ ਤੋਂ ਬਾਅਦ ਕਿਸੇ ਸ਼ਰੀਕ ਨੇ ਮਿਹਣਾ ਮਾਰਿਆ, ਕਹਿੰਦਾ ਓਏ ਤੇਰੇ ਤਾਂ ਪੁੱਤ ਨੇ ਤੈਨੂੰ ਕੁੱਟਿਆ। ਕਹਿੰਦਾ ਜੇ ਮੇਰਾ ਤਾਂ ਹੀ ਕੁੱਟਿਆ, ਕਹਿੰਦਾ ਬਗਾਨੇ ਨੇ ਤਾਂ ਨਹੀਂ ਕੁੱਟਿਆ। ਕਿ ਇੰਨਾ ਮੋਹ 'ਚ ਫਸੇ ਹੋਏ ਨੇ ਲੋਕ। ਤੋ ਇਸ ਕਰਕੇ ਸਾਧ ਸੰਜੀ ਇਹ ਹੈ ਸੰਜੋਗ, ਕੋਈ ਕਿਸੇ ਦਾ ਨਹੀਂ ਹੈ, ਸਭ ਕਰਮ ਹੈ ਆਪਣਾ। ਆਪਣੇ ਕਰਮਾਂ ਤੇ ਧਿਆਨ ਰੱਖਣਾ ਚਾਹੀਏ। ਨਾਰੀ ਦੇਖ ਵਿਗਾਸੀ ਹੈ, ਤੇ ਇਸ ਤਰ੍ਹਾਂ ਭਾਈ ਵਿਗਾਸੀ ਹੈ ਪਾਠ ਹੀ ਉਚਾਰਨ ਕਰਨਾ ਜਿਵੇਂ। ਤੇ ਇਸ ਕਹਿੰਦੇ ਇਹ ਨਾਰੀ ਇਸਤਰੀ ਨੂੰ ਦੇਖ ਕੇ ਖੁਸ਼ ਹੋ ਰਿਹਾ ਕਿ ਮੇਰੀ ਘਰ ਵਾਲੀ ਹੈ, ਬੜਾ ਖਿੜ ਜਾਂਦਾ ਹੈ ਵਾਸ਼ਨਾ ਦੇ ਸਹਿਤ ਹੋ ਕੇ। ਨਾਲੇ ਹਰਖ ਸੋ ਸੋਗ, ਪਰ ਇਹ ਨਹੀਂ ਇਹਨੂੰ ਪਤਾ ਵੀ ਇਹਦੇ ਨਾਲ ਖੁਸ਼ੀ ਤੇ ਗਮੀ ਵੀ ਨਾਲ ਹੀ ਹੈ। ਮਾੜੀ ਵਾਸ਼ਨਾ ਉੱਠੀ ਉਹਦੀ ਪੂਰਤੀ ਲਈ ਤੇ ਆਪਣਾ ਜੀਵਨ ਸਾਥੀ ਇਸਤਰੀ ਸਾਹਮਣੇ ਹੋਈ ਖੁਸ਼ ਹੋ ਗਿਆ ਵੀ ਮੇਰੀ ਘਰ ਵਾਲੀ ਹੈ। ਤੇ ਉਹਨੂੰ ਦੇਖ ਕੇ ਵਿਗਾਸੀ ਹੈ ਖੁਸ਼ੀ ਹੋ ਕੇ ਇਹਦੇ ਨਾਲ, ਪਰ ਇਹ ਨਹੀਂ ਪਤਾ ਉਹਨੂੰ ਤੇ ਸੋਗ ਗਮ ਵੀ ਨਾਲ ਹੀ ਹੈ। ਨਾਲੇ ਨਾਲ ਹੈ ਇਹਦੇ ਗਮ। ਉਹ ਗਮ ਕਿਵੇਂ ਹੈ? ਜਿਹਦੇ ਨਾਲ ਇੰਨਾ ਸਨੇਹ ਕਰਦਾ ਸੀ, ਜਿਵੇਂ ਭਰਤਰੀ ਨੇ ਆਪਣੀ ਰਾਣੀ ਦੇ ਨਾਲ ਸਨੇਹ ਕੀਤਾ ਸੀ, ਪਰ ਉਹ ਹਥਵਾਨ ਦੇ ਨਾਲ ਰਲ ਗਈ। ਇਸ ਕਰਕੇ ਭਰਤਰੀ ਉਸ ਵੇਲੇ ਸੋਗ ਦੇ ਸਹਿਤ ਗ੍ਰਸਿਆ ਗਿਆ।
ਕੱਲੇ ਭਰਥਰੀ ਦੀ ਬਾਤ ਨਹੀਂ, ਸੰਸਾਰ ਦੇ ਵਿੱਚ ਹਜ਼ਾਰਾਂ ਲੱਖਾਂ ਨੇ ਇਸੇ ਤਰ੍ਹਾਂ ਦਾ। ਤੋ ਇਸ ਕਰਕੇ ਇਹ ਹਰਖ ਜਿੱਥੇ ਖੁਸ਼ ਹੋਣਾ ਤੂੰ, ਸੋਗ ਵੀ ਨਾਲ ਹੀ ਹੈ। ਜਦੋਂ ਕੁਕਰਮ ਕਰਦੀ ਦੇਖੀ ਉਦੋਂ ਫਿਰ ਗਮ ਵੀ ਹੋ ਗਿਆ। ਕਦੇ ਗਮੀ ਬਣੀ ਰਹਿੰਦੀ ਹੈ, ਕਦੇ ਬਈ ਖੁਸ਼ੀ ਹੋ ਜਾਂਦੀ ਹੈ ਪਰਿਵਾਰ ਦੀ। ਬੱਚਾ ਜੰਮਿਆ, ਵਧਾਈਆਂ ਹੋ ਗਈਆਂ। ਕਰਮਾਂ ਦੇ ਅਨੁਸਾਰ ਬੱਚਾ ਮਰ ਗਿਆ, ਕਹਿ ਕਹਿ ਰੋਵੇ ਬਾਲ ਰੰਗੀਲਾ, ਫਿਰ ਰੋਂਦਾ ਹੈ। ਇਸ ਤਰ੍ਹਾਂ ਦਾ ਹਰਖ ਸੋਗ। ਜਾਂ ਫਿਰ ਮਾਇਆ ਰੂਪ ਨਾਰੀ ਇਸਤਰੀ ਹੈ, ਇਹ ਜਿਹੜੀ ਮਾਇਆ, ਮਾਇਆ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ। ਜੇ ਮਿਲੇ ਤਾਂ ਖੁਸ਼ੀ ਹੋ ਗਿਆ, ਤੇ ਜੇ ਕਿਤੇ ਚਲੀ ਗਈ ਫਿਰ ਗਮ ਹੋ ਗਿਆ। ਮਾਟੀ ਕੋ ਪੁੱਤਰਾ ਕੈਸੇ ਨਚਦਾ ਹੈ, ਉਹ ਨਚ ਰਿਹਾ, ਮਾਇਆ ਨਚਾ ਰਹੀ ਹੈ। ਇਹ ਅਵਸਥਾ ਵੀ ਹੋ ਜਾਂਦੀ ਹੈ। जब कुछ पावे तब गर्व करता है, माया गई तब रोवन लगता है। रोंदे देखे गए तां मार मार के। गुरमुख शब्द रंगावले, पर इस तो उल्ट जिहड़े गुरमुख न, असली मनोरथ उन्हां दा की है कि गुरु दे शब्द उपदेश च लग के अपने मन नूं नाम दे रंग विच रंग लिया। जिन्हां ने प्रेम दे रंग विच, वाहिगुरु दे नाम दे रंग विच ईसरी रंगावले आनंदित हो रहे हन। ਜਿਹੜੇ ਐਸੇ ਹਨ ਅਨਸ ਹਰ ਰਸ ਭੋਗ, ਉਹ ਦਿਨ ਰਾਤ ਹਰੀ ਪਰਮੇਸ਼ਰ ਦੇ ਪ੍ਰੇਮ ਰਸ ਨੂੰ, ਆਤਮਿਕ ਆਨੰਦ ਨੂੰ ਭੋਗਣਾ ਨਾ ਮੰਨਣ ਦਾ ਹੁੰਦਾ ਹੈ, ਮਾਣਦੇ ਹਨ। ਚਿਤ ਚੱਲੇ ਵਿਤ ਜਾਵਨ, ਇਹ ਜੀਵ, ਇਹ ਜਿਹੜਾ ਬਿਤ ਹੈ, ਬਿਤ ਨਾਮ ਧਨ ਦਾ ਹੈ, ਤੇਰਾ ਚਿੱਤ ਲੱਗਿਆ ਹੋਇਆ ਇਹਦੇ ਨਾਲ। ਬਿਤ ਧਨ ਦੇ ਨਾਲ ਚਿੱਤ ਤੇਰਾ ਲੱਗਿਆ ਹੋਇਆ ਹੈ, ਪਰ ਇਹ ਧਨ ਜਾਵਣੋਂ ਚਲੇ ਜਾਣ ਵਾਲਾ ਹੈ। ਇਹ ਤੈਨੂੰ ਸੋਝੀ ਹੋਣੀ ਚਾਹੀਦੀ ਹੈ। ਚੇਤਨ ਮਾਇਆ, ਇਸਤਰੀ ਪੁੱਤਰ ਆਦਿ ਚਲੇ ਜਾਣਗੇ। ਬਿਤ ਧਨ ਜਿਹੜਾ ਜੜ ਰੂਪ ਹੈ ਉਹ ਵੀ ਜਾਵਣੋਂ ਚਲੇ ਜਾਣ ਵਾਲਾ ਹੀ ਹੈ। ਤੈਨੂੰ ਇਹ ਸੋਝੀ ਹੋਣੀ ਚਾਹੀਦੀ ਹੈ। ਸਾਖਤ ਡੋਲ ਡੋਲਾਏ, ਸਾਖਤ ਹੁੰਦਾ ਕਠੋਰ ਚਿੱਤ, ਤੇ ਜਿਹੜਾ ਸਖਤੀ ਦੇ ਉਪਾਸ ਨੂੰ ਵੀ ਕਹਿੰਦੇ ਆ ਬੇਮੁਖ ਪੁਰਸ਼ ਜਿਹੜਾ, ਉਹ ਧਨ ਨਾਲ ਬਹੁਤ ਪ੍ਰੀਤੀ ਕਰਦਾ ਹੈ। ਧਨ ਕਰਕੇ ਮਨ ਨੂੰ ਡੁਲਾਉਂਦਾ ਫਿਰਦਾ ਹੈ। ਦੂਸਰੇ ਦਾ ਧਨ ਦੇ ਕੇ ਚੋਰੀ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ, ਚੱਕਣ ਨੂੰ ਤਿਆਰ ਹੋ ਜਾਂਦਾ ਹੈ, ਠੱਗੀ ਮਾਰਨ ਨੂੰ ਤਿਆਰ ਹੋ ਜਾਂਦਾ ਹੈ। ਜਿਵੇਂ ਚੰਡੋਲ ਜਿਹੜਾ 4 ਫੇਰੇ ਚੱਕਰ ਕੱਢਦਾ ਫਿਰਦਾ ਹੁੰਦਾ ਹੈ। ਸਾਖਤ ਦੁਆਰੇ ਬੋਲਦੇ ਜੀ, ਸਾਖਤ ਡੋਲ ਡੋਲਾਏ, ਸਾਖਤ ਡੋਲ ਡੋਲਾਏ। ਤੇ ਐਸੇ ਜਿਹੜੇ ਸਾਖਤ ਪੁਰਸ਼ ਨੇ ਉਹਨਾਂ ਦਾ ਚੰਡੋਲ ਦੀ ਤਰ੍ਹਾਂ ਚੱਕਰ ਕੱਟਦਾ ਮਨ, 4 ਛਪੇਰੇ ਮਾਇਆ ਦਾ ਡੁਲਾਇਆ ਹੋਇਆ ਡੋਲਦਾ ਫਿਰਦਾ ਹੈ। ਸਾਖਤ ਪੁਰਸ਼ 4 ਛਪੇਰੇ ਕੀ ਹੈ, ਪਦਾਰਥਾਂ ਦੇ ਵਿੱਚ ਚਿੱਤ ਨੂੰ ਡੁਲਾਉਂਦਾ ਫਿਰਦਾ ਹੈ। ਪਰਾਇਆ ਸਰੂਪ ਦੇਖਿਆ ਉੱਥੇ ਡੋਲ ਗਿਆ ਮਨ, ਇਹ ਡੋਲਦਾ ਫਿਰਦਾ ਹੈ ਹਰ ਵਕਤ। ਸੁੰਦਰ ਮਕਾਨ ਕਿਸੇ ਦਾ ਦੇਖਿਆ ਉਹਦੇ ਤੇ ਡੋਲ ਗਿਆ ਵੀ ਮੇਰਾ ਮਨ ਮੇਰੇ ਕੋਲ ਕਿਉਂ ਨਹੀਂ ਹੈ। ਹਰ ਵਕਤ ਇਸ ਤਰ੍ਹਾਂ ਡੋਲਦਾ ਫਿਰਦਾ ਜਿਹੜਾ ਭਗਤੀ ਤੋਂ ਖਾਲੀ ਹੈ। ਬਾਹਰ ਢੂੰਡੇ ਉੱਚੀ ਹੈ, ਦੂਸਰੇ ਸਥਾਨਾਂ ਦੇ ਉੱਤੇ, ਦੂਜੇ ਮੁਲਕਾਂ 'ਚ ਢੂੰਡ ਲੱਭਦਾ ਫਿਰਦਾ ਹੈ ਮਾਇਆ। ਇੱਥੋਂ ਮਿਲ ਜਾਏ, ਇੱਥੋਂ ਮਿਲ ਜਾਏ। ਉਹਦੇ 'ਚ ਬਿਗੁਚੀ ਹੈ, ਖਰਾਬ ਹੀ ਹੋ ਰਿਹਾ, ਬਿਗੋਚਾ ਹੀ ਹੋ ਰਿਹਾ ਹੈ, ਘਾਟਾ ਹੀ ਪੈ ਰਿਹਾ ਹੈ, ਕਿਉਂਕਿ ਕਰਮ ਸਾਥ ਨਹੀਂ ਦਿੰਦੇ। ਕਰਮ ਹੈ ਵਸਤ ਸੁਥਾਏ, ਇਹ ਜੀਵ ਤੇਰੇ ਘਰ ਅੰਤਿਸ਼ ਕਰਨ ਦੇ ਮਹਿ ਵਿੱਚ ਆਤਮਾ ਰੂਪ ਕੀਮਤੀ ਵਸਤੂ ਪਈ ਹੈ। ਉਹ ਤਾਂ ਕਦੇ ਲੱਭੀ ਨਹੀਂ। ਤੇ ਪ੍ਰਦੇਸ਼ਾਂ 'ਚ ਮਾਇਆ ਲੱਭਣ ਤੁਰ ਗਿਆ ਤੂੰ। ਉਹਨੂੰ ਸਾਧ ਸੰਗਤ ਰੂਪੀ ਸੁਥਾਏ ਸ੍ਰੇਸ਼ਟ ਥਾਂ ਵਿੱਚੋਂ ਪ੍ਰਾਪਤ ਕਰ ਸਕਦਾ ਹੈ। ਮਨੁ ਕਹੋ ਮੈਂ ਕਰ ਮੁਸੀ, ਇਹ ਭਾਈ ਕਰਤੇ ਮੁਸੀ ਪਾਠ ਧਿਆਨ ਦੇ ਨਾਲ ਕਰਨਾ ਹੈ। ਤੇ ਸੰਯੁਗਤ ਬੀੜਾਂ ਦੇ ਉੱਤੇ ਜਦੋਂ ਪਾਠ ਕਰੋਗੇ ਵੀ ਤੇ ਕਰਮ ਸੀ ਨਾ ਬਣ ਜਾ ਕਿਤੇ। ਕਰ ਮੁਸੀ, ਕਰ ਲੈਦਾ, ਮੁਸੀ ਲੈਦਾ। ਤੋ ਇਸ ਕਰਕੇ ਦਾ ਪਾਠ ਦਾ ਜਿਹੜੇ ਮਨਮੁਖ ਸ੍ਰਿਸ਼ਟੀ ਆ ਜਿਹੜੀ ਮਨਮੁਖਾਂ ਦੀ, ਤੇ ਉਹ ਬਿਰਤੀ ਕੈਸੀ ਆ ਉਹਨਾਂ ਦੀ। ਇਹ ਹਉਮੈ ਹੰਗਤਾ ਦਾ ਨਾਮ ਹੈ। ਹੰਗਤਾ ਕਰਕੇ ਘਰ ਇੱਥੇ ਲੱਗ ਗਿਆ, ਹੰਗਤਾ ਕਰਕੇ ਮੁਸੀ ਲੁੱਟੀ ਗਈ ਹੈ। ਤੇ ਜਿਹੜੇ ਗੁਰਮੁਖ ਉਹਨਾਂ ਦੇ ਕੈਸੇ ਹਿਰਦੇ ਨੇ ਦੱਸਦੇ ਨੇ। ਗੁਰਮੁਖ ਪੱਲੇ ਪਾਏ, ਤੇ ਗੁਰਮੁਖਾਂ ਦੇ ਹਿਰਦੇ ਰੂਪੀ ਝੋਲੀ ਦੇ ਵਿੱਚ ਪਰਮੇਸ਼ਰ ਦਾ ਨਾਮ ਪਾਇਆ ਜਾਂਦਾ ਹੈ। ਤੋ ਇਸ ਕਰਕੇ ਐਸੇ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਦੇ ਬੜੇ ਉਹਨਾਂ ਨੇ ਭੇਦ ਰੱਖਿਆ। ਭਾਵੇਂ ਵਿਆਕਰਨ ਤੋਂ ਕੰਮ ਲਿਆ, ਪਰ ਵਿਆਕਰਨ ਦੇ ਅਨੁਸਾਰ ਨਹੀਂ ਹੈ ਬਾਣੀ। ਤੋ ਇੱਥੇ ਜਿਹੜਾ ਮੁਸੀ ਪਾਠ ਕਰਨਾ ਤੇ ਕਰਮ ਸੀ ਐਸਾ ਜਿਹੜਾ ਵੀ ਨਹੀਂ ਕਰਨਾ, ਇਹਦਾ ਭਾਵ ਕੀ ਹੈ। ਜਿੱਥੇ ਕਰਮ ਦਾ ਵਾਚਕ ਆਏਗਾ ਨਾ,
ਵੀ ਕਾ ਤਾਂ ਕਰਮ ਤੋਂ ਰੋਕਿਆ। ਜਿੱਥੇ ਕਰਮ ਦਾ ਵਾਚਕ ਪਾਠ ਹੁੰਦਾ ਉੱਥੇ ਰਾਰਾ ਮੁਕਤਾ ਹੁੰਦਾ ਹੈ, ਇੱਥੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ। ਇਸ ਕਰਕੇ ਕਰਮ ਉਸੀ ਪਾਠ ਜਿਹੜਾ ਤਾਂ ਸੁੱਧ ਮੰਨਿਆ ਗਿਆ। ਇਹ ਥੋੜੇ ਜਿਹੇ ਵਿਆਕਰਨ ਦੀ ਝਲਕ ਦਿਖਾਈ ਗਈ ਹੈ ਇੱਥੇ। ਸੋ ਮਹਾਰਾਜ ਸਾਹਿਬ ਜੀ ਆਪਣੇ ਭਾਣੇ ਦੇ ਮਾਲਕ ਹਨ ਭਾਈ। ਸੁਤੰਤਰ ਹੈ ਬਾਣੀ ਤਾਂ, ਪਰ ਜਿੱਥੇ ਭੇਦ ਹੋਣ ਵਿਆਕਰਨ ਦੇ ਸਮਝ ਲੈਣੇ ਚਾਹੀਦੇ ਨੇ। ਸਾਖਤ ਨਿਰਗੁਣ ਆਰਿਆ, ਇਹ ਗੁਣਾ ਤੋਂ ਰਹਿਤ ਸਾਖਤ ਸ਼ਕਤੀ ਦੇ ਉਪਾਸਕ, ਦੇਵੀ ਦੇਵਾਂ ਦੇ ਉਪਾਸਕਾ, ਤੂੰ ਆਪਣੇ ਆਪ ਨੂੰ ਕਦੇ ਪਛਾਣ। ਆਪਣਾ ਮੂਲ ਪਛਾਣ। ਮੂਲ ਕੀ ਹੈ? ਮੁੱਢ। ਆਤਮ ਸਰੂਪ ਨੂੰ ਪਛਾਣਨਾ ਕਰ, ਤੇ ਤੂੰ ਆਪਣੇ ਉਹਨੂੰ ਤਾਂ ਪਛਾਣਦਾ ਨਹੀਂ ਹੈ, ਪਹਿਚਾਣ ਨਹੀਂ ਕਰਦਾ, ਸਿਆਣਦਾ ਨਹੀਂ ਹੈ। ਸਰੀਰ ਦਾ ਤੂੰ ਹੰਕਾਰ ਕਰਦਾ ਹੈ। ਮੂਲ ਤੇਰਾ ਕੀ ਹੈ? ਤੂੰ ਤਾਂ ਚੇਤਨ ਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਉਹ ਨਹੀਂ ਕਦੇ ਪਛਾਣਿਆ। ਪਛਾਣ ਤਾਂ ਹੋਵੇ ਜੇ ਨਿਗਾਹ ਕੰਮ ਕਰਦੀ ਹੋਵੇ। ਬੈਰਾਗ ਬਵੇ ਤੇ ਨੇਤਰ ਨਹੀਂ ਹੈ। ਜੇ ਨੇਤਰ ਹੈਗੇ ਤਾਂ ਧੁੰਦਲੇ ਹੋਏ ਬਿਨ। ਫਿਰ ਗੁਰੂ ਗਿਆਨ ਦਾ ਅੰਜਨ ਪਾ ਕੇ ਸੁਰਮਾ ਨੇਤਰ ਸਾਫ਼ ਕਰਨਗੇ ਤਾਂ ਦਿਸਣ ਲੱਗੂਗਾ ਤੈਨੂੰ। ਇਹ ਭਾਵ ਦੱਸਦੇ ਹਨ ਜੇ ਰਗਤ ਬਿੰਦ ਕਾ ਇਹੋ ਤਨ, ਜਿਹੜੇ ਸਰੀਰ ਦਾ ਹੰਕਾਰ ਕਰਦਾ ਹੈ, ਇਹ ਤੈਨੂੰ ਸਰੀਰ ਹੈ ਜਿਹੜਾ, ਇਹਨੂੰ ਜਿਹਨੂੰ ਆਪਣਾ ਮੰਨੀ ਬੈਠਾ ਹੈ ਤੂੰ, ਇਹ ਤਾਂ ਤੇਰੇ ਰਹਿਣ ਵਾਸਤੇ ਮਕਾਨ ਦਿੱਤਾ ਚਮੜੇ ਦਾ ਰੱਬ ਨੇ। ਪੰਛੀਆਂ ਨੂੰ ਆਲਣੇ ਦਿੱਤੇ ਨੇ, ਬਹੁਤ ਸਾਰੇ ਜੀਵ ਨੇ ਜਿਹੜੇ ਉਹਨਾਂ ਨੂੰ ਧਰਤੀ ਖੁੱਡਾਂ ਦਿੱਤੀਆਂ ਨੇ। ਜਿਸ ਤਰ੍ਹਾਂ ਦਾ ਜੀਵ ਹੈ ਉਹਨੂੰ ਰਹਿਣ ਸਹਿਣ ਦਿੱਤਾ ਹੈ। ਤੇਰੀ ਮਾਂ ਦੀ ਰਗਤ ਖੂਨ ਲਹੂ ਤੇ ਪਿਤਾ ਦੀ ਬਿੰਦ ਜਿਹੜਾ ਵੀਰ ਹੈ, ਮਾਂ ਕੀ ਰਗਤ ਪਿਤਾ ਬਿਦ ਧਾਰਾ, ਮੂਰਤ ਸੂਰਤ ਕਰ ਆਪਾਰਾ, ਇਹ ਤਾਂ ਉਹਦਾ ਬਣਿਆ ਹੋਇਆ। ਇਹ ਤਨ ਜਿਹੜਾ ਇਹ ਬਣਿਆ ਹੋਇਆ ਸਰੀਰ ਪਿਤਾ ਦੀ ਬਿੰਦ ਔਰ ਮਾਤਾ ਦੇ ਅੰਸ਼ ਤੋਂ। ਇਸ ਕਰਕੇ ਮਾਤਾ ਦਾ ਸਤਿਕਾਰ ਤਾਂ ਕਿਉਂ ਜ਼ਿਆਦਾ ਸ਼ਾਸਤਰਾਂ ਨੇ ਕਿਹਾ, ਬੱਚੇ ਦੇ ਵਿੱਚ ਜਿੰਨਾ ਵੀ ਖੂਨ ਆ ਉਹ ਮਾਂ ਦੇ ਖੂਨ ਤੋਂ ਹੀ ਖੂਨ ਬਣਿਆ ਹੋਇਆ ਹੈ, ਤੇ ਹੈ ਪਿਤਾ ਦੀ ਅੰਸ਼ ਵੀ ਖੂਨ ਤੋਂ ਹੀ। ਖੂਨ ਤੋਂ ਅੱਗੇ ਜਾ ਕੇ ਸਾਸਵੀਂ ਬਿੰਦ ਬਣਦੀ ਹੈ। ਤੇ ਫਿਰ ਤੂੰ ਇਹ ਕਦੇ ਨਹੀਂ ਸੋਚਿਆ ਤੇਰਾ ਜਿਹੜਾ ਇਹ ਤਨ ਸਰੀਰ ਹੈ ਇਹ ਕਿਹੜੀ ਧਾਤੂਆਂ ਦਾ ਬਣਿਆ ਹੋਇਆ ਹੈ। ਅਗਨੀ ਪਾਸ ਪ੍ਰਾਣ, ਅੱਗ ਦੇ ਪਾਸ, ਪਾਸ ਦਾ ਅਰਥ ਹੈ ਕੋਲ, ਪ੍ਰਾਣ ਇਹਨੂੰ ਇੱਥੇ ਪਛਾਣਨ ਤੋਂ ਭਾਵ ਹੈ। ਇੱਕ ਤਾਂ ਇਹ ਅਰਥ ਬਣਦਾ ਇਹਦਾ, ਮਾਤਾ ਦੀ ਜਠਰਾ ਅਗਨੀ ਦੇ ਪਾਸ ਰੱਖ ਕੇ ਤੈਨੂੰ ਪਕਾਉਣਾ ਕੀਤਾ ਹੈ। ਘੁਮਿਆਰ ਭਾਂਡੇ ਬਿਨੋਂ ਪਾਉਂਦਾ, ਕੱਚੇ ਹੁੰਦੇ ਨੇ ਉਦੋਂ, ਫਿਰ ਉਹ ਆਵੀ ਦੇ ਵਿੱਚ ਪਕਾਉਂਦਾ ਉਹਨੂੰ ਮਿੱਠੀ ਮਿੱਠੀ ਅੱਗ ਦੇ ਕੇ, ਫਿਰ ਕਹਿੰਦਾ ਪੱਕੇ ਭਾਂਡੇ ਨੇ। ਤੇ ਸਾਡੇ ਜਿਸਮ ਨੂੰ ਜਠਰਾ ਅਗਨੀ ਦਾ ਸੇਕ ਦੇ ਦੇ ਕੇ ਮਾਤਾ ਦੇ ਉਦਰ ਦੇ ਜਿਹੜੀ ਜਠਰਾ ਅਗਨੀ ਆ ਉਹਦੇ ਨਾਲ ਪਕਾਇਆ। ਜਦੋਂ ਗਰਭ ਵਿੱਚ ਬੱਚਾ ਹੁੰਦਾ ਹੈ ਉਦੋਂ ਮਾਤਾ ਦੀ ਜਠਰਾ ਅਗਨੀ ਬਹੁਤ ਤੇਜ਼ ਹੁੰਦੀ ਹੈ। ਜਿਹੜੀਆਂ ਉਹ ਚੀਜ਼ਾਂ ਸੋਪੀ ਹਜਮ ਨਹੀਂ ਹੁੰਦੀਆਂ, ਬੰਦੇ ਦੇ ਹਜਮ ਨਹੀਂ ਹੋ ਸਕਦੀਆਂ, ਔਰਤ ਹਜਮ ਕਰ ਦੂ, ਕਿਉਂਕਿ ਜਠਰਾ ਅਗਨੀ ਤੇਜ਼ ਹੋਈ ਵੀ ਹੈ। ਪੁਰਾਤਨ ਸਮੇਂ ਦੀ ਤਾਂ ਐਸੀ ਰਮਾਇਣ ਹੈ ਵੀ ਰੋਡ ਚੱਬੇ ਵੀ ਹਜਮ ਹੋ ਜਾਂਦੇ ਨੇ ਉਸ ਵੇਲੇ, ਤੇ ਐਸੀ ਅਗਨੀ ਪਰਵਲ ਹੁੰਦੀ ਹੈ। ਫਿਰ ਤੇਰਾ ਜਿਹੜਾ ਸਰੀਰ ਹੈ ਤੈਨੂੰ ਐਵੇਂ ਪਕਾਉਣਾ ਕੀਤਾ। ਜੇ ਸਰੀਰ ਦੇ ਅੰਦਰ ਪਾਉਣ ਦਾ ਥੰਮਾ ਹੈ ਤੇਰੇ ਅਗਨੀ ਪਾਸ ਪ੍ਰਾਣ, ਤੂੰ ਆਪਣੇ ਸਰੀਰ ਨੂੰ ਇਸ ਤਰ੍ਹਾਂ ਪ੍ਰਾਣ ਪਛਾਨਣਾ ਕਰ ਕਿ ਜਲ ਕੀ ਭੀਤ ਪਵਨ ਕਾ ਥੰਬਾ, ਰਗਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸਿਆ ਵਿਚਾਰਾ। ਇਹਦੇ ਚ ਪੰਛੀ ਵਿਚਾਰਾ ਵਸ ਰਿਹਾ ਹੈ। ਪਵਨ ਕੈ ਵਸ ਦਿਹੋਰੀ, ਦਿਹੋਰੀ ਦੇਹ ਦਾ ਨਾਮ ਹੈ। ਉਹ ਪਵਨ, ਪੌਣ, ਹਵਾ ਸਵਾਸਾਂ ਦੇ ਵਸ ਵਿੱਚ ਰੱਖੀ ਹੋਈ ਹੈ। ਜਦੋਂ ਸਵਾਸ ਖਤਮ ਹੋ ਗਏ ਉਸੇ ਵੇਲੇ ਸਰੀਰ ਧੜਮ ਦੇ ਕੇ ਧਰਤੀ ਤੇ ਡਿੱਗ ਪੈਂਦਾ। ਕੀ ਹੋਇਆ? ਕਹਿੰਦੇ ਪ੍ਰਾਣ ਨਿਕਲ ਗਏ। ਖੜੇ ਖੜੇ ਦੇ ਪ੍ਰਾਣ ਨਿਕਲ ਜਾਂਦੇ, ਧਰਤੀ ਦੇ ਉੱਤੇ ਬਾਅਦ ਚ ਡਿੱਗਦਾ। ਇਹ ਭਾਣੇ ਵਰਤ ਜਾਂਦੇ ਹਨ। ਮਸਤਕ ਸੱਚ ਨਿਸ਼ਾਨ, ਜੋ ਤੇਰੇ ਮਸਤਕ ਮੱਥੇ ਦੇ ਉੱਤੇ ਨਿਸ਼ਾਨ ਨਾਮ ਲੇਖਦਾ, ਇੱਥੇ ਲੇਖ ਲੇਖਾ ਪਿਆ ਹੋਇਆ ਹੈ ਵੀ ਤੈਨੂੰ ਇੰਨਾ ਮਾਣ ਵਡਿਆਈ ਮਿਲੂਗੀ, ਜਸ ਮਿਲੂਗਾ, ਤੈਨੂੰ ਇੰਨੇ ਸੁੱਖ ਮਿਲਣਗੇ, ਇੰਨਾ ਤੈਨੂੰ ਫਲਾਣੇ ਟਾਈਮ ਦੁੱਖ ਮਿਲੂਗਾ। ਮਸਤਕ ਸੱਚ ਨਿਸ਼ਾਨ, ਇਹ ਤੂੰ ਨਿਸ਼ਚਾ ਕਰ ਲੈ ਇਹਦੇ ਤੇ। ਜੇ ਨਾਲ ਤੇਰਾ ਅੰਦਰ ਪਰਮੇਸ਼ਰ ਵਾਹਿਗੁਰੂ ਉਹ ਸਖਿਆਤਾਕਾਰ ਹੋ ਜਾਵੇ, ਤੈਨੂੰ ਪਤਾ ਚੱਲ ਜਾਏ ਵੀ ਇਹ ਸਰੀਰ ਝੂਠਾ ਹੈ, ਸਾਰਾ ਇਹ ਬਨਾਵਟ ਝੂਠੀ ਹੈ, ਕਾਹਦਾ ਕਾਹਦਾ ਬਣਿਆ ਹੋਇਆ, ਮਾਂ ਕੀ ਰਗਤ ਪਿਤਾ ਧਾਰਾ ਹੈ। ਤੇਰਾ ਸਨੇਹ ਵਾਹਿਗੁਰੂ ਦੇ ਨਾਲ ਹੋਣਾ ਚਾਹੀਦਾ ਹੈ, ਜਿਸ ਵਾਹਿਗੁਰੂ ਨੇ ਤੇਰੇ ਮੱਥੇ ਤੇ ਲੇਖ ਲਿਖੇ ਹੋਏ ਨੇ। ਕਰਮਾਂ ਅਨੁਸਾਰ ਸਭ ਕੁਝ ਪ੍ਰਾਪਤ ਹੁੰਦਾ ਹੈ। ਬਹੁਤਾ ਜੀਵਨ ਮੰਗੀਐ, ਤੇ ਕੋਈ ਬਹੁਤਾ ਜੀਵਨ ਜਿਉਣਾ ਮੰਗਦਾ ਹੈ
ਕਿ ਮੈਂ ਬਹੁਤ ਦੇਰ ਜਿਉਂਦਾ ਰਹਾ। ਬੜੇ ਯਤਨ ਕਰਦੇ ਆ ਲੋਕ ਜਿਉਂਦਾ ਰਹਿਣ ਵਾਸਤੇ। ਮੁਆ ਨਾ ਲੋੜੈ ਕੋਏ, ਤੇ ਕੋਈ ਵੀ ਮੁਆ ਮਰਨਾ ਲੋੜੇ ਨਾਲ ਚਾਹੁੰਦਾ ਹੈ, ਮਰਨਾ ਤਾਂ ਨਹੀਂ ਚਾਹੁੰਦਾ। ਤੇ ਜੇ ਕਿਸੇ ਨੂੰ ਮਰਨਾ ਕਹਿ ਦਈਏ, ਇਹਦੇ ਮਾਈਆਂ ਦੀ ਆਮ ਹੁੰਦੀ ਸੀ ਗੱਲ। ਸਿਆਣੀ ਮਾਈ ਦੇਖੀ ਗਿਆ ਉਹਨੂੰ ਜਾਣ ਕੇ, ਜੇ ਕੋਈ ਕਹਿ ਦਿੰਦਾ ਵੀ ਮਾਈ ਤੂੰ ਮਰ ਜਾਏ, ਬੁੱਢੀ ਹੋਈ ਸੀ ਫੜਾਕ ਦੇ ਕਹਿੰਦੀ ਤੂੰ ਮਰ ਜਾਏ ਮੈਂ ਕਿਉਂ ਮਰਾਂ, ਐ ਉਹਦੇ ਗਲ ਪੈ ਜਾਂਦੀ ਸੀ ਮਾਈ। ਤੇ ਜੇ ਕੋਈ ਜਿਉਂਦਾ ਰਹਿ ਖਿੜ ਜਾਂਦਾ ਵੀ ਮੈਨੂੰ ਅਸੀਸ ਦਿੱਤੀ ਆ ਵੀ ਜਿਉਂਦਾ ਰਹਿ। ਨਾ ਜਿਉਂਦਾ ਕਿਸੇ ਦੀ ਅਸੀਸ ਨਾਲ ਰਹਿਣਾ ਤੈਂ, ਨਾ ਕਿਸੇ ਦੇ ਗਾਲ ਕੱਢਣ ਨਾਲ ਮਰਨਾ ਤੈਂ। ਜਿੰਨਾ ਚਿਰ ਤੇਰੀ ਪਰਾ ਲੱਭਦਾ ਉਹਨਾਂ ਚਿਰ ਜਿਉਂਦਾ ਰਹੇਗਾ ਤੂੰ। ਪਰ ਮੁਆ ਨਾ ਲੋੜਾ ਕੋਈ ਵੀ ਮਰਨਾ ਨਹੀਂ ਚਾਹੁੰਦਾ ਹੈ। ਸੁਖ ਜੀਵਨ ਤਿਸ ਆਖੀਐ, ਸੁਖਾਂ ਦਾ ਜੀਵਨ ਤਿਸ ਉਸ ਗੁਰਮੁਖ ਜਨ ਦਾ ਆਖੀਐ ਕਹੀਦਾ ਹੈ। ਜਿਸ ਗੁਰਮੁਖ ਵਸਿਆ ਸੋਏ, ਜਿਸ ਦੇ ਹਿਰਦੇ 'ਚ ਗੁਰਮੁਖ ਦੇ ਗੁਰਾਂ ਦੀ ਸੰਗਤ ਦੁਆਰਾ ਸੋਏ, ਉਹ ਪਰਮੇਸ਼ਰ ਵਸ ਗਿਆ ਹਿਰਦੇ ਵਿੱਚ। ਨਾਮ ਵਿਹੂਣੇ ਕਿਆ ਗਣੀ, ਜਿਹੜੇ ਨਾਮ ਤੋਂ ਵਿਹੂਣੇ ਨਾਮ ਖਾਲੀ ਦਾ ਹੁੰਦਾ ਹੈ, ਜਿਹੜੇ ਨਾਮ ਤੋਂ ਖਾਲੀ ਨੇ ਹਿਰਦੇ, ਕਿਆ ਗਣੀ ਕੀ ਗਿਣਤੀ ਕਰੀਏ ਉਹਨਾਂ ਦੀ। ਉਹਨਾਂ ਬੇਲੋੜਿਆਂ ਦੀ ਗਿਣਤੀ ਨਹੀਂ ਕਰਨ ਦੀ ਲੋੜ, ਉਹ ਤਾਂ ਕਿਸੇ ਗਿਣਤੀ 'ਚ ਨਹੀਂ ਹੈ, ਰੱਬ ਦੀ ਗਿਣਤੀ 'ਚ ਨਹੀਂ, ਲੇਖੇ 'ਚ ਨਹੀਂ ਹੈ। ਜਿਸ ਹਰਿ ਗੁਰ ਦਰਸ਼ਨ ਨਾ ਹੋਏ, ਜਿਨ੍ਹਾਂ ਨੂੰ ਨਾ ਤਾਂ ਹਰੀ ਪਰਮੇਸ਼ਰ ਵਾਹਿਗੁਰੂ ਦੇ ਤੇ ਨਾ ਹੀ ਗੁਰੂ ਦੇ, ਜਾਂ ਫਿਰ ਜਿਹੜਾ ਗੁਰੂ ਹੈ ਗੁਰੂ ਨਾਨਕ ਸਾਹਿਬ, ਉਹ ਪਰਮੇਸ਼ਰ ਦਾ ਸਰੂਪ, ਉਹਦੇ ਦਰਸ਼ਨ ਨਹੀਂ ਪ੍ਰਾਪਤ ਹੁੰਦੇ। ਜੋ ਸੁਪਨੇ ਨਿਸ ਭੁੱਲੀਐ, ਹੁਣ ਪ੍ਰਮਾਣ ਦਿੰਦੇ ਆ ਜਿਹੜਾ ਸੌਖਾ ਸਮਝ ਲਈਏ ਅਸੀਂ। ਜਿਸ ਪ੍ਰਕਾਰ ਨਿਸ ਰਾਤ ਨੂੰ ਸੁਪਨਾ ਆਉਂਦਾ ਹੈ, ਸੁਪਨੇ ਦੇ ਵਿੱਚ ਅਸੀਂ ਭੁੱਲ ਜਾਂਦੇ ਹਾਂ। ਸੁਪਨੇ 'ਚ ਨਹੀਂ ਪਤਾ ਹੁੰਦਾ ਵੀ ਸੁਪਨਾ ਆ ਰਿਹਾ, ਸੱਚ ਲੱਗਦਾ, ਭੁੱਲਿਆ ਫਿਰਦਾ। ਇਹ ਉਨੀ ਦੇਰ ਤੱਕ ਭੁੱਲਿਆ ਹੀ ਰਹਿੰਦਾ ਹੈ ਜਬ ਲਗ ਨਿੰਦਰਾ ਹੋਏ। ਜਿੰਨੀ ਦੇਰ ਤੱਕ ਨਿੰਦਰਾ ਉਨੀ ਦੇਰ ਤੱਕ ਸੁਪਨਾ ਹੈ। ਸੁਪਨੇ ਦੇ ਪੱਲੇ ਕੁਝ ਨਹੀਂ, ਜਦੋਂ ਜਾਗ ਖੁੱਲ ਗਈ ਉਸੇ ਵੇਲੇ ਸਮਾਪਤ ਹੋ ਜਾਂਦਾ ਹੈ। ਜਿੰਨੀ ਦੇਰ ਤੱਕ ਨਿੰਦਰਾ ਹੈ ਉਨੀ ਦੇਰ ਤੱਕ ਹੈ। ਇਸੇ ਤਰ੍ਹਾਂ ਇਹ ਜੀਵ ਅਵਸਥਾ ਰੂਪੀ ਰਾਤ ਵਿੱਚ ਅਵਿਦਿਆ ਰੂਪੀ ਨੀਂਦ ਦੇ ਸਹਿਤ ਸੰਸਾਰ ਰੂਪੀ ਸੁਪਨਾ ਇਹਨੂੰ ਆ ਰਿਹਾ ਹੈ, ਉਹਦੇ ਵਿੱਚ ਭੁੱਲਿਆ ਫਿਰਦਾ ਹੈ। ਤੇ ਦੁੱਖ ਸੁੱਖ ਹੁੰਦਾ, ਕਿਤੇ ਖੁਸ਼ੀ ਕਿਤੇ ਗਮੀ ਸੁਪਨੇ 'ਚ ਹੁੰਦੀ ਹੈ ਸਾਰੀ ਇਹ। ਤੋ ਇਸ ਕਰਕੇ ਫਿਰ ਜਦੋਂ ਗਿਆਨ ਰੂਪੀ ਅਪਰੋਕਸ਼ ਗਿਆਨ ਪਰੋਕਸ਼ ਗਿਆਨ, ਇਹ ਜਦੋਂ ਜਾਗ ਖੁੱਲਦੀ ਹੈ, ਗਿਆਨ ਹੋਣਾ ਜਾਗ ਖੁੱਲਣੀ ਹੈ। ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੈ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ। ਤਾਂ ਕਿਹਾ ਮਾਰੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਅਸੀਂ ਸੁੱਤੇ ਪਏ ਹਾਂ, ਜੋ ਹੁਣ ਜਿਹਨੂੰ ਅਸੀਂ ਹੁਣ ਕਹਿੰਦੇ ਹਾਂ ਜਾਗਦੇ ਹਾਂ, ਅਸੀਂ ਹੁਣ ਵੀ ਸੁੱਤੇ ਪਏ ਹਾਂ, ਪਰ ਨੀਂਦ ਹੋ ਰਿਹਾ ਉਹ ਅਵਿਦਿਆ ਦੀ ਨੀਂਦ ਹੈ। ਸਾਨੂੰ ਸੰਸਾਰ ਦਾ ਸੁਪਨਾ ਆ ਰਿਹਾ ਹੈ। ਇਹੋ ਸਰਪਨ ਕਹਿ ਵਸ ਜੀੜਾ, ਤੇ ਇਉਂ ਕਹਿੰਦੇ ਇਸ ਤਰ੍ਹਾਂ ਹੈ ਇਹ। ਇਸੇ ਪ੍ਰਕਾਰ ਵੀ ਜੀੜਾ ਜੀਵ ਮਾਇਆ ਰੂਪੀ ਸਰਪਨ, ਨੰਨੇ ਨੂੰ ਸਿਹਾਰੀ ਲੱਗੀ ਆ ਦਾ ਅਰਥ ਦੀ ਸੱਪਨੀ ਬਣ ਜਾਊਗਾ। ਸਰਪਨ ਕੇ ਵਸ ਜੀੜਾ, ਤੇ ਜਾਂ ਫਿਰ ਬਹੁ ਵਚਨ ਬਣ ਜਾਂਦਾ ਹੈ। ਸਰਪਨ ਮਤਲਬ ਸੱਪ, ਤੇ ਸੱਪ ਇੱਕ ਹੋ ਗਿਆ, ਸਰਪਨ ਬਹੁਤੇ ਹੋ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸੱਪਾਂ ਦੇ ਬਸ ਅਧੀਨ ਹੈ ਸਾਡੀ ਜ਼ਿੰਦਗੀ। ਜਿਸ ਕਰਕੇ ਅੰਤਰ ਹਉਮੈ ਦੋਏ, ਜਿਸ ਕਰਕੇ ਹਿਰਦੇ ਦੇ ਅੰਦਰ ਹਉਮੈ ਹੰਗਤਾ ਤੇ ਦੋਏ ਦਵੈਸ਼ ਹੈ ਸਾਡੇ ਅੰਦਰ। ਜਾਂ ਫਿਰ ਇਉਂ ਸਮਝ ਲਓ ਜਿਵੇਂ ਸੱਪਾਂ ਵਿੱਚ ਦੋ ਮੂੰਹੇ ਸੱਪ ਹੁੰਦੇ ਨੇ, ਸਰਪਣੀ ਵੀ ਹੁੰਦੀ ਹੈ। ਇਹ ਜੀਵ ਨੂੰ ਰਾਗ ਦਵੈਸ਼ ਰੂਪੀ ਮਾਇਆ ਰੂਪੀ ਜਿਹੜੀ ਸੱਪਣੀ ਹੈ ਨਾ, ਦੋ ਮੂੰਹੀ ਸੱਪਣੀ ਚਿੰਬੜੀ ਹੋਈ ਹੈ। ਇਸ ਕਰਕੇ ਦੋ ਭੇਦ ਜੀਵ ਦੇ ਪਾ ਦਿੱਤੇ ਮਾਇਆ ਨੇ। ਈਸ਼ਵਰ ਅਲੱਗ ਹੈ ਕਿ ਜੀਵ ਅਲੱਗ ਹੈ। ਜੰਮਣਾ ਤੇ ਮਰਨਾ, ਲੋਕ ਤੇ ਪ੍ਰਲੋਕ, ਮਿੱਤਰ ਤੇ ਸ਼ਤਰੂ, ਸੁਖ ਤੇ ਦੁੱਖ, ਇਹ ਦੋਏ ਦੋ ਸਾਨੂੰ ਪ੍ਰਤੀਤ ਹੋਣ ਲੱਗ ਪਏ। ਗੁਰਮਤਿ ਹੋਏ ਵਿਚਾਰੀਐ, ਜੇਕਰ ਗੁਰੂ ਦੀ ਮੱਤ ਹਿਰਦੇ ਵਿੱਚ ਹੋਵੇ ਤਾਂ ਫਿਰ ਇਹ ਵਿਚਾਰ ਪ੍ਰਾਪਤ ਹੁੰਦੀ ਹੈ ਕਿ ਸੰਸਾਰ ਐਸਾ ਹੈ। ਸੁਪਨਾ ਇਹੋ ਜਗ ਲੋਏ, ਇਹ ਸੰਸਾਰ ਜਿਹੜਾ ਹੈ ਸੁਪਨਾ ਹੈ, ਜਗਤ ਲੋਏ। ਪ੍ਰਕਾਸ਼ ਇਹਦਾ ਜੋ ਦਿਸ ਰਿਹਾ ਹੈ ਸੁਪਨੇ ਦੀ ਨਿਆਈ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਹੈ। ਇਹ ਜਗ ਸੰਸਾਰ ਦੇ ਸਾਰੇ ਲੋਏ ਲੋਕ, ਬਾ ਤਿੰਨੇ ਲੋਕ ਸੁਪਨੇ ਦੀ ਨਿਆਈ ਹਨ। ਤੇ ਜਿਨ੍ਹਾਂ 'ਚ ਗੁਰਮਤਿ ਗੁਰਾਂ ਦੀ ਸਿੱਖਿਆ ਹੈ, ਉਹਨਾਂ ਨੂੰ ਗੁਰਮਤਿ ਦੀ ਵਿਚਾਰ ਪ੍ਰਾਪਤ ਹੋ ਗਈ ਹੈ। ਉਹ ਇਸ ਸੰਸਾਰ ਦਾ ਜੋ ਲੋਏ ਪ੍ਰਕਾਸ਼ ਰੂਪ ਕੌਣ ਹੈ? ਸਾਖੀ ਚੇਤਨ।
ਉਹਨੂੰ ਸਮਝ ਲੈਂਦੇ ਹਨ। ਅਗਨ ਮਰੈ ਜਲ ਪਾਈਐ। ਜਿਵੇਂ ਭਾਈ ਅੱਗ ਹੈ ਜਿਹੜੀ ਏ ਉਹ ਪ੍ਰਤੱਖ ਅੱਗ ਚੁੱਲ੍ਹੇ ਦੇ ਵਿੱਚ ਮਚਦੀ ਹੈ ਤੇ ਉਹਨੂੰ ਅੱਗ ਦੇ ਉੱਤੇ ਪਾਣੀ ਪਾ ਦਈਏ, ਪਾਣੀ ਪਾਉਣ ਦੇ ਨਾਲ ਅੱਗ ਮਰ ਜਾਂਦੀ ਹੈ, ਭਾਵ ਕਿ ਉਹ ਬੁਝ ਜਾਂਦੀ ਹੈ। ਇਸੇ ਪ੍ਰਕਾਰ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ ਉਹ ਸੰਤੋਖ ਰੂਪੀ ਪਾਣੀ ਪਾ ਦਈਏ ਤਾਂ ਬੁਝ ਜਾਂਦੀ ਹੈ, ਮਰ ਜਾਂਦੀ ਹੈ, ਮਿਟ ਜਾਂਦੀ ਹੈ। ਤੇ ਅੱਗੇ ਦੱਸਦੇ ਹਨ ਜੀ, ਜਿਉ ਬਾਰਕ ਦੁਧੈ ਮਾਏ। ਜਿਵੇਂ ਬਾਰਕ ਬੱਚੇ ਨੂੰ ਮਾਏ ਮਾਤਾ ਤੇ ਮਾਤਾ ਦਾ ਦੁੱਧ ਮਿਲ ਜਾਵੇ ਉਹ ਫਿਰ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ। ਇਸੇ ਪ੍ਰਕਾਰ ਬੱਚੇ ਦੀ ਨਿਆਈ ਸਾਡਾ ਮਨ ਹੈ। ਜੇਕਰ ਮਤ ਜਿਹੜੀ ਮਾਤਾ ਦੀ ਨਿਆਈ ਸ੍ਰੇਸ਼ਟ ਮਤ ਉਤਮ ਮਤ ਹਿਰਦੇ ਤੂੰ ਆਓ, ਜੇਕਰ ਉਹ ਸਾਡੇ ਕੋਲੋਂ ਨਿਸ਼ਕਾਮ ਕਰਨ ਨਾਲ ਕੋਈ ਦੁੱਧ ਮਿਲ ਜਾਏ ਨਾ ਸ੍ਰੇਸ਼ਟ ਮਾਤਾ ਦੇ ਕੋਲੋਂ, ਮਤ ਦੇ ਕੋਲੋਂ, ਤਾਂ ਤ੍ਰਿਪਤੀ ਹੋ ਜਾਂਦੀ ਹੈ। ਮਾਤਾ ਦੀ ਨਿਆਈ ਗੁਰੂ ਸਾਹਿਬ ਜੀ ਨੂੰ, ਮਨ ਬੱਚੇ ਦੀ ਨਿਆਈਆਂ ਸਾਡਾ ਜੇਕਰ ਉਪਦੇਸ਼ ਰੂਪੀ ਦੁੱਧ ਮਿਲ ਜਾਏ ਫਿਰ ਇਹ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ। ਬਿਨ ਜਲ ਕਮਲ ਸੋ ਨਾ ਥੀਐ। ਜਿਵੇਂ ਜਲ ਪਾਣੀ ਤੋਂ ਬਿਨਾਂ ਕਮਲ ਪੈਦਾ ਨਹੀਂ ਹੁੰਦਾ, ਜਲ ਪਾਣੀ ਤੋਂ ਬਗੈਰ ਅੱਗੇ ਵੀ 10 ਦਿਨ ਹੋਰ ਵੇ। ਬਿਨ ਜਲ ਮੀਨ ਮਰਾਏ। ਪਾਣੀ ਤੋਂ ਬਿਨਾਂ ਮੱਛੀ ਨਹੀਂ ਬਚ ਸਕਦੀ। ਜਿਉਂ ਮੀਨਾ ਬਿਨ ਪਾਣੀ ਹੈ ਤਿਉਂ ਸਾਖਤ ਮਰੈ ਪਿਆਸ। ਜਾਂ ਫਿਰ ਪਾਣੀ ਤੋਂ ਬਿਨਾਂ ਜਿਹੜੀ ਮੱਛੀ ਹੈ ਤੜਫ ਤੜਫ ਕੇ ਜਾਨ ਦੇਂਦੀ ਹੈ। ਤੋ ਇਸੇ ਤਰ੍ਹਾਂ ਸਾਧ ਸੰਗੀ ਪ੍ਰੇਮ ਰੂਪੀ ਜਲ ਤੋਂ ਬਿਨਾਂ ਹਿਰਦੇ ਚ ਸ਼ੁਭ ਗੁਣਾ ਰੂਪੀ ਕੰਵਲ ਨਹੀਂ ਪੈਦਾ ਹੁੰਦਾ। ਨਾਮ ਰੂਪੀ ਜਲ ਤੋਂ ਬਿਨਾਂ ਬੁੱਧ ਰੂਪ ਮੱਛੀ ਜਿਹੜੀ ਹੈ ਮਰਾਏ ਮਰਦੀ ਹੈ। ਤੁਸੇ ਨਿਕਸੀ ਫੂਟ ਮਰਾਂ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਤੇ ਇਸ ਪ੍ਰਕਾਰ ਫਿਰ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 2 ਪ੍ਰਮਾਣ ਦਿੱਤੇ ਆ, ਕਮਲ ਦਾ ਤੇ ਮੱਛੀ ਦਾ, ਤਾਂ ਕਿ ਸਮਝ ਆ ਜਾਵੇ ਮੇਰੇ ਗੁਰਸਿੱਖ ਪਿਆਰਿਆਂ ਨੂੰ। ਨਾਨਕ ਗੁਰਮੁਖ ਹਰ ਰਸ ਮਿਲੈ। ਤੇ ਭਾਈ ਸਤਿਗੁਰੂ ਜੀ ਉਚਾਰਨ ਕਰਦੇ ਆ ਉਹਨਾਂ ਨੂੰ ਜਿਹੜੇ ਗੁਰਮੁਖ ਹਨ, ਹਰ ਪਰਮੇਸ਼ਰ ਦਾ ਨਾਮ ਜਪ ਕੇ ਆਤਮਿਕ ਰਸ ਆਨੰਦ ਮਿਲਦਾ ਹੈ। ਉਹ ਫਿਰ ਪਰਮੇਸ਼ਰ ਦੇ ਜੀਵਾ ਹਰ ਗੁਣ ਗਾਏ। ਉਹਨਾਂ ਦੀ ਅਵਸਥਾ ਹੈ ਵੀ ਵਾਹਿਗੁਰੂ ਦੇ ਗੁਣ ਗਾ ਕੇ ਜੀਵਾਂ ਜਿਉਂਦੇ ਨੇ। ਜਿਨ੍ਹਾਂ ਨੂੰ ਮੁਖੀ ਗੁਰੂ ਸਾਹਿਬ ਦੁਆਰਾ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋ ਗਿਆ ਹੈ, ਉਹ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਜੀਵਾਂ ਜਿਉਂਦੇ ਨੇ। ਆਖਾਂ ਜੀਵਾਂ ਬਿਸਰੇ ਦੀ ਅਵਸਥਾ ਬਣ ਗਈ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਅੱਗੇ ਮਹਾਰਾਜ ਸਾਹਿਬ ਜੀ ਫਿਰ ਉਪਦੇਸ਼ ਵਿਰਾਗ ਦਾ ਹੀ ਦਿੰਦੇ ਨੇ। ਡੂੰਗਰ ਦੇਖ ਡਰਾਵਣ। ਵੇਦਾਂ ਸ਼ਾਸਤਰਾਂ ਨੂੰ ਬਾਚ ਕੇ ਪੜ੍ਹ ਕੇ ਦਾਨਿਆਂ ਦੀ ਸੰਗਤ ਕਰਕੇ ਪ੍ਰਲੋਕ ਦੇ ਰਸਤੇ ਵਿੱਚ ਡਰਾਵਣੋਂ ਭਿਆਨਕ। ਕੀ ਹੈ ਭਿਆਨਕ? ਡੂੰਗਰ ਨਾਮ ਪਹਾੜ ਦਾ ਹੈ। ਡੂੰਗਰ ਦੇਖ ਵੇਖ ਕੇ ਜਣੀ ਪੜ੍ਹ ਕੇ ਤੇ ਪੜ੍ਹ ਦੇ ਕੇ ਉਥੋਂ ਜਦੋਂ ਅੱਖਾਂ ਦੇ ਨਾਲ ਦੇਖ ਲਿਆ ਵੀ ਆਹ ਪੜ੍ਹਿਆ ਇੱਥੇ ਲਿਖਿਆ ਹੋਇਆ ਹੈ, ਤੇ ਉਸ ਵੇਲੇ ਫਿਰ ਕਹਿੰਦੇ ਡਰਾਵਣੋਂ ਭੈ ਲੱਗਦਾ ਹੈ ਕਿ ਹੈ ਐਡੇ ਐਡੇ ਪਹਾੜ ਨੂੰ ਪਰਲੋਕ ਦੇ ਵਿੱਚ ਜਿੱਥੇ ਜਾਣਾ ਪੈਣਾ। ਕੀੜਾ ਡਰਿਆਸ। ਪੇਕੇ ਘਰ ਦੇ ਵਿੱਚ ਤੇ ਇਸ ਪ੍ਰਕਾਰ ਦਾ ਜਿਗਿਆਸੂ ਰੂਪ ਇਸਤਰੀ ਜਿਹੜੀ ਹੈ ਉਹਦੀ ਬੁੱਧੀ ਡਰਿਆਸ ਡਰ ਰਹੀ ਹੈ ਕਿ ਜਦੋਂ ਪਰਲੋਕ ਨੂੰ ਜਾਣਾ ਪਏਗਾ ਸਾਡਾ ਹਾਲ ਕੀ ਹੋਊਗਾ। ਫਿਰ ਉੱਥੇ ਦਾ ਬੜਾ ਭਿਆਨਕ ਰਸਤਾ ਹੈ। ਉੱਚੋ ਪਰਬਤ ਗਾਖੜੋ। ਪਰਲੋਕ ਦੇ ਰਸਤੇ ਵਿੱਚ ਆਉਣ ਵਾਲੇ ਉੱਚੇ ਪਰਬਤ ਪਹਾੜਾਂ ਦੇ ਉੱਤੇ ਚੜ੍ਹਨਾ ਬੜਾ ਹੀ ਗਾਖੜੋ ਕਠਿਨ ਹੈ, ਕਿਉਂਕਿ ਉੱਥੇ ਚੜ੍ਹਨਾ ਪੈਣਾ, ਹੁਕਮ ਹੋਊਗਾ ਉਹਨਾਂ ਦਾ। ਜਮਦੂਤ ਕਹਿਣਗੇ ਚੜ੍ਹ, ਤੈਨੂੰ ਚੜ੍ਹਨਾ ਪੈਣਾ, ਪਰ ਚੜ੍ਹਨ ਦਾ ਸਾਧਨ ਕੋਈ ਨਹੀਂ। ਉਸ ਵੇਲੇ ਫਿਰ ਰੋਂਦਾ ਨਾ ਪੌੜੀ ਤਿਤ ਤਾਸ। ਇਹ ਪਾਪੀ ਤਿਤ ਜੀਵ ਦੇ ਉੱਤੇ, ਜੀਵ ਦੇ ਕੋਲ ਉਹਨਾਂ ਪਹਾੜਾਂ ਤੇ ਚੜ੍ਹਨ ਵਾਸਤੇ ਤਾਸ ਉਸ ਜਿਗਿਆਸੂ ਰੂਪ ਇਸਤਰੀ ਦੇ ਕੋਲ ਇਹ ਕਿਹੜੀ ਪੌੜੀ? ਪੁੰਨਾ ਰੂਪ ਪੌੜੀ। ਪੁੰਨ ਨਹੀਂ ਕੀਤੇ ਹੈ, ਇਹ ਪੌੜੀ ਨਹੀਂ ਹੈ। ਫਿਰ ਕਰਲਾਟ ਹੋਊਗਾ ਉਸ ਵੇਲੇ। ਡੂੰਗਰ ਦੇਖ ਡਰਾਵਣ। ਇਸੇ ਤਰ੍ਹਾਂ ਜਮਾਂ ਦੇ ਰਸਤੇ 5 ਵਿਕਾਰਾਂ ਰੂਪੀ ਭੈਦਾਇਕ ਜਿਹੜੇ ਪਹਾੜ ਨੇ, ਇਹ ਪਹਾੜ ਦੇਖ ਕੇ ਕਈੜਾ ਡਰਿਆਸ। ਮਾਤ ਲੋਕ ਪੇਕੇ ਘਰ ਦੇ ਅਧਿਕਾਰੀ ਰੂਪ ਇਸਤਰੀ ਡਰ ਰਹੀ ਹੈ ਕਿ ਕੀ ਬਣੇਗਾ। ਉੱਚੋ ਪਰਬਤ ਗਾਖੜੋ। ਕਾਮ ਕ੍ਰੋਧ ਦੇ ਉੱਚੇ ਗਾਖੜੋ ਪਹਾੜ ਬੜੇ ਉੱਚੇ ਹਨ। ਨਾ ਪੌੜੀ ਤਿਤ ਤਾਸ। ਇਹ ਪਹਾੜਾਂ ਤੇ ਚੜ੍ਹਨ ਲਈ ਭਾਵ ਕਾਮ ਕ੍ਰੋਧ ਨੂੰ ਖਤਮ ਕਰਨ ਦੇ ਲਈ ਤਾਸ ਉਸ ਅਧਿਕਾਰੀ ਇਸਤਰੀ ਕੋਲ ਸਾਧਨਾ ਰੂਪੀ ਪੌੜੀ ਨਹੀਂ। ਡੂੰਗਰ ਦੇਖ ਡਰਾਵਣ। ਸਰੀਰ ਦੇ 6 ਚੱਕਰਾਂ ਰੂਪੀ ਭਿਆਨਕ ਪਹਾੜ। ਇਹ ਜੋਗ ਮਤ ਅਨੁਸਾਰ ਅਰਥ ਜਾਨਣਾ।
ਤੇ ਉਹ ਇਹਦੇ ਕੋਲ ਡੂੰਗਰ ਦੇਖ, ਇਹ 6 ਚੱਕਰਾਂ ਦੇ ਪਹਾੜ ਹੀ ਬਣੇ ਹੋਏ ਦੇਖ ਕੇ ਡਰਦਾ ਹੈ, ਡਰ ਆਉਂਦਾ ਹੈ। ਕਈੜਾ ਡਰਿਆਸ ਜੋਗੀ ਦੇ ਪੇਕੇ ਘਰ ਦੀ ਨਿਆਈ ਸੰਸਾਰਾਕਾਰ ਜਿਹੜੀ ਬਿਰਤੀ ਡਰ ਰਹੀ ਹੈ, ਜੋਗਾਕਾਰ ਬਿਰਤੀ ਨਾ ਹੋਣ ਕਰਕੇ ਭੈ ਪੀਤ ਹੋ ਰਹੀ ਹੈ। ਇਹਨਾਂ ਨੂੰ ਸਿੱਧ ਕਰਕੇ 10ਵੇਂ ਦੁਆਰ ਵਿੱਚ ਪਹੁੰਚਣਾ ਕਿਵੇਂ ਕਰਾਂਗੇ, ਪਹੁੰਚ ਨਹੀਂ ਸਕਦੇ, ਇਉਂ ਡਰਦੇ ਐ। ਉੱਚਾ ਪਰਬਤ ਗਾਖੜੋ 10ਵੇਂ ਦੁਆਰ ਦੇ ਰਸਤੇ ਵਿੱਚ ਆਉਣ ਵਾਲੇ ਚੱਕਰਾਂ ਰੂਪੀ ਪਹਾੜ ਬੜੇ ਉੱਚੇ ਹਨ, ਗਾਖੜੋ ਕਠਨ ਨਾ ਪੌੜੀ ਤਿਤ ਤਾਸ। ਉਹਨਾਂ ਤੇ ਚੜ੍ਹਨ ਵਾਸਤੇ ਜੋਗੀ ਕੋਲ ਪ੍ਰਾਣਾ ਜਾਨ ਰੂਪੀ ਪੌੜੀ ਨਹੀਂ, ਉਹ ਕਿਵੇਂ ਚੜ੍ਹ ਜਾਏਗਾ। ਇਹ ਜੋਗ ਮਤ ਅਨੁਸਾਰ ਹੈ, ਗੁਰਮਤ ਦਾ ਨਾ ਜਾਣਨਾ ਜਾਣਕਾਰੀ ਵਾਸਤੇ ਦਿੱਤਾ ਮਹਾਰਾਜ ਨੇ। ਫੇਰ ਬੋਲੋ ਡੀ ਡੂੰਗਰ ਡੂੰਗਰ ਦੇਖ ਡਰਾਵਣ। 5 ਕੋਸ਼ਾਂ ਰੂਪੀ ਭਿਆਨਕ ਪਹਾੜ ਨੂੰ ਵੇਖ ਕੇ ਅੱਗੇ ਦੱਸਦੇ ਨੇ ਜੇ ਪਈੜਾ ਡਰਿਆਸ। ਮਾਤ ਲੋਕੀ ਪੇਕੇ ਘਰ ਦੇ ਅਧਿਕਾਰੀ ਸੰਸਾਰਾਕਾਰ ਹੋਈ ਬਿਰਤੀ ਡਰ ਰਹੀ ਹੈ ਕਿ ਕਿਸ ਪ੍ਰਕਾਰ ਪਰਮਾਤਮਾ ਦੀ ਪ੍ਰਾਪਤੀ ਕਰਾਂਗੇ, ਕਿਸ ਪ੍ਰਕਾਰ ਬ੍ਰਹਮਾਕਾਰ ਬਿਰਤੀ ਜਿਹੜੀ ਆ ਉਹ ਹੋਵੇ ਸਾਡੇ। ਉੱਚਾ ਪਰਬਤ ਗਾਖੜੋ 5 ਕੋਸ਼ਾਂ ਰੂਪੀ ਉੱਚੇ ਪਹਾੜਾਂ ਤੇ ਚੜ੍ਹਨਾ ਬੜਾ ਕਠਿਨ ਹੈ। ਨਾ ਪੌੜੀ ਤਿਤ ਤਾਸ। ਇਸ ਉੱਤੇ ਚੜ੍ਹਨੇ ਅਧਿਕਾਰੀ ਦੇ ਕੋਲ ਭਗਤੀ ਰੂਪੀ ਪੌੜੀ ਨਹੀਂ ਹੈ, ਭਗਤੀ ਦੀ ਪੌੜੀ ਤੇ ਚੜ੍ਹ ਕੇ ਜਾ ਸਕਦਾ ਹੈ। ਤੋ ਇਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਭਗਤੀ ਵਾਸਤੇ ਸਾਧਨ ਕਰਨੇ ਪੈਂਦੇ ਹੈ। ਤੇ ਇਹ ਪਰਮੇਸ਼ਰ ਦੀ ਪ੍ਰਾਪਤੀ ਭਗਤੀ ਉੱਚੇ ਪਰਬਤ ਤੋਂ ਚੜ੍ਹਨ ਦੀ ਨਿਆਈ ਬੜੀ ਕਠਿਨ ਹੈ। ਪਰਮੇਸ਼ਰ ਨੂੰ ਉੱਚਾਪਣ ਕੀ ਹੈ, 3 ਗੁਣਾਂ ਤੋਂ ਅਤੀਤ ਹੈ। ਉਹ ਮਨ ਬਾਣੀ ਸਰੀਰ ਦਾ ਵਿਸ਼ਾ ਨਹੀਂ ਹੈ, 5 ਕੋਸ਼ਾਂ ਦੇ ਪਹਾੜਾਂ ਤੋਂ ਪਰੇ ਹੈ। ਐਸੇ ਪਰਮੇਸ਼ਰ ਦੀ ਸਰੂਪ ਰੂਪੀ ਪ੍ਰਾਪਤੀ ਬੜੀ ਕਠਿਨ ਹੈ। ਇਹ ਜਿਹੜੇ 5 ਕੋਸ਼ ਨੇ, ਅੰਨਮय ਕੋਸ਼ ਹੈ, ਪ੍ਰਾਣਮय ਕੋਸ਼ ਹੈ, ਮਨੋਮय ਕੋਸ਼ ਹੈ, ਵਿਗਿਆਨਮय ਕੋਸ਼ ਹੈ, ਆਨੰਦਮय ਕੋਸ਼ ਹੈ। 5 ਕੋਸ਼ ਨੇ। ਇਹ ਬੜੇ ਕੋਸ਼ ਨਾਮ ਮਿਆਨ ਦਾ ਪਰਦੇ ਦਾ ਹੁੰਦਾ ਹੈ। ਇਹਨਾਂ 5 ਪਰਦਿਆਂ ਦੇ ਵਿੱਚ ਸਾਡੀ ਆਤਮਾ ਹੈ। ਇਹ ਬੜੇ ਗਾਖੜੋ ਕਠਨ ਹੈ। ਇਹਨਾਂ ਦੀ ਨਿਵਰਤੀ ਕਿਵੇਂ ਹੋਏ, ਕਿਵੇਂ ਲੰਘੇ। ਭਗਤੀ ਰੂਪੀ ਪੌੜੀ ਤੋਂ ਬਿਨਾਂ ਮਨੁੱਖ ਇਹਦੀ ਪ੍ਰਾਪਤੀ ਪਾਰ ਨਹੀਂ ਹੋ ਸਕਦਾ ਇਹਨਾਂ ਤੋਂ। ਜਾਂ ਕੋ ਬ੍ਰਹਮ ਹੈ ਜਿਹੜਾ ਪਰਬਤ ਪਹਾੜ ਦੀ ਨਿਆਈ ਉੱਚਾ ਹੈ, ਅਤ ਉੱਚਾ ਤਾਕਾ ਦਰਬਾਰਾ, ਉਹਦੀ ਪ੍ਰਾਪਤੀ ਰੂਪੀ ਪੌੜੀ ਤੇ ਚੜ੍ਹਨਾ ਬੜਾ ਗਾਖੜੋ ਕਠਨ ਹੈ। ਉਹਦੀ ਪ੍ਰਾਪਤੀ ਸੌਖੀ ਨਹੀਂ ਹੈ। ਇਹ ਜੀਵ ਕੋਲ ਉੱਚੇ ਬ੍ਰਹਮ ਦੀ ਪ੍ਰਾਪਤੀ ਲਈ ਬ੍ਰਹਮ ਵਿਦਿਆ ਦੀ ਪੌੜੀ ਨਹੀਂ ਹੈ, ਤੇ ਗਿਆਨ ਦੀਆਂ 7 ਭੂਮਿਕਾ ਦੀਆਂ ਪੌੜੀਆਂ ਨੇ ਜਿਹਦੇ 7 ਡੰਡੇ ਲਏ ਹੋਏ ਨੇ, ਐਸੀ ਪੌੜੀ ਹੈ। ਸੁਵਿਚਾ ਸੋ ਵਿਚਾਰਨਾ ਤਨੂ ਮਾਨਸਾ ਸਤੂਆ ਪਾਦ ਅਸੰਗ ਸਗਤ ਪਦਾਰਥ ਭਾਵਨੀ ਤੇ ਤੁਰਿਆ। ਇਹ 7 ਡੰਡੇ ਨੇ। ਤੁਰਿਆ ਤੋਂ ਬਾਅਦ ਫਿਰ ਬ੍ਰਹਮ ਰੂਪੀ ਕੋਠਾ ਹੀ ਮਿਲ ਜਾਂਦਾ ਹੈ। ਤੇ ਇਸ ਪ੍ਰਕਾਰ ਫਿਰ ਇਹ ਨਹੀਂ ਹੈ ਕੋਲ। ਗੁਰਮੁਖ ਅੰਤਰ ਜਾਣਿਆ। ਜਿਹੜੇ ਗੁਰਮੁਖ ਨੇ ਉਹਨਾਂ ਨੇ ਅੰਤਰ ਕੀ ਅੰਤਹਿਕਰਨ ਵਿੱਚ ਗੁਰਮੁਖ ਅੰਤਰ ਜਾਣੇ ਬ੍ਰਹਮ ਪਰਮੇਸ਼ਰ ਬ੍ਰਹਮ ਦੇ ਸਰੂਪ ਨੂੰ ਜਾਂ ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਜਾਣ ਲਿਆ ਹੈ। ਗੁਰਮੇਲੀ ਤਰਿਆਸ। ਸਤਿਗੁਰੂ ਜੀ ਉਹਨਾਂ ਨੂੰ ਆਪਣੇ ਤਾਂ ਹੀ ਮੇਲ ਲੈਣਾ ਕੀਤਾ ਹੈ, ਜਿਹਦੇ ਨਾਲ ਉਹ ਜੀਵ ਸੰਸਾਰ ਸਮੁੰਦਰ ਤੋਂ ਤਰਿਆਸ ਨਾਮ ਹੈ ਤਰ ਗਏ ਨੇ। ਆਸਾ ਰੂਪੀ ਨਦੀ ਤੋਂ ਤਰ ਗਏ, ਮੁਕਤੀ ਰੂਪ ਕਿਨਾਰੇ ਤੇ ਪਰੇ ਪਹੁੰਚ ਗਏ ਹਨ ਜੀ। ਭਾਈ ਰੇ ਭਵਜਲ ਵਿਖਮ ਡਰਾਂ। ਚੇਤਨ ਦੀ ਅੰਸ਼ ਹੋਣ ਕਰਕੇ ਸਤਿਗੁਰੂ ਸਾਰਿਆਂ ਨੂੰ ਭਾਈ ਕਹਿੰਦੇ ਆ। ਹੇ ਜੀਵੋ, ਭਰਾ ਇੱਕ ਕਹਿੰਦੇ ਸਾਰੇ ਅੰਦਰ ਚੇਤਨ ਦੀ ਅੰਸ਼ ਦੇਖ ਰਹੇ ਨੇ। ਭਰਾਤਾ ਕਹਿੰਦੇ ਹੇ ਜੀਵ, ਸੰਸਾਰ ਸਮੁੰਦਰ ਦੀ ਨਿਆਈ ਹੈ, ਜਿਸੇ ਭੈ ਰੂਪੀ ਜਲ ਹੈ ਤੇ ਉਹਨੂੰ ਤਰਨਾ ਬੜਾ ਵਿਖਮ ਕਠਿਨ ਹੈ। ਉਹਦੇ 5 ਕੋਸ਼ਾਂ ਰੂਪੀ ਪਹਾੜ ਰੌ ਡਰ ਦੇਣ ਵਾਲੇ ਨੇ, ਤੇ ਇਸ ਕਰਕੇ ਬਹਿ ਤਰਨੀ ਨਦੀ ਹੈ ਜਿਸ ਨੂੰ ਦੇਖ ਕੇ ਬੜਾ ਡਰ ਆਉਂਦਾ ਹੈ। ਮੁਸਲਮਾਨਾਂ ਦੇ ਮਤ ਅਨੁਸਾਰ ਕਹਿੰਦੇ ਵੀ ਬਾਲ ਦੇ ਨਾਲੋਂ ਵੀ ਬਰੀਕ ਇੱਕ ਪੁਲ ਹੈ, ਉਹਦੇ ਉੱਪਰ ਦੀ ਪੁੰਨੀ ਪੁਰਖ ਤਾਂ ਲੰਘ ਜਾਂਦੇ ਆ, ਜਿਹੜੇ ਪਾਪੀ ਨੇ ਉਹਨਾਂ ਦੇ ਅੰਗ ਝੜ ਜਾਂਦੇ ਆ, ਡਿੱਗ ਜਾਂਦੇ ਆ। ਇਹ ਬੜਾ ਕਠਿਨ ਹੈ। ਪੁਰਾਣਕ ਮਤ ਦੇ ਅਨੁਸਾਰ 18 ਨਰਕਨ ਤੇ 84 ਲੱਖ ਜੂਨਾਂ ਭੋਗਣੀਆਂ ਪੈਂਦੀਆਂ। ਖੰਡੇ ਧਾਰ ਗਲੀਅਤ ਭੀੜੀ, ਲੇਖਾ ਲਈ ਜੈ ਤਿਲ ਜਿਉਂ ਪੀੜੀ। ਇਹ ਜੀਵ ਕੋਲੋਂ ਲੇਖਾ ਲਿਆ ਜਾਂਦਾ ਹੈ। ਜਿਵੇਂ ਤਿਲਾਂ ਨੂੰ ਕੋਲੂ ਦੇ ਵਿੱਚ ਪੀੜ ਕੇ ਉਹਦੇ ਵਿੱਚੋਂ ਤੇਲ ਕੱਢਿਆ ਜਾਂਦਾ ਹੈ, ਤੇ ਪਾਪੀਆਂ ਨੂੰ ਪ੍ਰਲੋਕ 'ਚ ਪੀੜ ਕੇ ਲੇਖਾ ਲਿਆ ਜਾਂਦਾ ਹੈ। ਪ੍ਰਲੋਕ ਦੇ ਗਲੀ ਰਸਤੇ ਦੀ ਧਾਰ ਜਿਹੜੀ ਆ ਬੜੀ ਉਹ ਤਿੱਖੀ ਹੈ। ਇਹ ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਐਸਾ ਕਥਨ ਕੀਤਾ ਹੈ ਜੋ ਵਿਚਾਰ ਹੈ। ਪੂਰਾ ਸਤਿਗੁਰ ਰਸ ਮਿਲੇ। ਜੇਕਰ ਪੂਰਨ ਸਤਿਗੁਰੂ ਜੀ ਮਿਲ ਜਾਣ, ਪੂਰਾ ਸਤਿਗੁਰ ਰਸ ਮਿਲਿਆ, ਉਹਨਾਂ ਦਾ ਰਸ ਕਿਹੜਾ? ਪ੍ਰੇਮ ਦਾ ਰਸ, ਵਾਹਿਗੁਰੂ ਦੀ ਭਗਤੀ ਦਾ ਰਸ ਪ੍ਰਾਪਤ ਹੋ ਜਾਂਦਾ ਹੈ। ਇਹ ਗੁਰੂ ਦੇ ਕੋਲੋਂ ਮਿਲਿਆ ਰਸ ਪ੍ਰੇਮ। ਸਤਿਗੁਰੂ ਜੀ ਮਿਲ ਜਾਣ
ਤਾਂ ਗੁਰੂ ਸਾਹਿਬ ਜੀ ਫਿਰ ਅੱਗੇ ਗੁਰ ਤਾਰੇ ਹਰ ਨਾਉ ਉਹ ਹਰੀ ਪਰਮੇਸ਼ਰ ਦਾ ਨਾਮ ਰੂਪੀ ਜਹਾਜ਼ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਆ, ਪਾਰ ਕਰ ਦਿੰਦੇ ਨੇ। ਕਿਉਂਕਿ ਸਤਿਗੁਰੂ ਪਾਸ ਐਸੀ ਇਹ ਜੁਗਤੀ ਹੈ, ਆਪ ਮੁਕਤ ਹੈ। ਆਪ ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਉਹਨੂੰ ਤਾਂ ਨਮਸਕਾਰ ਕਰਨੀ ਹੀ ਬਣਦੀ ਹੈ। ਐਸਾ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਇਹ ਸਤਿਗੁਰੂ ਉਹੀ ਭਾਈ ਪਾਰ ਲਗਾ ਸਕਦੇ ਹੈ, ਹੋਰ ਨਹੀਂ ਕੋਈ ਲਗਾ ਸਕਦਾ। ਨਾਮ ਦੇ ਜਹਾਜ਼ ਤੇ ਚਾੜ ਕੇ ਤਾਰ ਦੇਣਾ ਆਸਾ ਰੂਪ ਨਦੀ ਹੈ, ਤੇ ਭਗਤੀ ਰੂਪੀ ਬੇੜੀ ਦੇ ਕੇ ਰਾਗ ਦਵੈਸ਼ ਦੇ ਨਾਲਿਆਂ ਤੋਂ, ਸੰਕਲਪਾਂ ਵਿਕਲਪਾਂ ਰੂਪੀ ਨਾਲਿਆਂ ਤੋਂ ਪ੍ਰੇਮ ਰੂਪੀ ਤੁਲਾ ਦੇ ਕੇ ਸੰਸਾਰ ਸਮੁੰਦਰ ਤੋਂ ਗਿਆਨ ਰੂਪੀ ਜਹਾਜ਼ ਦੇ ਕੇ ਇਉਂ ਤਾਰ ਦਿੰਦੇ ਨੇ ਮਹਾਰਾਜ। ਰਹਾਉ ਅਸਾਈ ਦੇ ਕੇ ਫਰਮਾਉਂਦੇ ਨੇ ਜੀ, ਚੱਲਾਂ ਜੇ ਕਰੀ। ਆ ਸਾਰੀ ਦੁਨੀਆ ਕਹਿੰਦੀ ਆ ਚਾਹ ਜੀ ਚਲੇ ਜਾਣਾ ਜੀ, ਮਰ ਜਾਣਾ ਜੀ। ਆ ਜਿਹੜੇ ਮਨਮੁਖ ਨੇ ਕਹਿੰਦੇ ਖਾ ਮਰਤਾ ਜਾਣਿਆ ਕਿ ਖਾ ਪੀ ਲੋ, ਉਹ ਇੱਥੇ ਖੜੇ ਹੈ। ਚੱਲਾਂ ਜੇ ਕਰੀ, ਪਰ ਨਿਸ਼ਚਾ ਨਹੀਂ ਹੈਗਾ। ਜਿੰਨੀ ਚੱਲਣ ਜਾਣਿਆ ਨਹੀਂ ਇਹਨਾਂ ਨੇ। ਜਿੰਨੀ ਚੱਲਣ ਜਾਣਿਆ ਸੇਕੂ ਕਰਿਆ ਵਿਥਾਰ, ਉਹਨਾਂ ਦਾ ਨਿਸ਼ਾਨੀ ਹੈ। ਉਹ ਫਿਰ ਮਾਇਆ ਦੇ ਮੋਹ ਪਦਾਰਥਾਂ 'ਚ ਨਹੀਂ ਫਸਦੇ। ਇਹ ਜਿਹੜਾ ਚੱਲਾਂ ਸ਼ਬਦ ਆ ਭਾਈ ਅਧਿਕ ਸਾਹਿਤ ਹੀ ਬੋਲਣਾ, ਅਸੀਂ ਇਹਦਾ ਆਪਣਾ ਧਿਆਨ ਕਰਨਾ ਹੈ। ਤੇ ਚੱਲਣ ਦੀ ਗੱਲ ਤਾਂ ਹਰ ਕੋਈ ਅਗਿਆਨੀ ਕਹਿੰਦੇ ਹੈ, ਇੱਥੇ ਰਹਿਣਾ ਨਹੀਂ ਜੀ। ਵੇਦਾਂ ਸ਼ਾਸਤਰਾਂ ਦੇ ਸੁਣਨ ਵਾਲਿਆਂ ਨੇ ਵੀ ਸੁਣ ਕੇ ਚਲੇ ਜਾਣਾ ਹੈ, ਐਸਾ ਕਹਿ ਰਹੇ ਨੇ। ਜਾਣ ਦੀ ਐਸੀ ਗੱਲ ਤਾਂ ਕਰਦੇ ਆ, ਪਰ ਚਿੱਤ ਦੇ ਵਿੱਚ ਵਿਰਾਗ ਨਾ ਹੋਣਾ ਤੇ ਐਵੇਂ ਗੱਲਾਂ ਕਰੀ ਜਾਣੀਆਂ, ਇਹਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ ਹੈ। ਜਿਨ੍ਹਾਂ ਨੇ ਜਾਣਨਾ ਕੀਤਾ ਜਾਣਾ ਚੱਲਣਹਾਰ, ਤੇ ਚੱਲਣਹਾਰ ਕਿਹੜੀ ਚੀਜ਼ ਹੈ ਸਮਝਣਾ ਚਾਹੀਦਾ ਹੈ। ਪ੍ਰਾਣ ਚਲੇ ਜਾਂਦੇ ਹੈ, ਹਰ ਰੋਜ਼ ਸਵਾਸ ਘਟਦੇ ਜਾਂਦੇ ਨੇ, ਚਲੇ ਜਾ ਰਹੇ ਨੇ। ਚੱਲਣਹਾਰ ਨੂੰ ਜਾਣਨਾ ਚਾਹੀਦਾ ਸਾਨੂੰ। ਦਿਨ ਪ੍ਰਤੀ ਦਿਨ ਅੰਗ ਮੁੜਦੇ ਜਾਂਦੇ ਨੇ, ਬੁਢਾਪਾ ਆ ਰਿਹਾ ਹੈ, ਸੂਖਮ ਸਰੀਰ ਨੇ ਵਿੱਚੋਂ ਨਿਕਲ ਜਾਣਾ ਹੈ। ਇਹ ਚੱਲਣ ਵਾਲੀਆਂ ਚੀਜ਼ਾਂ ਸਮਝਣਾ ਚਾਹੀਦੀਆਂ। ਕਿਹੜੀਆਂ ਵਸਤੂਆਂ ਚਲੇ ਜਾਣ ਵਾਲੀਆਂ ਨੇ। ਮੌਤ ਨੂੰ ਸਾਨੂੰ ਚੇਤੇ ਕਰਨਾ ਚਾਹੀਦਾ ਹੈ। ਵਿਰਾਗ ਧਾਰ ਕੇ ਨਾਮ ਜਪਣਾ ਚਾਹੀਦਾ ਹੈ। ਜੋ ਆਇਆ ਸੋ ਚੱਲ ਸੀ, ਆਏ ਜਿਹੜਾ ਆਇਆ ਸੰਸਾਰ ਜਨਮ ਧਾਰ ਕੇ ਉਹ ਚੱਲ ਸੀ, ਉਹ ਚਲਾ ਜਾਏਗਾ, ਉਹਦੀ ਮੌਤ ਹੋਏਗੀ, ਇਹ ਨਿਸ਼ਚਿਤ ਹੈ। ਅਮਰ ਸੋ ਗੁਰ ਕਰਤਾਰ, ਤੇ ਅਮਰਤਾ ਗੁਰੂ ਪਰਮੇਸ਼ਰ ਕਰਤਾਰ ਦਾ ਸਰੂਪ, ਜਾਂ ਕਰਤਾਰ ਆਪ ਜਾਂ ਗੁਰਚੇਤਨ ਪਰਮੇਸ਼ਰ, ਉਹ ਅਮਰ ਹੈ, ਮਰਨ ਤੋਂ ਰਹਿਤ ਹੈ। ਤੇ ਇਸ ਕਰਕੇ ਸੰਸਾਰ ਤਾਂ ਹੁਣ ਚਲਿਆ ਹੀ ਜਾ ਰਿਹਾ ਹੈ, ਤੇ ਅੱਗੇ ਨੂੰ ਚੱਲ ਸੀ ਚਲਾ ਜਾਏਗਾ, ਹੁਣ ਜਾ ਰਿਹਾ ਹੈ, ਪਿੱਛੇ ਚਲਿਆ ਗਿਆ। ਅਮਰ ਰਹਿਣ ਵਾਲਾ ਕੇਵਲ ਪਰਮੇਸ਼ਰ ਹੈ, ਜੋ ਮਰਨ ਤੋਂ ਰਹਿਤ ਹੈ। ਤੂੰ ਅਕਾਲ ਪੁਰਖ ਨਹੀਂ ਸਿਰ ਕਾਲਾ, ਤੇਰੇ ਸਿਰ ਤੇ ਕਾਲ ਨਹੀਂ ਹੈ। ਵੀ ਸੱਚਾ ਸਾਲਾਹਣਾ, ਵੀ ਫਿਰ ਉਹ ਸੱਚੇ ਵਾਹਿਗੁਰੂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਸਦਾ, ਜੋ ਸਥਿਰ ਰਹਿਣ ਵਾਲਾ ਹੈ। ਸੱਚਾ ਥਾਨ ਪਿਆਰ, ਸੱਚਾ ਥਾਨ ਸੱਚੇ ਸਤ ਸੰਗਤ ਰੂਪੀ ਥਾਂ ਵਿੱਚ ਪਿਆਰ ਕਰਕੇ ਸੱਚੇ ਨੂੰ ਸਲਾਹਿਆ ਜਾਂਦਾ ਹੈ। ਤੇ ਸੱਚੇ ਹਿਰਦੇ ਰੂਪੀ ਥਾਨ ਵਿੱਚ ਜੇ ਉਹਦਾ ਪਿਆਰ ਕਰੀਏ ਤਾਂ ਸੱਚੇ ਨੂੰ ਸਲਾਹਿਆ ਜਾਂਦਾ ਹੈ। ਸੱਚੇ ਹਿਰਦੇ ਰੂਪੀ ਥਾਨ ਵਿੱਚ ਪਿਆਰ ਕਰਕੇ ਸਰੂਪ ਰੂਪੀ ਥਾਨ ਪ੍ਰਾਪਤ ਹੋ ਜਾਂਦਾ ਹੈ। ਤੁਰਿਆ ਪਦ ਰੂਪੀ ਸੱਚਾ ਥਾਨ ਪ੍ਰਾਪਤ ਹੋ ਜਾਂਦਾ ਹੈ। ਦਰ ਕਰ ਮਹਿਲਾ ਸੋਹਣੇ, ਇਹ ਭਾਈ ਉਹਨਾਂ ਦੇ ਦਰ ਦਰਵਾਜ਼ੇ ਘਰ ਦੇ ਮਹਿਲ ਵੀ ਸੋਹਣੇ ਨੇ। ਪੱਕੇ ਕੋਟ ਹਜ਼ਾਰ, ਜਿਨ੍ਹਾਂ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਸਰੀਰ ਰੂਪੀ ਘਰ ਤੇ ਮੁਖ ਰੂਪੀ ਦਰ ਦਰਵਾਜ਼ੇ, ਅੰਤਸਕਰਨ ਰੂਪੀ ਮਹਲ, ਇਹ ਸੋਹਣੇ ਸੋਭਨੀਕ ਹਨ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਇਸ਼ਾਰਾ ਦਿੱਤਾ ਹੈ ਕਿ ਸਤਸੰਗਤ ਰੂਪੀ ਥਾਨ ਵਿੱਚ ਪਿਆਰ ਹੈ ਜਿਨ੍ਹਾਂ ਦਾ, ਉਹਨਾਂ ਦਾ ਹੀ ਇਹ ਸਭ ਕੁਝ ਸਫਲਾ ਮੰਨਿਆ ਗਿਆ ਹੈ। ਉਹਨਾਂ ਦੇ ਪੱਕੇ ਰਾਜਾ ਮਹਾਰਾਜਾ ਦੀ ਨਹੀਂ ਕੋਟ ਕਿਲੇ ਬਣੇ ਹੋਏ, ਤੇ ਹਜ਼ਾਰਾਂ ਗੁਣਾਂ ਦੇ ਸਮੇਤ ਨੇ ਜਿਹੜੇ ਪਰਉਪਕਾਰ ਆਦਿ ਲੋਕ ਭਲਾਈ ਦੇ ਕੰਮ ਕਰਨਾ, ਜੀਵਾਂ ਦਾ ਅੰਨ ਦਾਨ ਦੇਣਾ, ਲੰਗਰ ਚਲਾਉਣੇ, ਹਜ਼ਾਰਾਂ ਪੁੰਨ ਕਰਦੇ ਆ। ਨਿਸ਼ਕਾਮ ਕਰਨ ਰੂਪੀ ਦ੍ਰਿੜਤਾ ਵਾਲੇ ਉਹ ਸੱਚੇ ਕਰਮ ਹਜ਼ਾਰਾਂ ਸੁਭ ਗੁਣਾਂ ਦੇ ਸਮੇਤ ਹਨ। ਅਥਵਾ ਉਹ ਸਤਸੰਗ ਰੂਪੀ ਦਰ ਵੈਕੁੰਠ, ਸਤਸੰਗਤ ਰੂਪੀ ਦਰਗ, ਵੈਕੁੰਠ ਰੂਪੀ ਘਰ। ਸਤਸੰਗਤਾਂ ਦਰ ਹੋ ਗਿਆ ਦਰਵਾਜ਼ਾ, ਵੈਕੁੰਠ ਰੂਪੀ ਘਰ ਹੋ ਗਿਆ, ਜਾਂ ਸੱਚਖੰਡ ਰੂਪੀ ਮਹਲ, ਉਹਦੇ 'ਚ ਸੋਭਦੇ ਆ। ਜਿਨ੍ਹਾਂ ਦੇ ਚਿੱਤ ਨਿਸ਼ਕਾਮ ਕਰਨ ਵਿੱਚ ਲੱਗੇ ਹੋਏ ਨੇ, ਉਹ 10ਵੇਂ ਦਵਾਰ 'ਚ ਰੂਪੀ ਕੋਟ ਪ੍ਰਾਪਤ ਕਰਦੇ ਆ। ਹਜ਼ਾਰਾਂ ਜੋਗੀ ਉਹਦੇ ਆਨੰਦ ਵਿੱਚ ਸੋਭਦੇ, ਜਿਹੜੇ ਆਨੰਦ ਮਾਣਦੇ ਨੇ। ਜੇਕਰ ਸੋਹਣੀ ਦਰ ਦਰਵਾਜ਼ਿਆਂ ਵਾਲਾ ਘਰ ਤੇ ਸੁੰਦਰ ਮਹਿਲ ਬਣਾ ਲਵੇ, ਅਨੇਕਾਂ ਪੱਕੇ ਕੋਟ ਕਿਲੇ ਬਣਾ ਲੈਣਾ, ਇਹ ਤੇ ਪਹਿਰਾ ਦੇਣ ਲਈ ਹਜ਼ਾਰਾਂ ਫੌਜਾਂ ਵੀ ਭਾਵੇਂ ਰੱਖ ਲਵੇ, ਐਸਾ ਵੀ ਜਿਹਦੇ ਕੋਲ ਹੋ ਜਵੇ, ਤੇ ਪੱਕੇ ਕੋਟ ਹਜ਼ਾਰ ਬਣਾਏ ਹੋਏ ਹਨ। ਹਸਤੀ ਕੋੜੇ ਪਾਖਰੇ,
ਰਾਸਤੀ ਹਾਥੀ ਘੋੜੇ ਇਹ ਵੀ ਖਰੀਦੇ ਹੋਣ, ਉਹਨਾਂ ਦੇ ਉੱਪਰ ਸੁਨਹਿਰੀ ਪਾਖਰੇ ਕਾਠੀਆਂ ਪਾਈਆਂ ਹੋਣ, ਹਰ ਵਕਤ ਤਿਆਰ ਪਰ ਤਿਆਰ ਰਹਿੰਦੇ ਹੋਣ। ਲਸਕਰ ਲੱਖ ਅਪਾਰ, ਲੱਖਾਂ ਦੀ ਗਿਣਤੀ ਲਸਕਰ ਫੌਜਾਂ ਹੁਕਮ ਮੰਨਣ ਵਾਲੀਆਂ ਅਪਾਰ ਬੇਅੰਤੀ ਹੋਣ ਦੁਆਰੇ ਤੇ। ਕਿਸੇ ਨਾਲ ਨਾ ਚੱਲਿਆ, ਇਸ ਤਰ੍ਹਾਂ ਸਾਰੇ ਪਦਾਰਥ ਇੱਕ ਅੰਤ ਸਮੇਂ ਕਿਸੇ ਦੇ ਨਾਲ ਚੱਲਿਆ, ਚੱਲਣ ਨਹੀਂ, ਇਹ ਜਾਣਗੇ ਨਹੀਂ, ਨਾ ਚੱਲਿਆ ਨਹੀਂ ਚਲੇ ਗਏ, ਗਏ ਨਹੀਂ ਕਿਸੇ ਦੇ ਨਾਲ। ਪਦਾਰਥਾਂ ਵਿੱਚ ਇਹ ਸਭ ਝੂਠ ਦੀ ਅੰਸ਼ ਹੋਣ ਕਰਕੇ ਖਬ ਖਬ ਮੋਏ ਅਸਾਰ, ਅਸਾਰ ਬੇਸਵਾਰ ਹੋ ਕੇ ਖਪ ਮਰ ਗਿਆ। ਜਾਂ ਕਿਸੇ ਨੂੰ ਅਸਾਰ ਖਬਰ ਨਹੀਂ, ਅਸਾਰ ਖਬਰ ਦਾ ਨਾਂ ਹੁੰਦਾ ਹੈ, ਖਬਰ ਨਹੀਂ ਰੱਖੀ। ਕਿਤਨੇ ਪਦਾਰਥਾਂ ਦੇ ਮੋਹ ਵਿੱਚ ਖਪ ਖਪ ਕੇ ਖੱਚਤ ਹੋ ਕੇ ਦੁਖੀ ਹੋ ਕੇ ਮਰ ਗਏ ਨੇ, ਨਾਸ ਹੋ ਗਏ ਨੇ। ਮੁਸਲਮਾਨਾਂ ਦੀਆਂ ਕਿਤਾਬਾਂ ਵਿੱਚ ਐਸਾ ਹੁੰਦਾ ਹੈ ਵੀ ਇੱਕ ਪੈਰ ਰੱਖੀ ਬਾਦਸ਼ਾਹ ਦੀ ਕਬਰ ਤੇ ਜਾਂਦਾ, ਦੂਜਾ ਰੱਖੀ ਵਜ਼ੀਰ ਦੀ ਕਬਰ ਤੇ। ਉਹਨਾਂ ਦਾ ਭਾਵ ਇਹ ਆ ਵੀ ਇੰਨੇ ਬਾਦਸ਼ਾਹ ਤੇ ਵਜ਼ੀਰੇ ਹੋ ਚੁੱਕੇ, ਪਬਲਿਕ ਜਿਹੜੀ ਆ ਉਹਦਾ ਤਾਂ ਗਿਣਤੀ ਕੀ ਕਰਨੀ ਹੈ। ਇਹ ਪਦਾਰਥ ਜਿਹੜੇ ਖਪ ਖਪ ਕੇ ਉਹਨਾਂ ਵਿੱਚ ਮਰ ਰਹੇ ਨੇ ਜੀਵ, ਪਰਮੇਸ਼ਰ ਦੀ ਸਾਰ ਵੱਲੋਂ ਅਸਾਰ ਖਬਰ ਨਹੀਂ ਹੈ ਇਹਨਾਂ ਨੂੰ। ਸੋਨਾ ਰੂਪਾ ਸੰਚੀਐ, ਫਿਰ ਸੋਨਾ ਸਵਰਨ ਰੂਪਾ ਚਾਂਦੀ ਇਕੱਠੀ ਕਰ ਲੈਣੀ ਵੀ ਮੇਰੇ ਕੋਲ ਇੰਨੀ ਚਾਂਦੀ ਹੈ, ਇੰਨੇ ਸੋਨਾ ਹੈ। ਮਾਲ ਜਾਲ ਜੰਜਾਲ, ਮਾਲ ਇੱਥੇ ਹਾਥੀ ਘੋੜੇ ਗਊਆਂ ਮੱਝਾਂ ਪਸ਼ੂ ਆਦ ਇਹ ਸਮੂਹ ਪਦਾਰਥ। ਮਾਲ ਤੇ ਦੁਬਾਰੇ ਬੋਲੋ ਜੀ। ਮਾਲ ਜਾਲ ਜੰਜਾਲ, ਇਹ ਜਿਹੜੇ ਮਾਲ ਹਾਥੀ ਘੋੜੇ ਆਦ ਜੰਜਾਲ ਫਸਾਉਣ ਵਾਲੇ ਨੇ, ਤੈਨੂੰ ਬੰਧਨ ਰੂਪ ਹਨ ਇਹ ਸਾਰੇ ਪਦਾਰਥ ਸਮੂਹ। ਸਭ ਜਗ ਮਹਿ ਦੋਹੀ ਫੇਰੀਐ, ਸਾਰੇ ਜਗ ਸੰਸਾਰ ਦੇ ਵਿੱਚ ਦੋਹੀ ਨਾਮ ਹੁੰਦਾ ਢੰਡੋਰੇ ਦਾ। ਉਹ ਕਹਿੰਦਾ ਫਲਾਣਾ ਕਿਉਂ ਦੁਹਾਈ ਪਾਈ ਜਾਂਦਾ, ਢੰਡੋਰਾ ਦਿੰਦਾ, ਉੱਚੇ ਉੱਚੇ ਪੁਕਾਰਦਾ, ਉੱਚੇ ਪੁਕਾਰ ਨੂੰ ਢੰਡੋਰਾ। ਦੋਹੀ ਫੇਰੀਏ, ਢੰਡੋਰਾ ਫੇਰੀਦਾ ਹੈ, ਫੇਰੀਏ। ਤੇ ਇਸ ਤਰ੍ਹਾਂ ਸਭ ਜਗ ਮੈਂ ਦੋਹੀ ਫੇਰੀਏ ਵੀ ਮੇਰੇ ਵਰਗਾ ਕੋਈ ਨਹੀਂ। ਇਸ ਤਰ੍ਹਾਂ ਢੰਡੋਰਾ ਫੇਰ ਲਵੇ ਕੋਈ, ਅਖਬਾਰਾਂ 'ਚ ਕਢਾ ਲਵੇ, ਆਪਣੇ ਆਪ ਨੂੰ ਸਾਬਤ ਕਰ ਲਵੇ ਵੀ ਮੈਂ ਬਹੁਤ ਚੰਗਾ ਹਾਂ। ਬਿਨ ਨਾਵੇ ਸਿਰ ਕਾਲ, ਪਰਮੇਸ਼ਰ ਦੇ ਨਾਵੇ ਨਾਮ ਜਪਣ ਤੋਂ ਬਿਨਾ ਸਿਰ ਦੇ ਉੱਤੇ ਕਾਲ ਖੜਾ ਜਿਹਨੇ ਤੈਨੂੰ ਛੱਡਣਾ ਨਹੀਂ ਹੈ। ਪਿੰਡ ਪੜੈ ਜਿਉ ਖੇਲਸੀ, ਤੇ ਇਹ ਭਾਈ ਪਿੰਡ ਪੜਾ ਜਿਹੜਾ ਇਹਨੂੰ ਪੜਾ ਹੀ ਨਹੀਂ ਕਰਨਾ, ਇੱਥੇ ਪੜਾ ਨਾ ਪੈਣ ਤੋਂ ਇਸ ਕਰਕੇ ਇਹਨੂੰ ਪੋਲਾ ਜਾ ਬੋਲਣਾ ਹੈ। ਪਿੰਡ ਸਰੀਰ ਤਾਂ ਇੱਥੇ ਪੜਾ ਪਿਆ ਰਹਿ ਜਾਏਗਾ। ਇਹ ਜੀਓ ਜੀਵ ਆਤਮਾ ਇਹ ਸੰਸਾਰ ਦੀ ਖੇਡ ਖੇਡ ਰਿਹਾ ਹੈ। ਇਸ ਵੇਲੇ ਇਹ ਜੀਵ ਆਤਮਾ ਆਪਣੀ ਜੀਵਨ ਦੀ ਖੇਡ ਖੇਡ ਰਿਹਾ ਹੈ। ਇਹ ਖੇਡ ਖੇਡ ਕੇ ਚਲਿਆ ਜਾਏਗਾ। ਕਿਵੇਂ ਜਾਏਗਾ? ਜਿਸ ਤਰ੍ਹਾਂ ਸਾਧ ਜੀ ਜੁਆਰੀ ਹੁੰਦਾ ਹੈ, ਉਹ ਜੁਆਰੀ ਜੂਆ ਖੇਡਦਾ, ਉਹਦੀ ਪੂੰਜੀ ਸਾਰੀ ਉਹਦੇ ਤੇ ਲੱਗ ਗਈ ਤੇ ਹੱਥ 'ਚ ਕੁਝ ਨਹੀਂ, ਪਛਤਾਵਾ ਕਰਦਾ, ਘਰ ਨੂੰ ਖਾਲੀ ਮੁੜ ਜਾਂਦਾ। ਚੱਲੇ ਜੁਆਰੀ, ਦੋਏ ਹੱਥ ਝਾਰ, ਹੱਥ ਵਿੱਚ ਕੁਝ ਨਹੀਂ ਹੈ, ਜਿਹੜਾ ਕੋਲ ਸੀ ਪੱਲੇ ਉਹ ਵੀ ਗਿਆ। ਹੁਣ ਸੰਸਾਰ ਦੀ ਬਾਜੀ ਦੇ ਅੰਦਰ ਇਹ ਜੂਏ ਦੀ ਬਾਜੀ ਹੈ ਸਾਡੇ ਜੀਵਨ ਦੀ। ਸਵਾਸਾਂ ਦੀ ਪੂੰਜੀ ਲੈ ਕੇ ਆਇਆ, ਜਾਣ ਵੇਲੇ ਸਵਾਸ ਤਾਂ ਪੂੰਜੀ ਖਤਮ ਹੋ ਗਈ ਤੇ ਉਹਨਾਂ ਦੇ ਬਦਲੇ ਪੁੰਨ ਨਹੀਂ ਕੀਤੇ, ਨਾਮ ਨਹੀਂ ਜਪਿਆ, ਵੀ ਖਾਲੀ ਇਉਂ ਜਾਊਗਾ ਜਿਵੇਂ ਜੁਆਰੀ ਜਾਂਦਾ ਹੈ। ਫਿਰ ਅੱਗੇ ਹੋਰ ਦੱਸਦੇ ਹਨ, ਬਦਫੈਲੀ ਕਿਆ ਹਾਲ। ਬਦਫੈਲੀ ਹੁੰਦਾ ਹੈ ਭੈੜੇ ਕੰਮ ਕਰਨ ਨੂੰ ਕਹਿੰਦੇ ਆ। ਬਦਨਾਮ ਭੈੜੇ ਦਾ ਹੈ, ਭੈੜੇ ਕਰਮ ਫੈਲਾਉਣ ਵਾਲੇ ਨੂੰ ਬਦਫੈਲੀਆਂ ਕਰਨੀਆਂ ਕਹਿੰਦੇ ਆ। ਮਾਸ ਸ਼ਰਾਬ ਸੇਵਨ ਕਰਨਾ, ਪਰਾਏ ਸਰੀਰਾਂ ਨਾਲ ਵਿਵਚਾਰ ਕਰਨਾ, ਅੰਤ ਨੂੰ ਪ੍ਰਲੋਕ ਵਿੱਚ ਕਿਆ ਕੀ ਹਾਲ ਹੋਵੇਗਾ। ਤੇ ਇਸ ਕਰਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਵਿਜੈ ਮੁਕਤ ਸ਼ਾਸਤਰ ਦਾ ਪ੍ਰਮਾਣ ਦੇ ਕੇ ਇੱਕ ਗੱਲ ਕਹੀ ਹੈ ਕਿ ਜਿਹੜੇ ਤੰਬਾਕੂ ਦਾ ਸੇਵਨ ਕਰਦੇ ਨੇ, ਕਹਿੰਦੇ ਮਰਨ ਤੋਂ ਬਾਅਦ ਜਮਦੂਤ ਕੁੱਤੇ ਦਾ ਬਿਸਟਾ ਉਹਦੇ ਮੂੰਹ ਵਿੱਚ ਦਿੰਦੇ ਆ ਕਿ ਆਹ ਖਾ ਤੂੰ ਤੰਬਾਕੂ ਖਾਂਦਾ ਰਿਹਾ, ਐਡੀ ਮਾੜੀ ਚੀਜ਼ ਹੈ ਇਹ। ਜਿਹੜੇ ਸ਼ਰਾਬ ਪੀਂਦੇ ਆ ਉਹਨਾਂ ਨੂੰ ਬਹੁਤ ਨਖੇਧੀ ਚੀਜ਼ਾਂ ਉਹਨਾਂ ਦੇ ਮੂੰਹ ਵਿੱਚ ਪਾ ਕੇ ਕੁੱਤੇ ਦਾ ਪਿਸ਼ਾਬ ਆਦਿ ਕਹਿੰਦੇ ਵਿਜੈ ਮੁਕਤ ਸ਼ਾਸਤਰ 'ਚ ਲਿਖਿਆ ਹੋਇਆ ਹੈ। ਇਹ ਮਹਾਂਪੁਰਖਾਂ ਨੇ ਪ੍ਰਮਾਣ ਦਿੱਤਾ ਹੈ, ਜਿਉਂਦੀ ਜਾਗਦੀ ਮਿਸਾਲ ਹੈ। ਤੋ ਇਸ ਕਰਕੇ ਕਹਿਣ ਤੋਂ ਭਾਵ ਹੈ ਵੀ ਇਹ ਜੇ ਗੁਰੂ ਗੋਬਿੰਦ ਸਿੰਘ ਨੇ ਵਿਜੈ ਮੁਕਤ ਸ਼ਾਸਤਰ 'ਚ ਕਿਹਾ, ਇਹ ਭੈੜੀਆਂ ਚੀਜ਼ਾਂ ਤੋਂ ਹਟਾਉਣ ਵਾਸਤੇ ਕਿਹਾ ਹੈ। ਇਹਦੇ ਵਿੱਚ ਸਾਨੂੰ ਹਟਣਾ ਚਾਹੀਏ। ਇਹ ਬਦਫੈਲੀਆਂ ਕਰਨ ਤੋਂ, ਮਾਸ ਸ਼ਰਾਬ ਜੂਆ ਖੇਡਣਾ ਆਦਿ ਬਦਫੈਲੀਆਂ ਕਰਨ ਤੋਂ ਹਟਣਾ ਚਾਹੀਦਾ ਹੈ। ਪੁੱਤਾਂ ਦੇਖ ਵਿਗਸੀ ਹੈ, ਇਹ ਅਦਕ ਦੇ ਸਹਿਤ ਬੋਲਣਾ ਭਾਈ, ਵਿਗਸੀ ਹੈ, ਵਿਗਸੀ ਨਾ ਬਣ ਜਾਵੇ। ਆਪਣੇ ਪੁੱਤਾਂ ਪੁੱਤਰਾਂ ਨੂੰ ਦੇਖ ਕੇ ਜੀਵ ਵਿਗਸੀ ਹੈ, ਖਿੜਦਾ ਹੈ, ਤੇ ਅਰਥ ਦੋਨਾਂ ਦਾ ਹੀ ਬਣ ਜਾਂਦਾ ਹੈ। ਤੇ ਇਸ ਕਰਕੇ
ਮਹਾਰਾਜ ਸਾਹਿਬ ਜੀ ਕਹਿੰਦੇ ਆ, ਇਹ ਕਹਿੰਦਾ ਵੀ ਮੇਰੇ ਪੁੱਤਰ ਹੋਣਹਾਰ, ਮੇਰਾ ਪੁੱਤਰ ਨੌਜਵਾਨ ਹੋ ਗਿਆ, ਧਨ ਕਮਾਊਗਾ, ਮੇਰਾ ਬੁਢਾਪੇ 'ਚ ਮੈਨੂੰ ਸਾਂਭੂਗਾ। ਪਤਾ ਉਦੋਂ ਲੱਗ ਜਾਂਦਾ ਬਾਪੂ ਨੂੰ ਘਰੋਂ ਕੱਢ ਦਿੰਦਾ, ਕਹਿੰਦਾ ਜਾ ਹੁਣ ਬਿਰਧ ਆਸ਼ਰਮ ਚਲਿਆ ਜਾ, ਇਹ ਮਕਾਨ ਦੇ ਵਿੱਚ ਐਵੇਂ ਖੰਘ ਖੰਘ ਕੇ ਤੂੰ ਸਾਨੂੰ ਨੀਂਦ ਖਰਾਬ ਕਰਦਾ ਹੈ। ਬਹੁਤ ਸਾਰੇ ਇਹਨੂੰ ਦੇਖ ਕੇ ਬਿਗਸਿਆ, ਜਿਹੜਾ ਤੂੰ ਖਿੜਦਾ ਸੀ। ਨਾਰੀ ਸੇਜ ਪਧਾਰ, ਇਸ ਪ੍ਰਕਾਰ ਇਸਤਰੀ ਨੂੰ ਦੇਖ ਕੇ ਸੇਜਾ ਤੇ ਬੜਾ ਖੁਸ਼ ਹੁੰਦਾ ਸੀ। ਨਾਰੀ ਆਪਣੇ ਪਤੀ ਨੂੰ ਦੇਖ ਕੇ ਭਰਤਾ ਨੂੰ ਖੁਸ਼ ਹੁੰਦੀ ਹੈ, ਸੇਜਾ ਤੇ ਦੇਖ ਕੇ ਸੁਖ ਮਾਣਨ ਵਾਸਤੇ ਖੁਸ਼ ਹੁੰਦੇ ਨੇ ਇੱਕ ਦੂਜੇ ਨੂੰ ਦੇਖ ਕੇ। ਚੋਆ ਚੰਦਨ ਲਾਈਐ, ਚੁਆ ਜਿਹੜਾ ਹੈ ਚੁਆਉਣ ਦਾ ਨਾਮ ਹੈ। ਚੰਦਨ ਚੁਆ ਕੇ, ਚੰਦਨ ਦੇ ਵਿੱਚੋਂ ਜਿਹੜਾ ਸੁਗੰਧਿਤ ਤੇਲ ਕੱਢਿਆ ਜਾਂਦਾ ਹੈ, ਸਰੀਰ ਉੱਤੇ ਚੰਦਨ ਘਸਾ ਕੇ ਲੇਪ ਕਰ ਲੈਣਾ। ਚੰਗੇ ਚੰਗੇ ਹੋਰ ਵੀ ਵਸਤਰ ਆਦ, ਕਾਪੜ ਰੂਪ ਸੀਗਾਰ, ਕੱਪੜੇ ਸਰੀਰ ਉੱਤੇ ਚੰਗੇ ਪਹਿਨਣੇ ਤੇ ਸ਼ਿੰਗਾਰ ਬਨਾਵਟੀ ਪਦਾਰਥਾਂ ਦੇ ਨਾਲ ਆਪਣੇ ਸਰੀਰ ਦੇ ਸੁਹੱਪਣ ਬਣਾਉਣ ਵਾਸਤੇ ਕਰ ਲੈਣਾ। ਗਹਿਣਿਆਂ ਆਦਿ ਦਾ ਸ਼ਿੰਗਾਰ ਕਰ ਲੈਣਾ। ਖੇਹੂ ਖੇਰ ਲਾਈਐ, ਪਰ ਕਹਿੰਦੇ ਤੈਨੂੰ ਇਹ ਨਹੀਂ ਪਤਾ, ਇਹ ਜਿਹੜੀ ਖੇਹ ਨਾ ਮੈਂ ਮਿੱਟੀ ਰੂਪ ਹੈ, ਇਹ ਅੰਤ ਨੂੰ ਖੇਹ ਮਿੱਟੀ ਦੇ ਵਿੱਚ ਖੇਹੂ ਖੇਹ ਰਲਾਈ ਹੈ। ਤੇਰਾ ਸਰੀਰ ਰੂਪੀ ਮਿੱਟੀ ਅਪ੍ਰਤੱਖ ਮਿੱਟੀ 'ਚ ਰੁਲੇਗੀ। ਕਬਰ ਦੇਤੀ ਤਾਂ ਵੀ ਰੁਲ ਗਈ, ਤੇ ਸੁਆਹ ਬਣ ਗਈ ਤਾਂ ਵੀ ਰੁਲ ਗਈ ਹੈ। ਤੋ ਇਸ ਕਰਕੇ ਇਹ ਇੱਕ ਦਿਨ ਹਾਲ ਤੇਰੇ ਹੋਣੀਆਂ। ਨਾਨਕ ਢੇਰੀ ਢਹਿ ਪਈ, ਮਿੱਟੀ ਸੰਦਾ ਕੋਟ, ਇਹ ਢਹਿ ਜਾਣੀ ਹੈ ਢੇਰੀ ਤੇਰੀ। ਛੋੜ ਚੱਲੇ ਘਰ ਵਾਰ, ਤੇ ਉਸ ਵੇਲੇ ਫਿਰ ਕੀ ਹੋਏਗਾ? ਜਿਹੜੇ ਘਰ ਆਪਣੇ ਲਈ ਬਣਾਉਣਾ ਕੀਤੇ ਸੀ, ਜਿਹੜੇ ਬਾਹਰ ਦਰਵਾਜ਼ੇ ਕਲਬੂਤੀ ਬਣਾਏ, ਚੰਦਨ ਲਗਾ ਕੇ ਸੁਗੰਧੀਆਂ ਸਰੀਰ ਨੂੰ ਲਾਈਆਂ, ਅਨਕ ਯਤਨ ਕਰ ਕਾਇਆ ਪਾਲੀ, ਮਰਤੀ ਵਾਰ ਅਗਨ ਸੰਗ ਜਾਲੀ। ਇੱਕ ਛਿਨ ਵਿੱਚ ਛੋੜ ਚੱਲਿਆ, ਛੱਡ ਕੇ ਚਲੇ ਜਾਣਾ। ਜਿਹੜੇ ਸਰੀਰ ਵਾਸਤੇ ਘਰ-ਬਾਰ ਬਣਾਉਣ ਲਾ ਕੀਤਾ ਸੀ ਵੀ ਸਰੀਰ ਇੱਥੇ ਰਹੂਗਾ, ਉਹ ਸਰੀਰ ਉਹਨਾਂ ਤਾਂ ਬਾਹਰ ਉਜਾੜ ਛੱਡੇ ਆਉਂਦੇ ਨੇ। ਸ਼ਮਸ਼ਾਨ ਭੂਮੀ ਉਜਾੜ ਹੀ ਹੈ, ਤੇ ਇਸ ਕਰਕੇ ਕਬਰਾਂ ਦੇ ਵਿੱਚ ਲੈ ਜਾਣਾ ਹੈ। ਤੇ ਬਾਹਰ ਇੰਦਰੀਆਂ ਰੂਪ ਦਰਵਾਜ਼ੇ ਵਾਲੇ ਘਰ ਸਰੀਰ ਨੂੰ ਛੱਡ ਕੇ ਜੀਵ ਪਰਲੋਕ ਨੂੰ ਚਲੇ ਜਾਣਗੇ। ਸਰੀਰ ਇੱਥੇ ਰੁਲਦਾ ਜਾਏਗਾ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਕਵਤਾਰ ਉਪਰ ਸ਼ਾਰੋ, ਉੱਚੇ ਮੰਦਰ ਸਾਲ ਰਸੋਈ, ਇਹ ਘੜੀ ਫੁਨ ਰਹਿਣ ਨਾ ਹੋਈ। ਘੜੀ ਵੀ ਨਹੀਂ ਰੱਖਣਾ ਕਿਸੇ ਨੇ। ਮਹਿਰ ਮਲੂਕ ਕਹਾਈਐ, ਇਹ ਸਲਾਮੀ ਪ੍ਰਮਾਣ ਜਦੋਂ ਮਹਾਰਾਜ ਦਿੰਦੇ ਆ ਨਾ ਦੂਸਰੇ ਧਰਮ ਦਾ, ਫਿਰ ਭਾਸ਼ਾ ਵੀ ਉਹੀ ਬੋਲਦੇ ਆ, ਤੇ ਪੰਡਤਾਂ ਨਾਲ ਗੱਲ ਕਰਦੇ ਆ ਸੰਸਕ੍ਰਿਤ ਦੇ ਪ੍ਰਮਾਣ ਦੇ ਦਿੰਦੇ ਆ, ਤੇ ਜਦੋਂ ਇਸਲਾਮ ਦੇ ਫਿਰ ਉਸ ਤਰ੍ਹਾਂ ਦੇ ਸ਼ਬਦ ਵਰਦੇ ਆ। ਮਹਿਰ ਗੁਜਰਾਂ ਦੇ ਲੰਬੜਦਾਰ ਹੁੰਦੇ ਆ, ਉਹ ਮੁਖੀ ਹੁੰਦਾ ਉਹਨਾਂ ਦਾ ਨਾਮ ਹੈ। ਤੇ ਮਲੂਕ ਹੈ ਜਿਹੜੇ ਬਲੋਚਾਂ ਦੇ ਲੰਬੜਦਾਰਾਂ ਦਾ ਨਾਮ ਹੈ। ਮਹਿਲ ਮਲੂਕ ਕਹਾਈ ਹੈ, ਭਾਵੇਂ ਇਹਨਾਂ ਦੇ ਲੰਬੜਦਾਰ ਬਣ ਕੇ ਕਹਾਉਂਦੇ ਆ, ਜਾਂ ਇਸ ਤਰ੍ਹਾਂ ਦੀਆਂ ਚੌਧਰਾਂ ਜਿਨ੍ਹਾਂ ਨੂੰ ਮਿਲ ਜਾਣ। ਰਾਜਾ ਰਾਓ ਕੇ ਖਾਨ, ਰਾਜਾ ਹੋ ਜਵੇ, ਰਾਓ ਹੋ ਜਵੇ, ਮਲੂਕ ਆਪਣੇ ਨਾਮ ਨੂੰ ਮੁਲਕ ਦਾ ਬਾਦਸ਼ਾਹ ਬਣ ਜੇ, ਇਹੋ ਮਹਿਰ ਮਲੂਕ ਕਹਾਈ ਹੈ। ਭਾਵ ਕੀ ਹੈ? ਆਪਣੇ ਕੌਮਾਂ ਦੇ ਆਗੂ ਬਣ ਜਾਈਏ। ਮਲੂਕ ਨਾਮ ਜਿਹੜਾ ਮਲਕ ਜਮ੍ਹਾਂ ਕਰਨ ਤੋਂ ਹੈ। ਮਲਕ ਦਾ ਨਾਮ ਕੀ ਹੈ? ਧਨ ਪਦਾਰਥ ਵਿਭੂਤੀ, ਕੋਸ਼ਾਂ ਦੇ ਵਿੱਚ ਇਹ ਅਰਥ ਕੀਤਾ ਹੋਇਆ ਹੈ। ਇਸ ਕਰਕੇ ਬਾਦਸ਼ਾਹ ਨੂੰ ਮਲੂਕ ਕਹਿਣ ਲੱਗ ਪਏ। ਜੇ ਬਾਦਸ਼ਾਹ ਕਹਾ ਲਈਏ, ਜਾਂ ਰਾਜਾ ਰਜਵਾੜਿਆਂ ਦਾ ਮਾਲਕ ਕਹਾ ਲਈਏ, ਰਾਓ ਛੋਟੇ ਰਾਜਿਆਂ ਨੂੰ ਕਹਾ ਲਈਏ, ਜਾਂ ਫਿਰ ਖਾਨ ਪਠਾਣਾ ਦਾ ਸਰਦਾਰ ਆਪਣੇ ਆਪ ਨੂੰ ਕਹਾ ਲਿਆ ਮਨੁੱਖ ਨੇ। ਚੌਧਰੀ ਰਾਓ ਸਦਾਈਐ, ਚੌਧਰੀ ਜਿਹਦੇ ਕੋਲ ਚੌਧਰ ਹੋਵੇ। ਪੁਰਾਣੇ ਸਮੇਂ 'ਚ ਜਿਹੜੇ ਵਿਅਕਤੀ ਉਹ ਪਿੰਡ ਦੀ ਚੌਧਰ ਹੁੰਦੀ ਸੀ ਨਾ, ਉਹਨੂੰ ਚੌਧਰੀ ਕਹਿੰਦੇ। ਨਗਰ ਦਾ ਮੁਖੀ ਦਾ ਨਾਂ ਹੈ। ਹੁਣ ਵਾਲੀ ਬੋਲੀ 'ਚ ਸਰਪੰਚ ਕਹਿ ਲਈਦਾ। ਤੇ ਰਾਓ ਤੇ ਉਪਰਾਜ ਹੁੰਦਾ ਹੈ। ਜਿਵੇਂ ਅਮੀਰ ਮਹਾਰਾਸ਼ਟਰ ਤੇ ਰਾਜਪੂਤਾਨੇ ਦੇ ਵਿੱਚ ਅਮੀਰਾਂ ਦੀ ਪਦਵੀ ਦਾ ਨਾਮ ਰਾਓ ਹੈ। ਇਹ ਐਸੀਆਂ ਵਡਿਆਈਆਂ ਭਾਵੇਂ ਮਿਲ ਜਾਣ, ਇਹਨੂੰ ਚੌਧਰੀ ਬਣ ਗਿਆ, ਰਾਓ ਬਣ ਗਿਆ, ਰਾਜਾ ਬਣ ਗਿਆ, ਖਾਨ ਬਣ ਗਿਆ, ਮਹਿਰ ਬਣ ਗਿਆ, ਮਲੂਕ ਬਣ ਗਿਆ। ਇਹ ਤਿਆਗ ਕੇ ਕਹਾ ਵੀ ਲਈਏ। ਜਲ ਬਲੀਏ ਅਭਿਮਾਨ, ਤੁਹਾਰੇ ਕਹਿੰਦੇ ਕੀ ਮਿਲ ਗਿਆ? ਹੰਕਾਰ ਦੇ ਵਿੱਚ ਹੰਕਾਰ ਸਾੜਦਾ ਰਿਹਾ ਤੈਨੂੰ ਵੀ ਮੈਂ ਵੱਡਾ, ਫੇ ਸੁਆਹ ਹੀ ਹੋ ਜਾਣਾ ਨਾ, ਹੋਰ ਤਾਂ ਕੋਈ ਲਾਭ ਨਹੀਂ ਪ੍ਰਾਪਤ ਹੋਇਆ। ਹੰਕਾਰ ਹੀ ਹੈ ਤੈਨੂੰ। ਮਨਮੁਖ ਨਾਮ ਵਿਸਾਰਿਆ, ਮਨਮੁਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ, ਭੁਲਾ ਦਿੱਤਾ ਹੈ। ਜਿਉਂ ਡਬ ਦੱਦਾ ਕਾਨ, ਤੇ ਇਹਨੂੰ ਦੱਦਾ ਭਾਰਾ ਬੋਲਣਾ ਪਾਈ, ਤੇ ਕਾਨ ਭੋਲਾ ਬੋਲਣਾ। ਇੱਕ ਅੱਧੀ ਪੰਕਤੀ ਜੀ, ਦੋ ਜਿਹੜੇ ਪਾਠ ਦੇ ਭੇਦ ਨੇ।
ਇਹਨੂੰ ਤਾਂ ਕਾਨ ਨਹੀਂ ਕਹਿ ਦੇਣਾ, ਕਾਨ ਕਹਿਣਾ। ਕਾਨੇ ਤੋਂ ਭਾਵ ਹੈ ਤੇ ਦੱਦਾ ਸੜੇ ਹੋਏ ਦਾ ਨਾਮ ਹੈ। ਤੋ ਇਸ ਕਰਕੇ ਨਾ ਥੋੜਾ ਜਿਹਾ ਦੱਦਾ ਭਾਰਾ ਬੋਲਣਾ, ਬਹੁਤਾ ਬਰੀ ਵੀ ਪੂਰੀ ਅਦਕ ਵੀ ਨਹੀਂ ਲਾਉਣੀ, ਤੇ ਥੋੜਾ ਜਿਹਾ ਅੱਧੀ ਅਦਕ ਵਾਂਗੂ ਜਿਹੜਾ ਥੋੜਾ ਜਿਹਾ ਭਾਰਾ ਕਰਕੇ ਬੋਲਣਾ, ਜਿਉਂ ਦੱਦਾ ਕਾਨ। ਤੋ ਇਸ ਪ੍ਰਕਾਰ ਜਿਹੜੀ ਜਿਵੇਂ ਡੌਂ ਅਗਨੀ ਦੇ ਨਾਲ ਕਾਨ ਜੰਗਲ ਦੱਦਾ ਸੜ ਜਾਂਦਾ ਹੈ, ਮਨ ਲੋਕ ਸੜੇ ਹੋਏ ਨੇ। ਇਹ ਜੰਗਲ ਦੀ ਨਿਆਈ ਹੈ। ਜਿਵੇਂ ਅਗਨੀ ਸੜਿਆ ਹੋਇਆ ਕਾਨਾ ਉੱਪਰ ਤੋਂ ਤਾਂ ਦਿਖਦਾ ਹੈ, ਪਰ ਹੁੰਦੀ ਸੁਆਹ ਹੀ ਹੈ, ਨਿਰੀ ਸੁਆਹ ਹੁੰਦੀ ਹੈ। ਇਸੇ ਕਰਕੇ ਮਨਮੁਖਾਂ ਦੇ ਸਰੀਰਾਂ ਦੇ ਆਕਾਰ ਤਾਂ ਦਿਸ ਰਹੇ ਹੈ, ਪਰ ਤ੍ਰਿਸ਼ਨਾ ਰੂਪੀ ਡੌਂ ਅਗਨੀ ਦੇ ਸਾੜੇ ਹੋਏ ਨੇ, ਸੁਆਹ ਹੀ ਹੈ ਅੰਦਰ, ਜਾਂ ਵਿਸ਼ਿਆਂ ਦੀ ਸੁਆਹ ਹੈ ਅੰਦਰ। ਜਿਵੇਂ ਕਾਨਾ ਸੜਿਆ ਹੋਇਆ ਲਿਸ਼ਕਦਾ ਉੱਪਰੋਂ, ਤਾਂ ਸਰੀਰ ਚਮਕ ਰਿਹਾ ਹੈ, ਪਰ ਵਿੱਚ ਨਾਮ ਬਾਣੀ ਦਾ ਪ੍ਰੇਮ ਨਹੀਂ ਹੈ, ਰਸ ਨਹੀਂ ਹੈ। ਕਾਮ ਕ੍ਰੋਧੀ ਡੌਂ ਅਗਨੀ ਨੇ ਸਾੜ ਦਿੱਤਾ ਹੈ। ਹਉਮੈ ਕਰ ਕਰ ਜਾਏ ਸੀ, ਜਿੰਨੀ ਸ੍ਰਿਸ਼ਟੀ ਆ ਹਉਮੈ ਕਰ ਕਰਕੇ ਚਲੀ ਜਾ ਰਹੀ ਹੈ। ਜੋ ਆਇਆ ਜਗ ਮਾਹੈ, ਹਉਮੈ ਕਰ ਕਰਕੇ ਚਲੀ ਗਈ ਹੈ, ਪਿੱਛੇ ਵੀ ਚਲੀ ਗਈ ਤੇ ਹੁਣ ਵੀ ਜਾ ਰਹੀ ਹੈ, ਅੱਗੇ ਨੂੰ ਵੀ ਚਲੀ ਜਾਏਗੀ। ਜੋ ਆਇਆ, ਫਿਰ ਬੋਲਿਓ, ਜੋ ਆਇਆ ਜਗ ਮਾਹੈ। ਜਿਹੜਾ ਵੀ ਸੰਸਾਰ ਦੇ ਵਿੱਚ ਜਨਮ ਧਾਰ ਕੇ ਆ ਗਿਆ, ਇੱਕ ਦਿਨ ਜਾਣਾ ਹੀ ਹੋਏਗਾ ਉਹਨੇ। ਪਰ ਜਾਏ ਸੀ, ਕਿਵੇਂ ਜਾਏ ਸੀ? ਹਉਮੈ ਕਰ ਕਰ, ਹੰਕਾਰ ਕਰਕੇ ਹੀ ਮਰਿਆ। ਤੇ ਇਸ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਦੇ ਸਰਗੁਣ ਸਰੂਪ ਧਾਰਨ ਕਰਕੇ ਤੇ ਬੜੇ ਬੜੇ ਹੰਕਾਰੀਆਂ ਦੇ ਪ੍ਰਸੰਗ ਹੁੰਦੇ। ਦੁਰਯੋਧਨ ਮਰ ਗਿਆ ਪਰ ਹੰਕਾਰ ਤਾਂ ਨਹੀਂ ਛੱਡਿਆ। ਰਾਵਣ ਅਖੀਰ ਤੱਕ ਸਾਰੀ ਲੰਕਾ ਨਾਸ ਹੋ ਗਈ, ਪੁੱਤਰ ਸਾਰੇ ਮਰ ਗਏ, ਪਰ ਹੰਕਾਰ ਨਹੀਂ ਛੱਡਿਆ। ਹਰਨਾਕਸ਼ ਨੌਹਾਂ ਨਾਲ ਤਾਂ ਆਪਣੇ ਜਿਸ ਨੂੰ ਪੜਾ ਲਿਆ, ਪਰ ਹੰਕਾਰ ਨਹੀਂ ਛੱਡਿਆ। ਇਸ ਤਰ੍ਹਾਂ ਇਹ ਹੰਕਾਰੀ ਲੋਕ ਹੰਕਾਰ ਦੇ ਸਹਿ ਤੇ ਮਰਦੇ ਆ, ਫਿਰ ਹਉਮੈ ਕਰ ਕਰਕੇ ਜਾਂਦੇ ਨੇ। ਸਭ ਜਗ ਕਾਜਲ ਕੋਠੜੀ। ਮਹਾਰਾਜ ਕਹਿੰਦੇ ਭਾਈ ਇੱਕ ਗੱਲ ਹੁਣ ਸਮਝ ਲਓ ਵੀ ਜਿਹੜੇ ਸੰਸਾਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਇਹ ਸੰਸਾਰ ਕਿਹੋ ਜਿਹਾ? ਕਹਿੰਦੇ ਜਿਵੇਂ ਕਾਲਸ ਦੀ ਕੋਠੜੀ ਹੁੰਦੀ। ਆਪਣਾ ਆਪ ਬਚਾ ਕੇ ਰੱਖੋ। ਜੇ ਚਿੱਟੇ ਕੱਪੜੇ ਪਾ ਕੇ ਕਾਜਲ ਕੋਠੜੀ 'ਚ ਵੜ ਜਾਈਏ, ਕਾਲਸ ਦੀ ਵੀ ਕੋਠੜੀ ਜਿਹੜੀ ਹੈ, ਤੇ ਫਿਰ ਦਾਗ ਤਾਂ ਲੱਗਣਗੇ ਹੀ ਭਾਈ। ਇਹ ਸਭ ਜਗ ਕਾਜਲ ਕੋਠੜੀ, ਸਾਰਾ ਸੰਸਾਰ ਸਿਆਹੀ ਕਾਲਖ ਦੀ ਕੋਠੜੀ ਦੀ ਨਿਆਈ ਹੈ। ਸੁਰਮੇ ਦੀ ਕੋਠੜੀ ਹੋਵੇ ਜਿਹਦੇ 'ਚ ਸਿਰ ਮੂੰਹ ਕਾਲਾ ਹੋ ਜਾਂਦਾ, ਜਿਹੜਾ ਪੈਂਦਾ ਉਹਦੇ ਵਿੱਚ ਤਨ ਮਨ ਦੇਹ ਸੁਆਹੇ। ਸੰਸਾਰ ਵਿਸ਼ੇ ਵਿਕਾਰਾਂ ਪਾਪਾਂ ਦੀ ਕਾਲਖ ਦਾ ਭਰਿਆ ਹੋਇਆ, ਇਹੀ ਕਾਲਸ ਹੈ ਦੀ। ਇਹ ਵਿਸ਼ਿਆਂ ਦੇ ਵਿੱਚ ਤਨ ਨਾਲ ਲੱਗ ਕੇ ਦੇਹ ਸਰੀਰ ਦੀ ਸੁਆਹ ਹੋ ਜਾਂਦੀ ਹੈ ਅਤੇ ਮਨ ਵੀ ਕਾਲਾ ਹੋ ਜਾਂਦਾ ਹੈ। ਇਸ ਕਰਕੇ ਲਾਹਣਤਾਂ ਦੀ ਸੁਆਹ ਪੈਂਦੀ ਹੈ। ਤੇ ਪਰ ਬਚਿਆ ਕੌਣ ਹੈ? ਕਹਿੰਦੇ ਕੋਈ ਮਹਾਰਾਜ ਬਚਿਆ ਵੀ ਹੈ ਇਹਦੇ ਵਿੱਚ। ਆਪਣੇ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਆਪ ਤਾਂ ਭਾਈ ਕੋਈ ਵੀ ਨਹੀਂ ਬਚ ਸਕਦਾ। ਜਿੰਨਾ ਮਰਜੀ ਆਪਣੇ ਅੰਚਲ ਨੂੰ ਬਚਾ ਲਓ ਤੇ ਕਿਤੇ ਨਾ ਕਿਤੇ ਪੱਲਾ ਛੋ ਹੀ ਜਾਂਦਾ ਹੈ। ਤੇ ਜਾਂ ਫਿਰ ਇਹ ਆ ਵੀ ਤੁਸੀਂ ਨਹੀਂ ਛੋਹੋਗੇ, ਕਾਲਸ ਉੱਡ ਕੇ ਤੁਹਾਡੇ ਕੱਪੜਿਆਂ ਤੇ ਪੈ ਜੂ। ਦੂਜੇ ਦੀ ਗਲਤੀ ਦੇ ਨਾਲ ਕਾਲਸ ਲੱਗ ਜੂ, ਲੱਗ ਜ਼ਰੂਰ ਜਾਂਦੀ ਹੈ। ਬਚੇ ਕੌਣ ਹੈ? ਮਹਾਰਾਜ ਦੱਸਦੇ ਨੇ ਗੁਰ ਰਾਖੇ। ਗੁਰ ਰਾਖੇ ਸੇ ਨਿਰਮਲੇ। ਤੇ ਜਿਨ੍ਹਾਂ ਦੇ ਰਾਖੇ ਗੁਰੂ ਸਾਹਿਬ ਬਣ ਗਏ, ਗੁਰੂ ਨਾਨਕ ਸਾਹਿਬ ਬਣ ਗਏ। ਹੁਣ ਕਾਲਸ ਦੇ ਵਿੱਚੋਂ ਬਚਾਇਆ ਨਾ, ਚੌਂਕੀਦਾਰ ਬਣਨਾ ਪਿਆ। ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਭਾਈ ਜੋਗੀ ਨੂੰ ਬਚਾਏ ਲਿਆ ਹੁਸ਼ਿਆਰਪੁਰ ਬੇਸਵਾ ਦੇ ਦੁਆਰੇ ਤੇ। ਸੇ ਉਹ ਪੁਰਸ਼ ਸੰਸਾਰ ਦੇ ਵਿੱਚ ਇਹ ਕਾਜਲ ਕੋਠੜੀ ਵਿੱਚ, ਕਾਲਸ ਦੀ ਕੋਠੜੀ 'ਚ ਵਿਕਾਰਾਂ ਤੇ ਪਾਪਾਂ ਦੀ ਮੈਲ ਤੋਂ ਉਹ ਬਚ ਗਏ, ਬਲਕਿ ਨਿਰਮਲ ਸੁੱਧ ਹੋ ਗਏ। ਜੇ ਮੈਲ ਲੱਗੀ ਸੀ ਗੁਰੂ ਨੇ ਧੋ ਦਿੱਤੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਆਵਾ ਕੇ ਰੰਗ। ਗੁਰੂ ਸਾਹਿਬ ਜੀ ਵਿਕਾਰਾਂ ਦੀ ਜਿਹੜੀ ਮੈਲ ਹੈ ਕਿਵੇਂ ਲਾਉਂਦੇ ਨੇ ਅਖੇ ਦੱਸਦੇ ਹਨ। ਸ਼ਬਦ ਨਿਵਾਰੀ ਪਾਹੇ। ਉਹ ਸ਼ਬਦ ਉਪਦੇਸ਼ ਦੁਆਰਾ ਬਚਾ ਕੇ ਤ੍ਰਿਸ਼ਨਾ ਦੀ ਭਾਏ ਅਗਨੀ ਨਿਵਾਰੀ ਨਿਵਰਤ ਕਰ ਦਿੱਤੀ। ਕਾਲ ਦੀ ਜਿਹੜੀ ਮਾਇਆ ਦੀ, ਕਾਲ ਦੀ ਜਾਂ ਇੱਛਾ ਰੂਪ ਅੱਗ ਸੀ, ਈਰਖਾ ਦੀ ਅੱਗ ਸੀ, ਗਰਭ ਦੀ ਅੱਗ ਸੀ, ਨਰਕਾਂ ਦੀ ਅੱਗ ਸੀ, ਇਹ ਸਾਰੀ ਮੇਟ ਦਿੱਤੀ ਹੈ। ਬਚਾ ਲਿਆ ਗੁਰੂ ਨਾਨਕ ਸਾਹਿਬ ਨੇ। ਨਾਨਕ ਤਰੀਐ ਸਚ ਨਾਮ। ਮਹਾਰਾਜ ਸਾਹਿਬ ਕਹਿੰਦੇ ਭਾਈ ਤਰਨਾ ਤਾਂ ਸੰਸਾਰ ਸਮੁੰਦਰ ਤੋਂ ਸੱਚੇ ਨਾਮ ਦੁਆਰਾ ਹੀ ਹੈ। ਉਹ ਜਿਹੜਾ ਪਰਮੇਸ਼ਰ ਹੈ, ਸਿਰ ਸਾਹਾ ਪਾਤਸ਼ਾਹ, ਉਹ ਪਰਮੇਸ਼ਰ ਸੇ ਸ਼੍ਰੋਮਣੀ ਹੈ। ਦੁਨੀਆ ਦੇ ਸਾਹਾਂ ਸ਼ਾਹੂਕਾਰਾਂ ਦਾ ਵੀ ਬਾਦਸ਼ਾਹ ਹੈ, ਬਾਦਸ਼ਾਹ ਦੀ ਨਿਆਈ ਹੈ, ਕੰਵੇਰ ਹੈ। ਇਹ ਵੀ ਵੱਡਾ ਮੰਨਿਆ, ਬਰਮਾ ਨੂੰ ਵੱਡਾ ਮੰਨਿਆ, ਭਗਵਾਨ ਵਿਸ਼ਨੂੰ ਸ਼ਿਵ ਜੀ ਸਾਰੇ ਵੱਡੇ ਮੰਨਿਆ, ਪੂਜਨੀਕ ਨਾ। ਪਰ ਨਹੀਂ, ਉਹ ਇਹਨਾਂ ਪੂਜਨੀਕਾਂ ਦਾ ਸਾਹਾ ਪਾਤਸ਼ਾਹ ਰੂਪ ਹੈ, ਇਹਨਾਂ ਦਾ ਵੀ ਪੂਜਿਆ ਹੈ।
ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਇਹਨਾਂ ਦੀ ਤਾਂ ਇਹ ਹਾਲਤ ਹੈ। ਉਹ ਪਰਮੇਸ਼ਰ ਵੱਡਾ ਹੈ। ਮੈਂ ਹਰ ਨਾਮ ਨਾ ਵਿਸਰੈ, ਮੈਨੂੰ ਕਦੇ ਵੀ ਹਰੀ ਪਰਮੇਸ਼ਰ, ਹੇ ਵਾਹਿਗੁਰੂ ਤੇਰਾ ਨਾਮ ਨਾ ਕਦੇ ਭੁੱਲੇ। ਤੇ ਆਪ ਕਿਰਪਾ ਕਰੋ ਜੀ। ਮੈਂ ਤਾਂ ਸਤਿਗੁਰਾਂ ਪਾਸੋਂ ਹਰ ਨਾਮ ਰਤਨ ਵਿਸਾਹੋ, ਮੈਂ ਤਾਂ ਸਤਿਗੁਰੂ ਸ਼ਾਹੂਕਾਰ ਦੇ ਕੋਲੋਂ ਹਰੀ ਨਾਮ ਰੂਪੀ ਰਤਨ ਮਾਨਕ ਨੂੰ ਵਿਸਾਹੋ ਖਰੀਦਿਆ ਹੈ। ਮਹਾਰਾਜ ਮੈਨੂੰ ਨਾਮ ਰੂਪੀ ਰਤਨ ਦਾ ਹੀ ਵਿਸਾਹੋ ਭਰੋਸਾ ਦੇ ਦਿਓ। ਹੁਣ ਇਹਦਾ ਵਿਸਾਹੋ ਨਾ ਭਰੋਸੇ ਦਾ, ਵਿਸਾਹੋ ਨਾ ਖਰੀਦਣ ਦਾ ਵੀ ਹੁੰਦਾ ਹੈ। ਦੋਨੇ ਅਰਥ ਇਸ ਕਰਕੇ ਲੱਗੇ ਨੇ। ਮਨੁੱਖ ਭੋਜਲ ਪਚਮ, ਜਿਹੜੇ ਮਨਮੁਖ ਨੇ, ਮਨ ਦੇ ਆਖੇ ਲੱਗਣ ਵਾਲੇ ਨੇ, ਉਹ ਮਨਮਾਨੀਆਂ ਕਰਨ ਵਾਲੇ ਜਿਹੜੇ ਪੁਰਖ ਨੇ, ਉਹ ਅੰਤ ਨੂੰ ਭਾਈ ਭੌਜਲ ਸੰਸਾਰ ਰੂਪੀ ਸਮੁੰਦਰ, ਇਹਦੇ ਵਿੱਚ ਪਚ ਮੂਏ, ਖੱਚਤ ਹੋ ਕੇ ਵਿੱਚੇ ਮੂਏ ਮਰ ਗਏ, ਗਲ ਪਚ ਗਏ, ਮਰ ਰਹੇ ਹਨ। ਗੁਰਮੁਖ ਤੈ ਅਥਾਹੋ, ਜਿਹੜੇ ਭਾਈ ਗੁਰੂ ਨੂੰ ਮੁਖ ਬਣਾਇਆ ਹੋਇਆ, ਗੁਰਮੁਖ ਨਾਮ ਅਭਿਆਸੀ ਨੇ, ਜਿਨ੍ਹਾਂ ਦਾ ਜੀਵਨ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨਾਂ ਦੇ ਅਨੁਸਾਰ ਹੈ, ਉਹ ਅਥਾਹੋ ਡੂੰਘੇ ਸੰਸਾਰ ਸਮੁੰਦਰ ਤੋਂ ਤਰ ਗਏ, ਭਾਵ ਉਹ ਮੁਕਤ ਹੋ ਗਏ ਹਨ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀਆਂ ਅਸ਼ਟਪਦੀਆਂ ਦਾ ਇਹ ਅਖੀਰਲਾ ਸ਼ਬਦ ਹੈ, ਜਿਹੜੀ ਇਹਦੇ ਨਾਲ ਅਸ਼ਟਪਦੀ ਸਮਾਪਤ ਹੋ ਜਾਣੀ ਹੈ। 17 ਅਸ਼ਟਪਦੀਆਂ ਸਾਰੀਆਂ ਨੇ 16 ਹੋ ਗਈਆਂ ਹੁਣ ਤੱਕ। ਅੱਗੇ 17ਵੀਂ ਅਸ਼ਟਪਦੀ ਦੇ ਕਿਹਾ ਘਰ ਦੂਜਾ, ਇਹ ਦੂਜੇ ਸੁਰਤਾਲ ਵਿੱਚ ਗੈਣ ਕੀਤਾ ਮਹਾਰਾਜ। ਇਸ ਕਰਕੇ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਗਏ ਹੈ, ਮੱਕੇ ਜਾਣ ਤੋਂ ਬਾਅਦ ਫਿਰ ਭਾਈ ਮਰਦਾਨੇ ਨੇ, ਮਰਦਾਨੇ ਦੇ ਕਹਿਣ ਤੇ ਮੱਕੇ ਗਏ ਸੀ, ਕਹਿੰਦਾ ਗਰੀਬ ਨਵਾਜ਼ ਵੀ ਆਪ ਜੇ ਕਿਰਪਾ ਕਰੋ। ਮਾਰੇ ਕਹਿੰਦੇ ਮਰਦਾਨਿਆਂ ਕੀ ਚਾਹੁੰਦਾ ਹੈ? ਕਹਿੰਦੇ ਮਹਾਰਾਜ ਮੱਕਾ ਤਾਂ ਵੇਖ ਲਿਆ, ਪਰ ਹੁਣ ਜੇ ਮਦੀਨਾ ਦਿਖਾ ਦਿਓ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ, ਤੇ ਮਹਾਰਾਜ ਕਿਰਪਾ ਕਰ ਦਿਓ, ਜਾਣਕਾਰੀ ਵਾਧੂ। ਤੇ ਲੋਕ ਹੱਜ ਜਾਂਦੇ ਸੀ, ਮੈਂ ਤਾਂ ਤੁਹਾਡੇ ਨਾਲ ਜ਼ਿੰਦਗੀ ਭਰ ਫਿਰਦਾ ਰਿਹਾ, ਮੈਂ ਵੀ ਆਪਣੇ ਪਿੰਡ ਜਾ ਕੇ ਮੁਸਲਮਾਨਾਂ ਨੂੰ ਦੱਸੂ ਵੀ ਮੈਂ ਮਦੀਨਾ ਵੀ ਦੇਖਿਆ, ਮੱਕਾ ਵੀ ਦੇਖਿਆ, ਮੇਰੇ ਗੁਰੂ ਨੇ ਦਿਖਾ ਦਿੱਤਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਦੂਰ ਬਹੁਤ ਹੈ, ਮਦੀਨਾ ਇੱਥੇ ਨੇੜੇ ਥੋੜੀ ਹੈ। ਤੇ ਉਹ ਮਦੀਨੇ ਦੇ ਵਿੱਚ ਜਿਹੜੇ ਕਹਿੰਦਾ ਜੀ ਮੁਸਲਮਾਨਾਂ ਦੇ ਵਿੱਚ ਇਹ ਗੀਤ ਗਾਉਂਦੇ ਆ, ਤੇ ਮੌਲਾ ਮੈਨੂੰ ਮਦੀਨੇ ਬੁਲਾ ਲੈ, ਇਸ ਤਰ੍ਹਾਂ ਦੇ ਗੀਤ ਗਾਉਂਦੇ ਆ। ਸਤਿਗੁਰੂ ਮਹਾਰਾਜ ਕਿਰਪਾ ਕਰ ਦਿਓ, ਕਹਿੰਦੇ ਇੱਥੋਂ 240 ਮੀਲ ਦੇ ਉੱਤੇ ਹੈ। ਹੁਣ ਤੂੰ ਦੇਖ ਲੈ ਵੀ ਜੇ ਆਪਾਂ ਤੁਰ ਕੇ ਜਾਈਏ ਨਾ, 20 ਕੋਹਾਂ ਵੀ ਤੁਰੀਏ ਰੋਜ਼, 12 ਦਿਨ ਲੱਗ ਜਾਣਗੇ। ਮਰਦਾਨਾ ਕਹਿੰਦਾ ਮਹਾਰਾਜ ਇੱਕ ਸ਼ਬਦ ਪੜ੍ਹਾ ਕੇ ਹਜ਼ਾਰਾਂ ਮੀਲ ਲੈ ਜਾਂਦੇ ਸੀ, ਤੇ ਅੱਜ ਮੀਲਾਂ ਗਿਣਨ ਲੱਗ ਗਏ ਤੁਸੀਂ ਮਦੀਨੇ ਦੀ ਵਾਰੀ ਨੂੰ। ਲੈ ਜਾਓ ਕਿਰਪਾ ਕਰਕੇ। ਤੇ ਹੁਣ ਇਹ ਜਿਹੜਾ ਅਹਿਸਾਸ ਹੈ, ਹੁਣ ਦੇ ਜਿਹੜੀ ਬੋਲੀ ਦੇ ਵਿੱਚ ਮੀਲਾਂ ਘੱਟ ਸਮਝ ਆਉਣ ਲੱਗ ਗਈਆਂ। ਹੁਣ ਦੇ ਹਿਸਾਬ ਦੇ ਨਾਲ 440 ਕਿਲੋਮੀਟਰ ਬਣਦਾ। ਉਹ ਕਿਸ ਤਰ੍ਹਾਂ ਮੱਕੇ ਤੋਂ ਮਦੀਨਾ ਬਾਇਆ ਕੁਲੈਸ ਤੇ ਥਵਾਲ, ਇਹ ਇਧਰ ਨੂੰ ਬਾਇਆ ਇਧਰ ਨੂੰ ਹੋ ਕੇ ਜਾਈਦਾ, ਫਿਰ ਇਹ ਜ਼ਿਆਦਾ ਦੂਰ ਪੈ ਜਾਂਦਾ। ਇਸ ਕਰਕੇ 440 ਕਿਲੋਮੀਟਰ ਤੇ ਕਿਤੇ ਥੋੜੇ ਹੁੰਦੇ ਆ। ਤੇ ਮਹਾਰਾਜ ਸਾਹਿਬ ਜੀ ਨੇ ਉਹਦੀ ਬੇਨਤੀ ਮੰਨ ਲਈ, ਕਹਿੰਦੇ ਚਲੋ ਕੋਈ ਨਹੀਂ। ਫਿਰ 12 ਦਿਨ ਦੇ ਵਿੱਚ ਮਹਾਰਾਜ ਗਏ ਤੁਰ ਕੇ ਹੀ। ਮਹਾਰਾਜ 12 ਦਿਨ ਲੱਗੇ। ਜਦੋਂ ਮਹਾਰਾਜ ਮਦੀਨੇ ਪਹੁੰਚੇ, ਕਾਜੀ ਮੁਲਾਣੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚਿਆ। ਉਹ ਗੈਰ ਅੱਖਾਂ ਨਾਲ ਦੇਖਦੇ ਆ, ਮਰਦਾਨੇ ਨੂੰ ਕਿਹਾ, ਕਹਿੰਦੇ ਦੇਖਿਆ, ਕਹਿੰਦਾ ਮਹਾਰਾਜ ਤੁਸੀਂ ਨਾਲ ਚੱਲੋ। ਆਏ ਮਹਾਰਾਜ ਸਾਹਿਬ ਕਹਿੰਦੇ ਚੱਲ ਬਈ। ਖੜਾਮਾਂ ਸਮੇਤ ਮਹਾਰਾਜ ਅੰਦਰ ਚਲੇ ਗਏ। ਉੱਥੇ ਕਾਜੀ ਮੁਲਾਣੇ ਬੈਠੇ, ਉਹਨਾਂ ਨੇ ਦੇਖ ਕੇ ਗੁੱਸਾ ਕੀਤਾ ਵੀ ਇਹ ਮੁਹੰਮਦ ਸਾਹਿਬ ਦੀ ਕਬਰ ਦਾ ਅਦਬ ਨਹੀਂ ਕੀਤਾ। ਹੁਣ ਦੇਖੋ ਮਿੱਟੀ ਆ ਜਿਹੜੀ ਉਹ ਤੁਰ ਨਹੀਂ ਸਕਦੀ, ਬੋਲ ਨਹੀਂ ਸਕਦੀ। ਤੇ ਜਿਵੇਂ ਨਾਮਦੇਵ ਦਾ ਮੰਦਿਰ ਘੁੰਮਿਆ, ਫੇਰ ਦਿਆ ਦਿਹਰਾ ਨਾਮੇ ਕੋ ਪੰਡਿਆਂ ਕੋ ਵਿਸ਼ਵਾਰ ਲਾ। ਪਰਮਾਤਮਾ ਕੀ ਨਹੀਂ ਕਰ ਸਕਦਾ, ਇਹ ਨਹੀਂ ਕਿੰਤੂ ਕਰਨ ਦੀ ਲੋੜ। ਪਰਮਾਤਮਾ ਨੇ ਆਪ ਖੇਡ ਰਚੀ, ਦੱਸਣਾ ਸੀ ਗੁਰੂ ਨਾਨਕ ਸਾਹਿਬ ਕੌਣ, ਤੇ ਉਹਨਾਂ ਨੂੰ ਸਿੱਖਿਆ ਦੇਣੀ ਸੀ ਵੀ ਤੁਸੀਂ ਇਹਨਾਂ ਦੀ ਗੱਲ ਸਿੱਖਿਆ ਸੁਣੋ। ਉਹ ਤਾਂ ਹੀ ਸੁਣਨ ਨੂੰ ਤਿਆਰ ਹੁੰਦੇ। ਉੱਥੇ ਸਾਧ ਸੰਗਤ ਸ੍ਰੀ ਨਾਨਕ ਪ੍ਰਕਾਸ਼ ਦਾ ਹਵਾਲਾ ਦੇ ਕੇ ਸੰਤ ਗਿਆਨੀ ਗੁਰਬਚਨ ਸਿੰਘ ਨੇ ਇਹ ਦੱਸਿਆ ਵੀ ਕਬਰ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਿੱਟੀ 19 ਜਗ੍ਹਾ ਦੀ ਮਿੱਟੀ ਉਹ ਆ ਕੇ ਮਹਾਰਾਜ ਦੇ ਚਰਨੀ ਪੈ ਗਈ, ਆ ਕੇ ਝੁਕ ਗਈ ਚਰਨਾਂ ਦੇ ਵਿੱਚ। ਹੁਣ ਇਹ ਪ੍ਰਤੱਖ ਦੇਖ ਕੇ ਉਹ ਮਜ਼ੌਰ ਜਿਹੜੇ ਉੱਥੇ ਸੀ ਕਹਿੰਦੇ ਵੀ ਹੱਦ ਹੋ ਗਈ, ਮੱਕਾ ਸੁਣਿਆ ਸੀ, ਘੁੰਮ ਗਿਆ ਸੀ ਇਹਨਾਂ ਦੇ ਚਰਨਾਂ ਨਾਲ, ਹੁਣ ਇਹ ਕਬਰ ਝੁਕ ਗਈ ਹੈ ਮੁਹੰਮਦ ਸਾਹਿਬ ਦੀ, ਤੇ ਅਸੀਂ ਇਹਨਾਂ ਦੇ ਅੱਗੇ ਕਿਉਂ ਨਾ ਝੁਕੀਏ। ਉਹ ਚਰਨੀ ਪੈ ਗਏ। ਮੁਹੰਮਦ ਸਾਹਿਬ ਦਾ ਜਿਹੜਾ ਇਹ ਮੁਕਾਮ ਹੈ, ਉਹਨਾਂ ਨੇ ਕਿਹਾ ਸੀ ਵੀ ਇਹ ਮੁਕਾਮ ਦਾ ਅਦਬ ਕਿਉਂ ਨਹੀਂ ਕਰਿਆ ਤੁਸੀਂ। ਤੇ ਹੁਣ ਜਦੋਂ ਝੁਕਿਆ ਹੋਇਆ ਦੇਖਿਆ,
ਇਸਲਾਮ ਦੇ ਵਿੱਚ 1,24,000 ਪੈਗੰਬਰ ਮੰਨੇ ਹੈ, 1000 ਖਲੀਫਾ ਮੰਨਿਆ ਹੈ, 1.25 ਲੱਖ ਪੈਗੰਬਰ ਤਾਂ ਲਿਖਿਆ ਹੈ ਗੁਰਬਾਣੀ ਦੇ ਵਿੱਚ ਜੋ ਪ੍ਰਮਾਣ ਹੁੰਦਾ ਹੈ। ਉਹ ਮੁਹੰਮਦ ਸਾਹਿਬ ਅਖੀਰਲੀ ਪੈਗੰਬਰ ਮੰਨਦੇ ਹੈ। ਉਹਨਾਂ ਦੇ ਅੱਗੇ ਝੁਕੇ ਅਸੀਂ ਕਿਉਂ ਨਾ ਸ਼ਰਨਾਗਤ ਹੋਈਏ। ਇਹ ਸਾਰਾ ਹੀ ਪ੍ਰਸੰਗ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਤੇ ਮਹਾਂਪੁਰਖਾਂ ਨੇ ਉਹਦਾ ਹਵਾਲਾ ਦਿੱਤਾ ਹੈ। ਤੇ ਇਸ ਕਰਕੇ ਭਾਈ ਜਿਹੜੇ ਧਰਮ ਦੇ ਵਿੱਚ ਥੋੜੇ ਕੱਟਣ ਸਾਡੇ ਇਸਲਾਮ ਦੇ ਵੀਰਾਂ ਨੂੰ ਇਹੋ ਜਿਹੀਆਂ ਗੱਲਾਂ ਸੁਣ ਕੇ ਕਦੇ ਵੀ ਮਨ ਦੇ ਵਿੱਚ ਇਹ ਨਹੀਂ ਸਮਝਣਾ ਚਾਹੀਦਾ, ਦਵੈਸ਼ ਨਹੀਂ ਕਰਨੀ ਚਾਹੀਦੀ। ਗੁਰੂ ਨਾਨਕ ਸਾਹਿਬ ਦੇ ਵਿੱਚ ਦਵੈਸ਼ ਨੇ ਹਿੰਦੂ ਮੁਸਲਮਾਨ ਦੋਨਾਂ ਨੂੰ ਇੱਕ ਸਾਰ ਮੰਨਿਆ, ਮਰਦਾਨੇ ਨੂੰ ਨਾਲ ਨਹੀਂ ਫਿਰੇ। ਇਹ ਤਾਂ ਖੇਡ ਹੈ। ਮੁਹੰਮਦ ਸਾਹਿਬ ਵੱਖਰਾ ਨਹੀਂ ਗੁਰੂ ਨਾਨਕ ਸਾਹਿਬ ਤੋਂ, ਗੁਰੂ ਨਾਨਕ ਸਾਹਿਬ ਵੱਖਰੇ ਨਹੀਂ ਮੁਹੰਮਦ ਸਾਹਿਬ ਤੋਂ। ਇਹ ਖੇਡਾਂ ਮਹਾਰਾਜ ਦੇ ਨਿਰੰਕਾਰ ਦਾ ਰੂਪ ਹੀ ਹੈ। ਸੋ ਇਉਂ ਸਤਿਗੁਰੂ ਮਹਾਰਾਜ ਨੇ ਸ੍ਰੀ ਰਾਜ ਪਹਿਲੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਦੂਜੇ ਸੁਰਤਾਲ ਦੇ ਵਿੱਚ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ। ਮੁਹੰਮਦ ਸਾਹਿਬ ਦੀ ਕਬਰ ਦੇ ਕੋਲ ਉੱਥੇ ਬੈਠ ਕੇ ਸਿੱਖਿਆ ਦਿੰਦੇ ਨੇ, ਮਕਾਮ ਕਰ ਕਰ ਵੈਸਣਾ। ਕਿਉਂਕਿ ਉਹਨਾਂ ਨੇ ਮਕਾਮ ਦੀ ਗੱਲ ਕੀਤੀ ਸੀ ਨਾ, ਤੇ ਇਸ ਕਰਕੇ ਫਿਰ ਵੀ ਇਹ ਮਕਾਮ ਹੈ। ਤੇ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ, ਮਕਾਮ ਕਰ ਘਰ ਵੈਸਣਾ। ਮਹਾਰਾਜ ਕਹਿੰਦੇ ਜੀਵਾਂ ਨੇ ਸੰਸਾਰ ਨੂੰ ਮਕਾਮ ਸਥਿਤ ਰਹਿਣ ਵਾਲਾ ਥਾਂ ਜਾਣ ਕਰਕੇ ਬੈਸਣਾ ਬੈਠਣਾ ਕੀਤਾ ਵੀ ਸਦਾ ਹੀ ਰਹਾਂਗੇ ਇੱਥੇ। ਨਿਤ ਚੱਲਣਾ ਕੀ ਧੋਖ, ਪਰ ਇਹ ਨਿਤਾ ਪ੍ਰੀਤੀ ਪ੍ਰਲੋਕ ਨੂੰ ਚੱਲਣ ਦੀ ਧੋਖ ਚਿੰਤਾ ਲੱਗੀ ਰਹਿੰਦੀ ਹੈ। ਜਾਣਾ ਤਾਂ ਪੈਣੇ ਆ ਇੱਕ ਦਿਨ। ਮਕਾਮ ਤਾਂ ਪਰ ਜਾਣੀਏ, ਮਕਾਮ ਸਥਿਤ ਤਾਂ ਪਰ ਵਿਸ਼ੇਸ਼ ਕਰਕੇ ਜਾਣੀਏ, ਜਾਣੀ ਦਾ ਜਾਣਨਾ ਕਰੀਏ। ਜਾ ਰਹਿ ਨਿਹਚਲ ਲੋਕ, ਬਈ ਤੁਸੀਂ ਮਕਾਮ ਕਹਿੰਦੇ ਹੋ ਤਾਂ ਮੈਂ ਮਕਾਮ ਕਹਾਂ ਜਿਹੜਾ ਸਦਾ ਸਥਿਤ ਰਹੇ। ਮਾਤ ਲੋਕ ਨਿਚ ਅਚਲ ਰਹੇ। ਜੇ ਐਸਾ ਹੋਵੇ ਤਾਂ ਇਹ ਸਮਝ ਲਈਏ ਕਿ ਆ ਵੀ ਜਿਹੜੀ ਮੁਹੰਮਦ ਸਾਹਿਬ ਦਾ ਇਹ ਮੁਕਾਮ ਹੈ ਤੁਸੀਂ ਕਹਿੰਦੇ ਹੋ, ਜਾਂ ਰਹੇ ਨੇਚਲ ਲੋਕ ਜੇ ਅਚਲ ਰਹੇ, ਇੱਕ ਦਿਨ ਧਰਤੀ ਉਹ ਨਹੀਂ ਰਹਿਣੀ ਤੇ ਫਿਰ ਇਹ ਧਾਰਮਿਕ ਸਥਾਨ ਕਿੱਥੇ ਰਹਿਣਗੇ। ਇਹ ਨਾ ਰਹਿਣ ਵਾਲੀ ਜਗ੍ਹਾ ਹੈ, ਚਲਾਏਵਾਨ ਹੈ। ਅਚਲ ਤਾਂ ਕੇਵਲ ਖੁਦਾ ਹੀ ਹੈ। ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਹੈ, ਅੱਲਾਹ ਤਾਲਾ ਦੇ ਨਾਲ ਜੋੜਿਆ ਮਹਾਰਾਜ ਨੇ, ਪਰਮੇਸ਼ਰ ਦੇ ਨਾਲ ਜੋੜਿਆ ਹੈ ਕਿ ਆਪਣੇ ਧਰਮ ਵਿੱਚ ਪੱਕੇ ਰਹੋ ਤੇ ਪਰ ਸਾਰਿਆਂ ਦੇ ਵਿੱਚ ਖੁਦਾ ਨੂੰ ਦੇਖਣਾ ਕਰੋ। ਦੁਨੀਆ ਕੈਸ ਮੁਕਾਮੇ, ਦੁਨੀਆ ਕੈਸ ਕਿਸ ਪ੍ਰਕਾਰ ਮੁਕਾਮੇ ਇਸਤਤਾ ਹੋ ਰਹੀ ਹੈ। ਇਹਦੀ ਇਸਤਤਾ ਹੈ ਨਹੀਂ। ਦੁਨੀਆ ਕੈਸ ਕਿਸ ਪ੍ਰਕਾਰ ਮੁਕਾਮੇ ਇਸਤਤ ਹੋ ਸਕਦੀ ਹੈ, ਕਿਉਂਕਿ ਕਿਵੇਂ ਕਾਇਮ ਰਹਿ ਸਕਦੀ ਹੈ, ਰਹਿ ਨਹੀਂ ਸਕਦੀ ਹੈ। ਭਾਵ ਇਹ ਹੈ, ਸਵਾਲੀਆ ਫਿਕਰਾ ਹੈ। ਕਰ ਸਿਦਕ ਕਰਨੀ ਖਰਚ ਵੱਧ ਹੋ। ਇਹ ਭਾਈ ਹਰ ਸਮੇਂ ਪਰਮੇਸ਼ਰ ਦਾ ਸਿਦਕ ਭਰੋਸਾ ਰੱਖੋ। ਭਗਤੀ ਰੂਪ ਖਰਚ ਪੱਲੇ ਵਿੱਚ ਬੰਨੋ ਪ੍ਰਲੋਕ ਨੂੰ ਜਾਣ ਵਾਸਤੇ, ਤੇ ਨਿਤਾ ਪ੍ਰਤੀ ਹੀ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਿਆ ਕਰੋ। ਲਾਗ ਰਹੋ ਨਾਮੇ, ਨਿਤ ਪ੍ਰਤੀ ਨਾਮ ਦੇ ਵਿੱਚ ਲੱਗੇ ਰਹੋ, ਖੁਦਾ ਦੀ ਬੰਦਗੀ ਕਰੋ। ਇਹ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਨੇ ਉਹਨਾਂ ਨੂੰ। ਰਹਾਉ ਤੇ ਇਹਦੇ ਨਾਲ ਜੇ ਅਸਥਾਈ ਦੇ ਕੇ ਕਹਿੰਦੇ ਹੈ, ਇਹ ਜੀਵ ਦੁਨੀਆ ਵਿੱਚ ਸਥਿਤ ਕਿਵੇਂ ਰਹਿ ਸਕਦਾ ਹੈ। ਦੇਖੋ ਧਰੂਮ ਪ੍ਰਹਲਾਦ ਸਥਿਤ ਨਹੀਂ ਹੋ ਗਏ, ਇਸਤਤਾ ਕਬੀਰ ਸਾਹਿਬ ਵਰਗੇ ਹੋ ਗਏ। ਇਸਤਤੀ ਨਾਮ ਜਪ ਕੇ ਹੋਊਗੀ। ਦੁਨੀਆ ਵਿੱਚ ਉਸ ਤਰ੍ਹਾਂ ਇਸਤਤ ਨਹੀਂ ਕਿਸੇ ਨੇ ਰਹਿਣਾ। ਤੇ ਪਰਮੇਸ਼ਰ ਦੇ ਨਾਮ ਤੇ ਭਰੋਸਾ ਕਰਨ ਵਾਲੇ ਨਿਸ਼ਚਲ ਇਹ ਖੁਦਾਏ, ਇੱਕ ਖੁਦਾਈ ਨਿਸ਼ਚਲ ਹੈ। ਪਰ ਜਿਹੜਾ ਬੰਦਾ ਬੰਦਗੀ ਕਰਨ ਵਾਲਾ ਹੈ ਉਹ ਵੀ ਨਿਸ਼ਚਲ ਹੋ ਜਾਂਦਾ ਹੈ। ਉਹਦੇ ਨਾਮ ਨੂੰ ਪੱਲੇ ਦੇ ਵਿੱਚ ਬੰਨ ਕੇ ਅਕਾਲ ਪੁਰਖ ਦੇ ਨਾਲ ਜੁੜੇ ਰਹਿਣਾ ਚਾਹੀਏ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਜੀ ਜੋਗੀ ਤਾਂ ਆਸਣ ਕਰਵਹਿ। ਦੁਨੀਆ ਜੋਗ ਮਤ ਵਾਲੇ, ਧਾਰਨ ਕਰਨ ਵਾਲੇ, ਪ੍ਰਾਣਾਯਾਮ ਕਰਨ ਵਾਲੇ ਆਸਣ ਲਗਾ ਕਰਕੇ ਉਹ ਬਹਿ ਬੈਠਦੇ ਹਨ। ਮੁੱਲਾ ਵਹਿ ਮੁਕਾਮ, ਭਾਈ ਜਿਹੜੇ ਤੁਸੀਂ ਤੁਹਾਡੇ ਚ ਮੁੱਲਾ ਮੁਲਾਣੇ ਨਾ, ਉਹ ਤਕੀਏ ਮਦਰਸੇ ਆ ਥਾਵਾਂ 'ਚ ਮੁਕਾਮ ਇਸਤਤ ਹੋ ਕੇ ਬੈਠਦੇ ਆ, ਬੱਚਿਆਂ ਨੂੰ ਪੜ੍ਹਾਉਂਦੇ ਹਨ। ਮੁੱਲਾ ਬਹਿ ਮੁਕਾਮ ਮੁਹੰਮਦ ਸਾਹਿਬ ਦੇ ਕਾਬੇ ਮਦੀਨੇ ਵਿੱਚ ਮੁਕਾਮ ਇਸਤਤੀ ਮੰਨੀ ਬੈਠੇ ਹਨ। ਪੰਡਤ ਵਖਾਣ ਹੈ ਪੋਥੀਆ, ਤੇ ਪੰਡਤ ਜਿਹੜੇ ਵਿਦਵਾਨ ਉਹ ਤੀਰਥਾਂ ਦੇ ਉੱਤੇ ਪੰਡਤ ਜਿਹੜੇ ਪੋਥੀਆਂ ਗੀਤਾ ਆਦਿ ਸੁਰਤੀਆਂ ਸਿਮਰਤੀਆਂ ਨੂੰ ਵਿਖਾਣੇ ਕਥਨ ਕਰਦੇ ਆ ਲੋਕਾਂ ਨੂੰ, ਤੇ ਇਸ ਪ੍ਰਕਾਰ ਦੇ ਉਹ ਵਿਖਿਆਨ ਕਰਕੇ ਦੱਸਦੇ ਹਨ। ਸਿੱਧ ਵਹਿ ਦੇਵ ਸਥਾਨ, ਸਿੱਧੀਆਂ ਦੇ ਮਾਲਕ ਜਿਹੜੇ ਸਿੱਧ ਨੇ ਉਹ ਦੇਵਤਿਆਂ ਦੇ ਅਸਥਾਨ ਭਾਵੇਂ ਸਮੀਰ ਪਰਬਤ, ਕੁਝ ਉੱਥੇ ਜਾ ਕੇ ਬੈਠ ਕੇ ਆਪਣੇ ਆਪ ਨੂੰ ਚੱਲ ਜਾਣਦੇ ਆ। ਦੇਵ ਸਥਾਨ ਦੇਵਤਿਆਂ ਦੇ ਸਥਾਨ ਮੰਦਰਾਂ ਨੂੰ ਉਹ ਅਚਲ ਮਨੀ ਬੈਠੇ ਹਨ। ਸੁਰ ਸਿੱਧ ਗਣ ਗੰਧਰਵ ਮੋਨ ਜਨ, ਇਹਦਾ ਵਿਸਰਾਮ ਪਾਈ ਗੰਧਰਵ ਤੇ ਜਮਕ ਤੇ ਮੋਨ ਜਨ ਦੇ ਉੱਤੇ ਵਿਸਰਾਮ ਜਿਵੇਂ ਲੱਗਿਆ ਧਿਆਨ ਕਰਨਾ ਹੈ। ਇਸੇ ਪ੍ਰਕਾਰ ਸੁਰ ਦੇਵਤੇ ਜਿਹੜੇ ਦੇਵੀ ਸੰਪਦਾ ਵਾਲੇ
ਸਿੱਧ ਜਿਹੜੇ ਅਣਮਾ ਮਹਿਮਾ ਗਰਮਾ ਆਦਿ ਸਿੱਧੀਆਂ ਦੀਆਂ ਸ਼ਕਤੀਆਂ ਵਾਲੇ, ਗਣ ਸ਼ਿਵ ਜੀ ਦੇ ਟੋਨਾ ਛੋਨਾ ਆਦਿ, ਗਣ ਵਿਸ਼ਨੂੰ ਜੀ ਦੇ ਜਿਹੜੇ ਪਾਰਖਦ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਗੰਧਰਵ ਹਾਹਾਹੂ ਨਾਮ ਦੇ ਦੇਵਤਿਆਂ ਦੇ ਗਵਈਏ ਨਰਾਗੀ ਨੇ ਉਹਨਾਂ ਦੇ, ਤੇ ਅੱਗੇ ਦੱਸਦੇ ਨੇ ਮੋਨ ਮੰਨਣਸ਼ੀਲ ਮਹਾਤਮਾ, ਬਣਾ ਦੇ ਚ ਤਪ ਕਰਨ ਵਾਲੇ, ਤੇ ਜਨ ਜਿਹੜੇ ਭਗਤ ਜਨ। ਤੇ ਜਿਵੇਂ ਕੁੱਲ ਦੁਨੀਆ ਵਿੱਚ ਸ਼ਲੋਕ ਸਮੀਪ ਸਰੂਪ ਅਤੇ ਸੁਜ ਮੁਕਤੀਆਂ ਵਾਲੇ ਹੋਏ ਜਨ। ਸ਼ੇਖ ਪੀਰ ਸਲਾਰ, ਸ਼ੇਖ ਮੁਸਲਮਾਨਾਂ ਦੇ ਸਤਿਕਾਰ ਵਾਲੇ ਨੇ। ਜਿਵੇਂ ਹਿੰਦੂਆਂ ਦੇ ਵਿੱਚ ਬ੍ਰਾਹਮਣ ਹੁੰਦੇ ਸ਼ੇਖ ਜਾਤੀ, ਉਹਨਾਂ 'ਚ ਬਿਰਧ ਜਾਤੀ ਵੱਡੇ ਮੰਨੇ ਆ, ਉਸੇ ਤਰ੍ਹਾਂ ਸ਼ੇਖ ਜਾਤੀ ਵਾਲੇ। ਪਰ ਇਹਦਾ ਅੱਜ ਵੀ ਇਹ ਵੀ ਧਿਆਨ ਕਰ ਲਿਓ, ਨਹੀਂ ਸ਼ੰਕਾ ਪੈ ਜਾਊਗੀ। ਅੱਜ ਕੱਲ੍ਹ ਭਰਾਈਆਂ ਨੂੰ ਸ਼ੇਖ ਕਹਿਣ ਲੱਗ ਪਏ ਆ। ਪਹਿਲਾਂ ਇਹ ਬਿਰਧ ਜਾਤੀ ਦਾ ਸ਼ੇਖ ਦਾ ਨਾਮ ਸੀ। ਪੀਰ ਮੁਸਲਮਾਨਾਂ ਦੇ ਮੁਰਸ਼ਦ, ਸਲਾਰ ਸਰਦਾਰ, ਫਰਿਸ਼ਤੇ, ਖੁਦਾ ਦੀ ਦਰਗਾਹ ਵੱਲੋਂ ਪੈਗੰਬਰੀ ਦਾ ਪੈਗਾਮ ਲਿਆਉਣ ਵਾਲੇ 70 ਸੈ ਸਲਾਰ ਹੈ। ਜਾ ਕੇ ਕਬੀਰ ਸਾਹਿਬ ਜੀ ਨੇ ਜੋ ਕਿਹਾ ਕਿ 70,000 ਫਰਿਸ਼ਤੇ ਹੀ ਰੱਖੇ ਹੋਏ ਨੇ ਉਸਨੇ। ਦਰ ਕੂਚ ਕੂਚਾ ਕਰ ਗਏ, ਇਤਿਆਦਿਕ ਸਾਰੇ ਇਸ ਕੂਚ ਚਲੇ ਜਾਣ ਵਾਲੇ ਸੰਸਾਰ ਰੂਪੀ ਦਰ ਦਰਵਾਜ਼ੇ ਤੋਂ ਕੂਚਾ ਚਲਾਣਾ ਕਰ ਗਏ ਹਨ। ਅਵਰੇ ਭੇ ਚੱਲਣ ਹਾਰ, ਤੇ ਅਵਰੇ ਕੀ ਹੋਰ ਜਿਹੜੇ ਰਹਿੰਦੇ ਨੇ ਉਹ ਵੀ ਚਲੇ ਜਾਣ ਵਾਲੇ ਨੇ, ਭਾਵ ਮ੍ਰਿਤੂ ਨੂੰ ਪ੍ਰਾਪਤ ਹੋ ਜਾਣਾ ਉਹਨਾਂ ਨੇ ਵੀ। ਸੁਲਤਾਨ ਖਾਨ ਮਲੂਕ ਉਮਰੇ, ਸੁਲਤਾਨ ਚੱਕਰਵਰਤੀ ਬਾਦਸ਼ਾਹ, ਖਾਨ ਅਮੀਰ, ਮੁਸਲਮਾਨਾਂ ਦੇ ਪਠਾਨਾਂ ਦੇ ਸਰਦਾਰ, ਮਲੂਕ ਬਲੋਚਾਂ ਦੇ ਨੰਬਰਦਾਰ, ਤੇ ਉਮਰੇ ਉਮਰਾ ਭਾਵ ਬਾਦਸ਼ਾਹ ਦੇ ਵਜ਼ੀਰ ਆਦਿ ਸਾਰੇ ਹੀ ਗਏ ਕਰ ਕਰ ਕੂਚ, ਸਾਰੇ ਦੁਨੀਆ ਚੋਂ ਕੂਚ ਕਰ ਕਰਕੇ ਚਲੇ ਗਏ, ਜਾਣ ਵਾਲੇ ਹੋ ਕੇ ਚਲੇ ਗਏ। ਘੜੀ ਮੋਹਤ ਕੇ ਚੱਲਣਾ, ਭਾਈ ਸਮਝਣਾ ਕਰ, ਘੜੀ ਨੂੰ ਚਲਿਆ ਜਾਣਾ ਜਾਂ ਅੱਧੀ ਘੜੀ ਨੂੰ, ਸੰਸਾਰ ਤੋਂ ਚੱਲਣਾ ਹੀ ਆ ਨਾ। 4 ਦਿਨ ਅੱਗੇ 4 ਦਿਨ ਪਿੱਛੇ ਚਲੇ ਹੀ ਜਾਣਾ ਸੰਸਾਰ ਤੋਂ। ਪਰ ਇਹ ਗੱਲ ਨੂੰ ਜਰ ਸਮਝ ਤੂੰ ਭੇ ਪਹੁੰਚ, ਇਸ ਕਰਕੇ ਤੂੰ ਵੀ ਆਪਣੇ ਦਿਲ ਵਿੱਚ ਹਿਰਦੇ ਵਿੱਚ ਸਮਝ ਕੇ ਚੱਲ ਕੇ ਮੈਂ ਵੀ ਪਰਲੋਕ ਨੂੰ ਚਲੇ ਜਾਣਾ ਜਿੱਥੇ ਹੋਰ ਚਲੇ ਗਏ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜੀ ਨਹੀਂ ਤੂੰ ਜਣੇ ਹੋਏ, ਤੈਂ ਪਾਸਿਓ ਲੱਦ ਕੇ ਤੂੰ ਅਜੇ ਨਾ ਪਤੀਣੇ ਹੋਏ, ਤੂੰ ਅਜੇ ਵੀ ਭਰੋਸਾ ਨਹੀਂ ਕਰਦਾ ਹੈ। ਸਬਦਾਹ ਮਾਹੇ ਵਖਾਣੀਐ, ਜੋ ਵੇਦਾਂ ਦੇ ਸਬਦਾਹ ਸ਼ਬਦ ਮਾਹੇ ਵਿੱਚ ਵਖਾਣੀਆਂ ਕਥਨ ਕਰੀਦਾ, ਤੇ ਉਸ ਨੂੰ ਕੋਈ ਬਿਰਲਾ ਹੀ ਹੈ ਨਾ, ਤੇ ਹਰ ਇੱਕ ਨਹੀਂ ਸਮਝ ਸਕਦਾ। ਬਿਰਲਾ ਤਾਂ ਬੂਝੈ ਕੋਏ, ਬਿਰਲਾ ਸਿੱਧਾ ਸਿੱਧਾ ਟਾਵਾਂ ਟਾਵਾਂ ਹੀ ਹੈ, ਕੋਈ ਜਿਹੜਾ ਬੂਝੇ ਸਮਝਦਾ ਹੈ। ਜੇ ਸ਼ਬਦਾਂ ਵਿਆਕਰਨ ਤਾਂ ਹੀ ਵਿਖਾਣੀਆਂ ਕਥਨ ਕਰੀਏ ਤਾਂ ਕੋਈ ਬਿਰਲਾ ਹੀ ਸ਼ਬਦ ਹੈ ਜਿਹੜਾ ਸ਼ਾਸਤਰਾਂ ਦੁਆਰਾ ਸਮਝਦਾ ਹੈ। ਜੇ ਸ਼ਬਦਾਂ ਸਭ ਦਾਹ, ਸਭ ਸਾਰੀਆਂ ਤੇ ਰਾਤਾਂ 10 ਦਿਨਾਂ ਵਿੱਚ, ਇਹ ਇਸ ਤਰ੍ਹਾਂ ਵੀ ਇਹਦਾ ਅਰਥ ਮਤਲਬ ਕੱਢਿਆ ਜਾਂਦਾ ਹੈ। ਮਾਹੇ ਮਹੀਨਿਆਂ ਵਿੱਚ ਉਪਦੇਸ਼ ਦੀ ਕਥਨ ਕਰੀਏ ਤਾਂ ਕੋਈ ਵਿਰਲਾ ਹੀ ਅਧਿਕਾਰੀ ਆ ਜਿਹੜਾ ਸਮਝਦਾ ਹੈ। ਨਾਨਕ ਵਖਾਣੈ ਬੇਨਤੀ, ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਅਸੀਂ ਬੇਨਤੀ ਕਰਦੇ ਹਾਂ। ਜਲ ਥਲ ਮਹੀਲ ਸੋਏ, ਉਹ ਪ੍ਰਵੇਸ਼ ਜਲ ਪਾਣੀ ਵਾਲੀ ਜਗ੍ਹਾ, ਥਲ ਖੁਸ਼ਕ ਜਗ੍ਹਾ, ਮਹੀ ਧਰਤੀ, ਅਲ ਆਕਾਸ਼ ਦੇ ਵਿੱਚ, ਪ੍ਰਿਥਵੀ ਚ ਸਾਰੀ ਜਗ੍ਹਾ ਹੀ ਸੋਏ ਉਹ ਪ੍ਰਭੂ ਵਿਆਪਕ ਹੋ ਰਿਹਾ, ਸਤਚਿਤ ਆਨੰਦ, ਉਹਦੇ ਨਾਲ ਜੁੜਨਾ ਕਰੋ। ਅੱਲਾਹੁ ਅਲਖ ਅਗਮ ਕਾਦਰ, ਤੇ ਉਹ ਜਿਹੜਾ ਅੱਲਾ ਪਾਕ ਭਾਵ ਪਵਿੱਤਰ ਰੂਪ ਹੈ, ਇਸ ਤਰ੍ਹਾਂ ਅਲਖ ਲਖਣ ਤੋਂ ਰਹਿਤ ਹੈ, ਅਗੰਮ ਸ਼ਾਸਤਰਾਂ ਕਰਕੇ ਗਮਤਾ ਤੋਂ ਰਹਿਤ ਹੈ। ਉਹਦੇ 'ਚ ਮਨ ਦੇ ਸੰਕਲਪ ਵਿਕਲਪ ਨਹੀਂ ਹਨ, ਤੇ ਮਨ ਦੀ ਗਮਤਾ ਤੋਂ ਪਰੇ ਹੈ, ਤੇ ਕਾਦਰ ਸਾਰਿਆਂ ਨੂੰ, ਤੇ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਐਸਾ ਹੈ, ਕੁਦਰਤ ਦਾ ਮਾਲਕ ਹੈ। ਉਹ ਕੁਦਰਤ ਦਾ ਮਾਲਕ ਹੋਣ ਕਰਕੇ ਉਹਨੂੰ ਕਾਦਰ ਕਿਹਾ ਜਾਂਦਾ ਹੈ। ਕਰਨਹਾਰ ਕਰੀਮ, ਸਾਰੇ ਜਗਤ ਨੂੰ ਕਰਨਹਾਰ ਰਚਣ ਵਾਲਾ ਹੋਣ ਕਰਕੇ ਉਹਨੂੰ ਕਰਨਹਾਰ, ਕਰੀਮ ਕਰਮੀ ਬਖਸ਼, ਕਰਮ ਬਖਸ਼ ਕਰਨ ਵਾਲਾ, ਕਿਰਪਾ ਕਰਨ ਵਾਲਾ ਹੈ। ਸਭ ਦੁਨੀ ਆਵਣ ਜਾਵਣੀ, ਸਾਰੀ ਦੁਨੀਆ ਜਿਹੜੀ ਹੈ ਉਹ ਦਵੈਸ਼ ਦੇ ਵਿੱਚ ਹੈ। ਆਵਣ ਜਾਵਣੀ ਦੁਨੀਆ ਆਉਣ ਜਾਣ ਵਾਲੀ ਹੈ। ਮਕਾਮ ਏਕ ਰਹੀਮ, ਏਕ ਰਹੀਮ ਰਹਿਮ ਕਰਨ ਵਾਲਾ, ਤੇ ਚਿਤ ਪਰਮੇਸ਼ਰ ਵਾਹਿਗੁਰੂ, ਉਹ ਉਹਨੂੰ ਏਕ ਰਹੀਮ ਰਹਿਮ ਚਿਤ ਹੈ ਪਰਮੇਸ਼ਰ ਜਿਹੜਾ, ਤੇ ਉਹੀ ਮੁਕਾਮ ਇਸਤਤ ਰੂਪ ਹੈ। ਹੋਰ ਨਹੀਂ ਕੋਈ ਮੁਕਾਮ ਹੈ, ਉਹ ਤੋਂ ਬਿਨਾਂ ਪਿੱਛੇ ਇਸਤਤ ਕੋਈ ਨਹੀਂ, ਅੱਗੇ ਨੂੰ ਇਸਤਤ ਨਹੀਂ ਰਹੇਗਾ। ਕੇਵਲ ਇੱਕ ਪਰਮੇਸ਼ਰੀ ਅਚਲ ਸਰੂਪ ਹੈ। ਮਕਾਮ ਤਿਸਰੂ ਆਖੀਐ, ਮਕਾਮ ਇਸਤਤ ਉਸੇ ਨੂੰ
ਕਈਏ ਆਖੀਦਾ ਹੈ, ਕਿਹਾ ਜਾਂਦਾ ਹੈ। ਜਿਸ ਸਿਸ ਨਾ ਹੋਵੀ ਲੇਖ, ਜਿਹਦੇ ਭਾਏ ਜੰਮਣ ਮਰਨ ਦਾ ਹਿਸਾਬ ਦਾ ਲੇਖਾ ਜਿਹਦੇ ਤੇ ਨਹੀਂ ਹੈ, ਉਹ ਇੱਕ ਪਰਮੇਸ਼ਰ ਹੈ। ਬਾਕੀ ਸਾਰਿਆਂ ਦੇ ਸਿਰ ਤੇ ਲੇਖ ਹੈ, ਉਹਦੇ ਸਿਰ ਤੇ ਕੋਈ ਲੇਖ ਨਹੀਂ। ਸਭਨਾਂ ਲਿਖਿਆ ਬੂੜੀ ਕਲਾਮ ਸਾਰਿਆਂ ਦੇ ਮੱਥੇ ਤੇ ਹੈ। ਮੱਥੇ ਤੇ ਲੇਖ ਉਹ ਬੂੜੀ ਬਗੀ ਹੋਈ ਆ ਕਲਮ। ਕਰੀ ਲੋਹ ਕਰਮੰ ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ, ਤੇ ਉਹ ਮੱਥੇ ਦੇ ਉੱਤੇ ਐਸੇ ਲੇਖ ਵਾਹਿਗੁਰੂ ਨੇ ਲਿਖੇ ਹੋਏ ਨੇ, ਆਪ ਅਲੇਖ ਹੈ। ਅਸਮਾਨ ਧਰਤੀ ਚੱਲ ਸੀ, ਅਸਮਾਨ ਤੇ ਧਰਤੀ ਚੱਲ ਸੀ, ਚਲੀ ਜਾਏਗੀ, ਇਹ ਜਾਣ ਵਾਲੀ ਹੈ। ਪਰ ਇੱਕ ਵਾਹਿਗੁਰੂ ਤੋਂ ਬਿਨਾ ਮੁਕਾਮ ਉਹੀ ਏਕ, ਇੱਕ ਉਹੀ ਇੱਕ ਪਰਮੇਸ਼ਰੀ ਮੁਕਾਮ ਇਸਤਤ ਰਹਿਣ ਵਾਲਾ ਹੈ। ਤੇ ਇਹ ਅਸਮਾਨ ਤਮੋ ਗੁਣ ਹੈ, ਤੇ ਅਗਿਆਨ ਵਿੱਚੋਂ ਇਹ ਪੈਦਾ ਹੋਇਆ ਹੈ। ਮਾਇਆ ਦਾ ਇਹ ਤਮੋ ਗੁਣ ਰੂਪ ਹੈ। ਧਰਤੀ ਵੀ ਚਲੇ ਜਾਏਗੀ ਤੇ ਇਸ ਤਰ੍ਹਾਂ ਅਸਮਾਨ ਵੀ ਚਲਾ ਜਾਏਗਾ। ਇਹ ਸਾਰੇ ਚਲੇ ਜਾਣ ਵਾਲੇ ਨਾ, ਕੋਈ ਵੀ ਐਸਾ ਨਹੀਂ ਹੈ ਜਿਹੜਾ ਇੱਥੇ ਰਹਿਣ ਵਾਲਾ ਹੈ। ਤੋ ਇਸ ਕਰਕੇ ਮੁਕਾਮ ਹੋਈ ਕਿ ਇਸਤਤ ਰਹਿਣ ਵਾਲਾ ਤਾਂ ਕੇਵਲ ਵਾਹਿਗੁਰੂ ਹੈ। ਨਿਆਇਕਾਂ ਨੇ ਆਪਣੇ ਮਤ ਅਨੁਸਾਰ ਤੇ ਹੋਰ ਸ਼ਾਸਤਰਾਂ ਨੇ ਆਪਣੇ ਆਪਣੇ ਮਤ ਅਨੁਸਾਰ ਜਿਹੜੀਆਂ ਵਿਚਾਰਾਂ ਕੀਤੀਆਂ ਨੇ, ਪਰ ਨਹੀਂ, ਇਸਤਤ ਰਹਿਣ ਵਾਲਾ ਕੇਵਲ ਵਾਹਿਗੁਰੂ ਹੈ। ਉਹਨਾਂ ਸ਼ਾਸਤਰਾਂ ਦੇ ਵਿੱਚ ਆਪਸ ਵਿੱਚ ਹੀ ਬੜੇ ਝਗੜੇ ਨੇ, ਕੋਈ ਕਰਮਵਾਦੀ, ਕੋਈ ਕਾਲਵਾਦੀ ਹੈ, ਕੋਈ ਅਨੀਸ਼ਰਵਾਦੀ ਹੈ, ਕੋਈ ਈਸ਼ਰਵਾਦੀ ਹੈ। ਤੋ ਇਸ ਕਰਕੇ ਨਾ, ਪਰ ਨਿਚੋੜ ਇਹੀ ਹੈ ਵੀ ਇਸਤਤ, ਜਿਵੇਂ ਉਹ ਕਹਿੰਦੇ ਨੇ ਵੀ ਅਣੂ ਰਹਿੰਦੇ ਨੇ ਜੀ, ਪਰਮਾਣੂ ਰਹਿੰਦੇ ਨੇ, ਨਹੀਂ, ਇਹ ਨਿਆਕਾਂ ਦਾ ਮਤ ਹੋ ਸਕਦਾ, ਪਰ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਦਾ ਕਿਸੇ ਨੇ ਨਹੀਂ ਰਹਿਣਾ ਹੈ। ਦਿਨ ਰਾਤ ਚੱਲੈ ਨਿਸ ਸੱਚ ਚੱਲੈ, ਵਾਹਿਗੁਰੂ ਇੱਕ ਅਚਲ ਰਿਹਾ, ਨਹੀਂ ਤਾਂ ਦਿਨ ਹੈ ਜਿਹੜਾ ਹੈ ਤੇ ਕਾਲ ਦੇ ਮੂੰਹ ਦੇ ਵਿੱਚ ਦਿਵ ਦਿਵਸ ਤੇ ਰਬ ਸੂਰਜ ਵੀ ਚਲੇ ਚਲਾਇਮਾਨ। ਸੂਰਜ ਚਲਿਆ ਗਿਆ, ਦਿਨ ਵੀ ਚਲਿਆ ਗਿਆ, ਨਾਲੇ ਨਿਸ ਰਾਤ ਜਿਹੜੀ ਹੈ ਇਹ ਵੀ ਚਲੀ ਜਾਏਗੀ, ਕਿਉਂਕਿ ਚੰਦਰਮਾ ਨਹੀਂ ਰਹੇਗਾ। ਇਹ ਸਾਰੇ ਚਲੇ ਜਾਣੇ। ਕਾਲ ਦੇ ਮੂੰਹ ਵਿੱਚ ਦਿਨ ਦਿਵਸ ਰਬ ਸੂਰਜ ਵੀ ਚਲਿਆ ਜਾ ਰਿਹਾ ਹੈ, ਨਿਸ ਰਾਤਾਂ ਵੀ ਗੁਜ਼ਰ ਰਹੀਆਂ ਨੇ, ਸੱਸ ਚੰਦਰਮਾ ਵੀ ਚਲੇ ਜਾਣ ਵਾਲਾ ਹੈ, ਤੇ ਕੋਈ ਨਹੀਂ ਰਹਿਣਾ ਹੈ। ਤਾਰਿਕਾ ਲੱਖ ਪਲੋਏ, ਤੇ ਇਹ ਜਿਹੜੇ ਲੱਖਾਂ ਤਾਰੇ ਪਰੋਏ ਹੋਏ ਨੇ, ਜਿਵੇਂ ਧਾਗੇ 'ਚ ਪਰੋਏ ਹੁੰਦੇ ਨੇ, ਇਹ ਵੀ ਲੋਪ ਹੋ ਜਾਣਗੇ, ਸਮਾਪਤ ਹੋ ਜਾਣਗੇ। ਮੁਕਾਮ ਉਹੀ ਏਕ ਹੈ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਮੁਕਾਮ ਇਸਤਤ ਰਹਿਣ ਵਾਲਾ ਤਾਂ ਕੇਵਲ ਇੱਕ ਅਖੰਡ ਸਰੂਪ ਵਾਹਿਗੁਰੂ ਹੀ ਹੈ। ਇਹ ਤਾਂ ਸੱਚ ਹੈ, ਜਿਹੜਾ ਅਟਲ ਸੱਚ ਹੈ। ਨਾਨਕਾ ਸੱਚ ਬਗੋਏ, ਇਹ ਤਾਂ ਸੱਚ ਬਗੋਏ ਕਥਨ ਕੀਤਾ ਹੈ, ਭਾਵ ਉਚਾਰਨ ਕੀਤਾ ਹੈ। ਇਹ ਨਿਸ਼ਚੈ ਕਰੋ ਕਿ ਬਿਨਾਂ ਵਾਹਿਗੁਰੂ ਤੋਂ ਕੋਈ ਵੀ ਅਚਲ ਨਹੀਂ ਹੈ, ਨਾ ਰਹੇਗਾ, ਤੇ ਨਾ ਹੁਣ ਕੋਈ ਰਹਿ ਰਿਹਾ, ਜਾ ਰਹੇ ਨੇ ਸਾਰੇ, ਨਾ ਪਿੱਛੇ ਕੋਈ ਰਿਹਾ, ਨਾ ਅੱਗੇ ਨੂੰ ਰਹੇਗਾ। ਅਚਲ ਕੇਵਲ ਵਾਹਿਗੁਰੂ ਪਰਮੇਸ਼ਰ ਹੀ ਰਹੇਗਾ। ਮਹੱਲੇ ਪਹਿਲੇ 17 ਹੈ ਅਸ਼ਟਪਦੀਆ। ਇੱਥੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਇਹ ਫਿਰ ਸੰਕੇਤ ਦਿੱਤਾ ਨਾਲ ਕਿ ਮਹੱਲੇ ਭਾਵ ਕੀ ਹੈ। ਮਹੱਲੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 17 ਅਸ਼ਟਪਦੀਆਂ ਜਿਹੜੀਆਂ ਇੱਥੇ ਸ਼ਬਦ ਉਚਾਰਨ ਕੀਤੇ ਹੋਏ 8 ਪਦਾਂ ਵਾਲੇ, ਜਿਵੇਂ 52 ਅੱਖਰੀ ਦੇ ਵਿੱਚ ਪਿੱਛੇ ਤੇ ਇੱਕ ਸ਼ਲੋਕ ਦੇ ਨਾਲ ਇਹ ਲਿਖਿਆ ਵੀ ਇਹ ਸ਼ਲੋਕ ਆਦ ਅੰਤ ਪੜ੍ਹਨਾ। ਇਹ ਸ਼ਲੋਕ ਆਦ ਅੰਤ ਪੜ੍ਹੀ ਦੇ। ਇਸ ਤਰ੍ਹਾਂ ਅਸ਼ਟਪਦੀਆਂ ਦੇ ਨਾਲ ਅੱਖਰ ਪੜ੍ਹਨੇ ਜ਼ਰੂਰੀ ਨਾ, ਪਾਠ ਦੇ ਵਿੱਚ ਛੱਡਣੇ ਨਹੀਂ ਹੈ। ਤੇ ਇਸ ਤਰ੍ਹਾਂ ਪਹਿਲੇ ਪਾਤਸ਼ਾਹ ਦੀਆਂ 17 ਅਸ਼ਟਪਦੀਆਂ ਇੱਥੇ ਸਮਾਪਤ ਹੋਈਆਂ ਨੇ। ਤੇ ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀਆਂ ਅਸ਼ਟਪਦੀਆਂ ਸ਼ੁਰੂ ਹੋਣਗੀਆਂ ਕੱਲ ਨੂੰ। ਆਓ ਹੁਣ ਇੱਥੇ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਭੁੱਲਾਂ ਚੁੱਕਾਂ ਸਾਰਿਆਂ ਦੀਆਂ ਖਿਮਾ ਕਰਨ। ਆਓ ਜੀ ਇੱਥੇ ਸਮਾਪਤੀ ਹੈ। ਦਿਨ ਰਾਤ ਚੱਲੈ ਨਿਸ ਸੱਚ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਮਹੱਲੇ ਪਹਿਲੇ 17 ਅਸ਼ਟਪਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।